ਤੁਹਾਡੀ ਨਜ਼ਰਾਂ ਦੇ ਵਿੱਚ, ਤੁਹਾਡੇ ਸ਼ਬਦਾਂ ਦੇ ਵਿੱਚ ਗੁਰੂ ਕਿਸ ਨੂੰ ਕਿਹਾ ਜਾਂਦਾ ਹੈ? ਹਨੂਮੰਤ ਸਿੰਘ ਜੀ, ਗੁਰੂ ਦੇ ਜੋ ਅਰਥ ਬਣਦੇ ਨੇ ਉਹ ਤਾਂ ਮੇਨ ਸ਼ਬਦੀ ਅਰਥ ਇਹੀ ਨੇ ਕਿ ਆਪਾਂ ਹਨੇਰੇ ਤੋਂ ਰੌਸ਼ਨੀ ਵੱਲ ਜੋ ਲੈ ਕੇ ਜਾਂਦਾ ਉਹਨੂੰ ਅਸੀਂ ਗੁਰੂ ਕਹਿੰਦੇ ਹਾਂ ਜੀ। ਕੋਈ ਇੱਕ ਵੀ ਘਟਨਾ ਤੁਸੀਂ ਇਹੋ ਜਿਹੀ ਮੈਨੂੰ ਦਿਖਾ ਦਿਓ ਇਤਿਹਾਸ ਦੇ ਵਿੱਚੋਂ ਜਿਹਦੇ ਵਿੱਚ ਗੁਰੂ ਨੇ ਆਪਦੇ ਲਈ ਕੁਝ ਕੀਤਾ ਹੋਵੇ। ਸਾਨੂੰ ਦੇਖਣ ਨੂੰ ਲੱਗਦਾ ਹੈ ਵੀ ਗੁਰਗੱਦੀ ਚਲਾਈ ਉਹਨਾਂ ਨੇ, ਗੁਰਗੱਦੀ ਦੇ ਵਿੱਚ ਪਤਾ ਨਹੀਂ ਕੀ ਐਸ਼ ਕਰਦੇ ਸੀ ਗੁਰੂ ਸਾਹਿਬ। ਉਸ ਵੇਲੇ ਦੀ ਗੁਰਗੱਦੀ ਤੇ ਬੈਠਣ ਦਾ ਮਤਲਬ ਸੀ ਤੱਤੀ ਤਵੀ ਤੇ ਬਹਿਣਾ। ਅੱਜ ਦੀ ਗੱਦੀ ਔਰ ਉਦੋਂ ਦੀ ਗੱਦੀ 'ਚ ਜ਼ਮੀਨ ਅਸਮਾਨ ਦਾ ਫਰਕ ਹੈ। ਅੱਜ ਦੇ ਜਿਹੜੇ ਗੁਰੂ ਨੇ ਉਹ ਐਸ਼ੋ ਆਰਾਮ ਕਰਨ ਲਈ, ਪੂਜਾ ਕਰਾਉਣ ਲਈ, ਵੱਡੇ ਵੱਡੇ ਡੇਰੇ ਉਸਾਰਨ ਲਈ, ਵੱਡੀਆਂ ਵੱਡੀਆਂ ਸੰਗਤਾਂ ਦੇ ਵਗ ਚਲਾਉਣ ਲਈ, ਔਰ ਦੂਜਾ ਰਾਜਨੀਤਿਕ ਲੋਕਾਂ ਨਾਲ ਸਾਂਝ ਪਾਉਣ ਦੇ ਲਈ ਅੱਜ ਗੱਦੀਆਂ ਚਲਾਈਆਂ ਜਾਂਦੀਆਂ ਜੀ। ਇੱਕ ਸ਼ਾਇਰ ਨੇ ਬੜਾ ਖੂਬਸੂਰਤ ਲਿਖਿਆ, ਕਹਿੰਦਾ ਉਹ ਨਕਲੀ ਗੁਰੂ ਉਸ ਸਮੇਂ ਦਿਓ, ਕੁਝ ਹਿਰਦਾ ਆਪਣਾ ਵੱਲ ਕਰੋ। ਇੱਕ ਆਪਣੇ ਹਲਵੇ ਮੰਡੇ ਲਈ ਨਾ ਲੋਕਾਂ ਨਾਲ ਵੱਲ ਛੱਲ ਕਰੋ। ਕੋਈ ਦੇਸ਼ ਦਾ ਮਸਲਾ ਹੱਲ ਕਰੋ, ਕੋਈ ਦੇਸ਼ ਦਾ ਮਸਲਾ ਹੱਲ ਕਰੋ, ਭਾਵੇਂ ਅੱਜ ਕਰੋ ਤੇ ਭਾਵੇਂ ਕੱਲ ਕਰੋ। ਜੇ ਗੁਰਗੱਦੀ ਤੇ ਬਹਿਣਾ ਹੈ ਤਾਂ ਲਾਲ ਤਵੀ ਨਾਲ ਗੱਲ ਕਰੋ। ਕੀ ਬਾਤ, ਬਿਲਕੁਲ। ਗੱਦੀ ਦੀ ਕੀਮਤ ਪੁੱਛ ਵੇਖੋ ਉਹਨਾਂ ਰੱਤ ਭੇਜੀਆਂ ਤਲਵਾਰਾਂ ਤੋਂ, ਸਰਹੰਦ ਤੋਂ ਪੁੱਛੋ ਜਾਂ ਪੁੱਛੋ ਚਮਕੌਰ ਦੀਆਂ ਦੀਵਾਰਾਂ ਤੋਂ। ਉਹ ਨਕਲੀ ਗੁਰੂ ਚੁੱਪ ਕਰੋ, ਕਿਉਂ ਸ਼ੋਰ ਮਚਾਈ ਫਿਰਦੇ ਹੋ? ਪਾਪਾਰੂ ਪੈਰੀ ਪਊਏ ਲੋਕਾਂ ਨੂੰ ਧੋਖੇ ਵਿੱਚ ਪਾਉਂਦੇ ਫਿਰਦੇ। ਏਵਨ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੁਹਾਡੇ ਆਪਣੇ ਖਾਸ ਪ੍ਰੋਗਰਾਮ ਇਤਿਹਾਸ ਦੀ ਤਹਿ ਤੱਕ। ਜੀ ਹਾਂ ਦੋਸਤੋ, ਅੱਜ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਜੋ ਸ਼ਖਸੀਅਤ ਆਪ ਜੀ ਦੇ ਰੂਬਰੂ ਕਰ ਰਹੇ ਹਾਂ, ਸਾਡੇ ਅਤੀ ਸਤਿਕਾਰਯੋਗ ਸਰਦਾਰ ਕੰਵਰਦੀਪ ਸਿੰਘ ਜੀ, ਜੋ ਕਿ ਸਿੱਖ ਇਤਿਹਾਸ ਦੇ ਬੜੇ ਹੀ ਡੂੰਘੇ ਵਿਦਿਆਰਥੀ ਨੇ। ਬੜੀ ਡੂੰਘੀ ਖੋਜ ਕਰਕੇ ਅੱਜ ਸਾਡੇ ਸਾਹਮਣੇ ਇਤਿਹਾਸ ਦੀਆਂ ਇੱਕ ਇੱਕ ਪੜਤਾਂ ਨੂੰ ਉਹ ਤੁਹਾਡੇ ਸਾਹਮਣੇ ਖੋਲਣਗੇ। ਤੇ ਆਓ ਦੋਸਤੋ, ਅਸੀਂ ਗੱਲਬਾਤ ਦਾ ਸਿਲਸਿਲਾ ਤੋੜਦੇ ਹਾਂ ਉਹਨਾਂ ਦੇ ਨਾਲ। ਸਰਦਾਰ ਕੰਵਰਦੀਪ ਸਿੰਘ ਜੀ, ਤੁਹਾਡਾ ਏਵਨ ਪੰਜਾਬੀ ਦੇ ਇਸ ਪਵਿੱਤਰ ਵੇੜੇ ਵਿੱਚ ਜੀ ਆਇਆਂ ਨੂੰ ਤੇ ਫਤਿਹ ਅਰਜ਼ ਕਰਦੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਤੁਹਾਨੂੰ ਦੱਸ ਦਈਏ ਪ੍ਰੋਗਰਾਮ ਇਤਿਹਾਸ ਦੀ ਤਹਿ ਤੱਕ ਗੁਰੂ ਨਾਨਕ ਸਾਹਿਬ ਤੋਂ ਲੈ ਕੇ 10 ਪਾਤਸ਼ਾਹੀਆਂ ਦੀ ਜੋਤ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੱਕ ਕਿਹੜੇ ਕਿਹੜੇ ਗੁਰੂ ਸਾਹਿਬ ਨੇ ਕੀ ਸੰਸਥਾ ਦਾ ਆਰੰਭ ਕੀਤਾ, ਕਿਹੜੀ ਪਰੰਪਰਾ ਕਿਸ ਸਮੇਂ ਚਲਾਈ ਗਈ ਅਤੇ ਕਿਵੇਂ ਸਾਡੀ ਕੌਮ ਦੇ ਵਿੱਚ ਕੁਰਬਾਨੀਆਂ ਨੇ ਸਿਖਰ ਦੇ ਨਾਲ ਇਸ ਮਹਿਲ ਨੂੰ ਸੰਪੂਰਨ ਕੀਤਾ। ਇਸ ਪੂਰੇ ਇਤਿਹਾਸ ਤੇ ਆਪਾਂ ਜ਼ਰੂਰ ਗੱਲਬਾਤ ਕਰਾਂਗੇ। ਤੇ ਆਓ ਗੱਲਬਾਤ ਦਾ ਸਿਲਸਿਲਾ ਅੱਗੇ ਤੋੜਦੇ ਹਾਂ। ਸਰਦਾਰ ਕੰਵਰਦੀਪ ਸਿੰਘ ਜੀ, ਜੇਕਰ ਇਤਿਹਾਸ ਦੀ ਤਹਿ ਤੱਕ ਜਾਣਾ ਹੋਵੇ, ਇਤਿਹਾਸ ਸੰਬੰਧੀ ਗੱਲਾਂ ਕਰਨੀਆਂ ਹੋਣ, ਇਹ ਕਿਹਾ ਜਾਂਦਾ ਹੈ ਜੇਕਰ ਆਪਾਂ ਸਿੱਖ ਧਰਮ ਦੇ ਬਾਬਤ ਇੱਥੇ ਜੁੜ ਬੈਠੇ ਹਾਂ, ਗੁਰੂ ਨਾਨਕ ਸਾਹਿਬ ਨੇ ਸਿੱਖ ਧਰਮ ਦੀ ਆਰੰਭਤਾ ਕੀਤੀ। ਸਿੱਖਾਂ ਦੇ ਪਹਿਲੇ ਗੁਰੂ ਗੁਰੂ ਨਾਨਕ ਸਾਹਿਬ। ਸ਼ਬਦ ਗੁਰੂ ਆਇਆ, ਤੁਹਾਡੀ ਨਜ਼ਰਾਂ ਦੇ ਵਿੱਚ, ਤੁਹਾਡੇ ਸ਼ਬਦਾਂ ਦੇ ਵਿੱਚ ਗੁਰੂ ਕਿਸ ਨੂੰ ਕਿਹਾ ਜਾਂਦਾ ਹੈ? ਹਨੂਮੰਤ ਸਿੰਘ ਜੀ, ਗੁਰੂ ਦੇ ਜੋ ਅਰਥ ਬਣਦੇ ਨੇ ਉਹ ਤਾਂ ਮੇਨ ਸ਼ਬਦੀ ਅਰਥ ਇਹੀ ਨੇ ਕਿ ਆਪਾਂ ਹਨੇਰੇ ਤੋਂ ਰੌਸ਼ਨੀ ਵੱਲ ਜੋ ਲੈ ਕੇ ਜਾਂਦਾ ਉਹਨੂੰ ਅਸੀਂ ਗੁਰੂ ਕਹਿੰਦੇ ਹਾਂ ਜੀ। ਇਹ ਤਾਂ ਇੱਕ ਵਿਦਵਾਨਾਂ ਵਾਲੀਆਂ ਗੱਲਾਂ ਹੋ ਗਈਆਂ ਕਿ ਵਿਦਵਾਨਾਂ ਨੇ ਕੀ ਲਫ਼ਜ਼ ਕੱਢੇ ਨੇ ਜੀ। ਅਸਲ 'ਚ ਮੇਨ ਗੱਲ ਇਹ ਹੈ ਕਿ ਗੁਰੂ ਕਹਿੰਦੇ ਕਿਹਨੂੰ ਨੇ ਜੀ, ਗੁਰੂ ਦੇ ਫਰਜ਼ ਕੀ ਨੇ, ਗੁਰੂ ਬਣਦਾ ਕਿਵੇਂ ਹੈ। ਇਹ ਬੜੀ ਡੂੰਘੀ ਫਿਲਾਸਫੀ ਹੈ, ਕਿਉਂਕਿ ਹਰ ਬੰਦੇ ਨੂੰ ਲੋੜ ਹੈ ਇੱਕ ਮਾਰਗਦਰਸ਼ਕ ਦੀ, ਇੱਕ ਆਪਣੇ ਰਹਿਬਰ ਦੀ, ਇੱਕ ਗੁਰੂ ਦੀ, ਜਿਹੜਾ ਉਹਨੂੰ ਸਹੀ ਰਾਹ ਤੇ ਪਾ ਸਕੇ ਜੀ। ਹੁਣ ਗੁਰਬਾਣੀ 'ਚ ਲਿਖਿਆ ਵੀ ਗੁਰੂ ਜਿਨ੍ਹਾਂ ਕਾ ਅੰਧਲਾ ਸਿੱਖ ਵੀ ਅੰਧੇ ਕਰਮ ਕਰੇ। ਜੇ ਗੁਰੂ ਇਹ ਸਹੀ ਨਹੀਂ, ਗੁਰੂ ਪੂਰਾ ਨਹੀਂ, ਤਾਂ ਆਪਾਂ ਕਿਵੇਂ ਅੰਦਾਜ਼ਾ ਲਾ ਸਕਦੇ ਹਾਂ ਕਿ ਉਹਦੇ ਚੇਲੇ ਜਾਂ ਉਹਦੇ ਸਿੱਖ ਸਹੀ ਪਾਸੇ ਤੁਰਨਗੇ। ਸੋ ਸਭ ਤੋਂ ਪਹਿਲਾਂ ਤਾਂ ਗੱਲ ਇਹ ਦੇਖਣੀ ਹੈ ਵੀ ਆਮ ਬੰਦੇ 'ਚ ਦੇਖੋ ਇੰਨੀ ਸਮਰੱਥਾ ਨਹੀਂ ਕਿ ਉਹ ਗੁਰੂ ਦੀ ਪਰਖ ਕਰ ਸਕੇ ਵੀ ਠੀਕ ਹੈ ਕਿ ਗਲਤ ਹੈ, ਕਿਉਂਕਿ ਪਰਖ ਕਰਨ ਲਈ ਉਹ ਤੋਂ ਉੱਪਰ ਹੋਣਾ ਪੈਣਾ ਜੀ। ਇਸ ਲਈ ਕੁਛ ਕੁ ਚੀਜ਼ਾਂ ਨੇ, ਜਿੰਨੀ ਕੁ ਸਾਡੀ ਸਮਝ ਹੈ, ਜੋ ਸੋਚ ਹੈ, ਉਹਦੇ ਮੁਤਾਬਕ ਮੈਂ ਤੁਹਾਨੂੰ ਗੱਲ ਕਰਨ ਲੱਗਿਆ। ਗੁਰੂ ਉਹ ਹੈ ਜਿਹੜਾ ਦੂਜੇ ਦੇ ਦਰਦ ਨੂੰ, ਦੂਜੇ ਦੀ ਤਕਲੀਫ ਨੂੰ ਆਪਣੀ ਤਕਲੀਫ ਸਮਝਦਾ ਹੈ, ਆਪਣੇ ਨਿੱਜ ਤੋਂ ਉੱਠ ਕੇ ਉਹ ਗੱਲਬਾਤ ਕਰਦਾ ਹੈ। ਨਿਗਾਹ ਮਾਰੀਏ ਆਪਾਂ ਸਿੱਖ ਇਤਿਹਾਸ ਵੱਲ ਕਿ ਗੁਰੂ ਸਾਹਿਬਾਨਾਂ ਦੇ ਵਿੱਚ 10 ਗੁਰੂਆਂ ਦਾ ਆਪਾਂ ਜੀਵਨ ਜਦੋਂ ਦੇਖਦੇ ਹਾਂ, ਨਿੱਜ ਲਈ ਉਹਨਾਂ ਨੇ ਕੁਝ ਵੀ ਨਹੀਂ ਕੀਤਾ। ਕੋਈ ਇੱਕ ਵੀ ਘਟਨਾ ਤੁਸੀਂ ਇਹੋ ਜਿਹੀ ਮੈਨੂੰ ਦਿਖਾ ਦਿਓ ਇਤਿਹਾਸ ਦੇ ਵਿੱਚੋਂ ਜਿਹਦੇ ਵਿੱਚ ਗੁਰੂ ਨੇ ਆਪਦੇ ਲਈ ਕੁਝ ਕੀਤਾ ਹੋਵੇ। ਸਾਨੂੰ ਦੇਖਣ ਨੂੰ ਲੱਗਦਾ ਹੈ ਵੀ ਗੁਰਗੱਦੀ ਚਲਾਈ ਉਹਨਾਂ ਨੇ, ਗੁਰਗੱਦੀ ਦੇ ਵਿੱਚ ਪਤਾ ਨਹੀਂ ਕੀ ਐਸ਼ ਕਰਦੇ ਸੀ ਗੁਰੂ ਸਾਹਿਬ। ਉਸ ਵੇਲੇ ਦੀ ਗੁਰਗੱਦੀ ਤੇ ਬੈਠਣ ਦਾ ਮਤਲਬ ਸੀ ਤੱਤੀ ਤਵੀ ਤੇ ਬਹਿਣਾ। ਅੱਜ ਦੀ ਗੱਦੀ ਔਰ ਉਦੋਂ ਦੀ ਗੱਦੀ 'ਚ ਜ਼ਮੀਨ ਅਸਮਾਨ ਦਾ ਫਰਕ ਹੈ। ਅੱਜ ਦੇ ਜਿਹੜੇ ਗੁਰੂ ਨੇ ਉਹ ਐਸ਼ੋ ਆਰਾਮ ਕਰਨ ਲਈ, ਪੂਜਾ ਕਰਾਉਣ ਲਈ, ਵੱਡੇ ਵੱਡੇ ਡੇਰੇ ਉਸਾਰਨ ਲਈ, ਵੱਡੀਆਂ ਵੱਡੀਆਂ ਸੰਗਤਾਂ ਦੇ ਵਗ ਚਲਾਉਣ ਲਈ, ਔਰ ਦੂਜਾ ਰਾਜਨੀਤਿਕ ਲੋਕਾਂ ਨਾਲ ਸਾਂਝ ਪਾਉਣ ਦੇ ਲਈ ਅੱਜ ਗੱਦੀਆਂ ਚਲਾਈਆਂ ਜਾਂਦੀਆਂ ਨੇ। ਉਸ ਵੇਲੇ
ਰਾਜਨੀਤਿਕ ਲੋਕਾਂ ਨਾਲ ਟੱਕਰ ਲੈਣ ਦੇ ਲਈ ਇਹ ਕਾਰਜ ਆਰੰਭੇ ਗਏ ਸੀ। ਜੀ ਜ਼ੁਲਮ ਕਰਨ ਵਾਲਿਆਂ ਨੂੰ ਰੋਕਣ ਲਈ ਗੱਦੀ ਸੀ, ਜ਼ੁਲਮ ਦਾ ਖਾਤਮਾ ਕਰਨ ਲਈ ਗੱਦੀ ਸੀ, ਨਿਆਸਰਿਆਂ ਦਾ ਆਸਰਾ ਸੀ ਇਹ ਗੱਦੀ, ਨਿਓਟਿਆਂ ਦੀ ਓਟ ਸੀ ਗੱਦੀ, ਨਿਬਲਿਆਂ ਦਾ ਬਲ ਸੀ ਇਹ ਗੱਦੀ। ਜਿਹੜਾ ਵੀ ਚੱਲ ਕੇ ਆ ਗਿਆ, ਸਿੱਖ ਨਹੀਂ ਕੋਈ ਚੱਲ ਕੇ ਆ ਗਿਆ, ਚਾਹੇ ਹਿੰਦੂ ਹੈ ਚਾਹੇ ਮੁਸਲਮਾਨ ਹੈ। ਮੁਸਲਮਾਨ ਵੀ ਬਹੁਤ ਆਏ ਨੇ, ਮੈਂ ਤਾਂ ਇੱਥੇ ਦੱਸ ਰਿਹਾ ਕਿਉਂਕਿ ਹਿੰਦੂਆਂ ਬਾਰੇ ਤਾਂ ਸਭ ਨੂੰ ਪਤਾ ਹੈ। ਮੁਸਲਮਾਨ ਜੋ ਔਰੰਗਜ਼ੇਬ ਨੇ ਵੀ ਆਪਣੀ ਫੌਜ ਦੇ ਵਿੱਚੋਂ ਕੱਢ ਦਿੱਤੇ ਸੀ ਜਰਨੈਲ, ਹਜ਼ੂਰ ਨੇ ਉਹਨਾਂ ਨੂੰ ਵੀ ਪਨਾਹ ਦਿੱਤੀ। ਪੀਰ ਬੁੱਧੂ ਸ਼ਾਹ ਵਰਗੇ ਐਵੇਂ ਨਹੀਂ ਮੁਰੀਦ ਹੋ ਗਏ ਸੀ, ਕੁਛ ਦੇਖ ਕੇ ਹੋਏ ਸੀ। ਸੋ ਕਹਿਣ ਦਾ ਮੇਰਾ ਭਾਵ ਹੈ, ਗੁਰੂ ਉਹ ਆਪਾਂ ਪਰਤ ਦਰ ਪਰਤ ਅੱਗੇ ਗੱਲਾਂ ਕਰਾਂਗੇ ਜਿਹੜਾ ਜ਼ੁਲਮ ਦੇ ਖਿਲਾਫ ਖੜਦਾ ਹੈ। ਜੀ ਉਹਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਕਿ ਮਹਾਰਾਜ ਸਾਨੂੰ ਆਹ ਦੁੱਖ ਹੈ, ਇਹਨੂੰ ਦੂਰ ਕਰੋ। ਜੀ ਗੁਰੂ ਆਪ ਦੇਖਦਾ ਲੋਕਾਂ ਨੂੰ ਦੁੱਖ ਕੀ ਹੈ ਔਰ ਆਵਾਜ਼ ਬੁਲੰਦ ਕਰਦਾ। ਮੈਂ ਇੱਥੇ ਇੱਕ ਛੋਟੀ ਜਿਹੀ ਸਾਂਝ ਕਰੂੰਗਾ। ਜੀ ਇੱਕ ਸ਼ਾਇਰ ਨੇ ਬੜਾ ਖੂਬਸੂਰਤ ਲਿਖਿਆ, ਕਹਿੰਦਾ ਉਹ ਨਕਲੀ ਗੁਰੂ ਉਹ ਸਮੇਂ ਦਿਓ, ਕੁਝ ਹਿਰਦਾ ਆਪਣਾ ਵੱਲ ਕਰੋ। ਇੱਕ ਆਪਣੇ ਹਲਵੇ ਮੰਡੇ ਲਈ ਨਾ ਲੋਕਾਂ ਨਾਲ ਵੱਲ ਛੱਲ ਕਰੋ। ਕੀ ਬਾਤ। ਕੋਈ ਦੇਸ਼ ਦਾ ਮਸਲਾ ਹੱਲ ਕਰੋ, ਕੋਈ ਦੇਸ਼ ਦਾ ਮਸਲਾ ਹੱਲ ਕਰੋ, ਭਾਵੇਂ ਅੱਜ ਕਰੋ ਤੇ ਭਾਵੇਂ ਕੱਲ ਕਰੋ। ਜੇ ਗੁਰਗੱਦੀ ਤੇ ਬਹਿਣਾ ਹੈ ਤਾਂ ਲਾਲ ਤਵੀ ਨਾਲ ਗੱਲ ਕਰੋ। ਜੀ ਕੀ ਬਾਤ, ਬਿਲਕੁਲ। ਗੱਦੀ ਦੀ ਕੀਮਤ ਪੁੱਛ ਵੇਖੋ ਉਹਨਾਂ ਰੱਤ ਭੇਜੀਆਂ ਤਲਵਾਰਾਂ ਤੋਂ, ਸਰਹੰਦ ਤੋਂ ਪੁੱਛੋ ਜਾਂ ਪੁੱਛੋ ਚਮਕੌਰ ਦੀਆਂ ਦੀਵਾਰਾਂ ਤੋਂ। ਉਹ ਨਕਲੀ ਗੁਰੂ ਚੁੱਪ ਕਰੋ, ਕਿਉਂ ਸ਼ੋਰ ਮਚਾਈ ਫਿਰਦੇ ਹੋ, ਪਾਪਾਰੂ ਪੈਰੀ ਪਊਏ ਲੋਕਾਂ ਨੂੰ ਧੋਖੇ ਵਿੱਚ ਪਾਉਂਦੇ ਫਿਰਦੇ। ਸੋ ਗੱਲ ਕੀ ਸੀ, ਗੱਦੀ ਤੇ ਬਹਿਣ ਦਾ ਜੋ ਮੀਨਿੰਗ ਸੀ ਉਹ ਬਹੁਤ ਵੱਡੀ ਜ਼ਿੰਮੇਵਾਰੀ, ਐਡੀ ਵੱਡੀ ਜ਼ਿੰਮੇਵਾਰੀ ਕਿ ਇਸ ਦੇ ਵਿੱਚ ਪਰਿਵਾਰ ਵੀ ਜਾ ਸਕਦਾ, ਆਪਣੀ ਜਾਨ ਤਾਂ ਆਪਣੀ ਹੈ ਹੀ ਕੋਈ। ਬਿਲਕੁਲ। ਸੋ ਮੇਨ ਗੱਲ ਹੈ, ਗੁਰੂ ਉਹ ਹੈ ਜਿਹੜਾ ਲੋਕਾਂ ਦੀ ਦੁੱਖ, ਅੱਜ ਦੇ ਗੁਰੂਆਂ ਦੇਖ ਲਓ, ਹੁਣ ਦਰਬਾਰ ਸਾਹਿਬ ਤੇ ਅਟੈਕ ਹੋਇਆ ਸੀ 84 ਦਾ, ਗੁਰੂ ਤਾਂ ਅੱਜ ਵੀ ਬਹੁਤ ਨੇ। ਕਿਸੇ ਵੀ ਗੁਰੂ ਨੇ ਹਾਂ ਦਾ ਨਾਰਾ ਮਾਰਿਆ ਕਿ ਉਹਨਾਂ ਨੂੰ ਕਹਿਣਾ ਪੈਣਾ ਸੀ ਸਿੱਖਾਂ ਨੂੰ ਜਾ ਕੇ ਵੀ ਤੁਸੀਂ ਆ ਜ਼ੁਲਮ ਦੇ ਖਿਲਾਫ ਬੋਲੋ ਜੀ। ਨਰਸੰਹਾਰ ਦਿੱਲੀ ਦੇ ਵਿੱਚ ਹੋਇਆ, ਕੋਈ ਵੀ ਜੋ ਅਖੌਤੀ ਗੁਰੂ ਕਹਾਉਂਦਾ ਖਿਲਾਫ ਨਹੀਂ ਬੋਲਿਆ। ਬਾਬਰੀ ਮਸਜਿਦ ਦੀ ਅਟੈਕ ਹੋਇਆ, ਕੋਈ ਨਹੀਂ ਬੋਲਿਆ। ਘੱਟ ਗਿਣਤੀਆਂ ਤੇ ਜਾਂ ਵੱਧ ਗਿਣਤੀਆਂ ਤੇ ਕਿਤੇ ਵੀ ਜ਼ੁਲਮ ਹੋ ਰਿਹਾ, ਇਕੱਲਾ ਇਹ ਨਹੀਂ, ਇਹ ਵੀ ਛੱਡੋ, ਭ੍ਰਿਸ਼ਟਾਚਾਰ ਦੇ ਖਿਲਾਫ ਕਦੇ ਕਿਸੇ ਗੁਰੂ ਨੇ ਆਵਾਜ਼ ਬੁਲੰਦ ਕੀਤੀ? ਪਰਿਵਾਰਵਾਦ ਦੇ ਖਿਲਾਫ ਕਿਸੇ ਨੇ ਕੋਈ ਗੱਲ ਕੀਤੀ? ਨਹੀਂ। ਕਿਉਂ? ਕਿਉਂਕਿ ਉਹਨਾਂ ਨੇ ਸਿਰਫ ਆਪਣੀ ਗੱਦੀ ਚਲਾਉਣੀ ਹੈ। ਉਹਦਾ ਮਕਸਦ ਲੋਕਾਂ ਦੀ ਰਹਿਨੁਮਾਈ ਕਰਨਾ ਨਹੀਂ, ਲੋਕਾਂ ਨੂੰ ਆਪਣੇ ਅੰਡਰ ਕਰਕੇ ਉਹਨਾਂ ਦਾ ਸ਼ੋਸ਼ਣ ਕਰਨਾ। ਜੀ ਬਿਲਕੁਲ। ਭਾਈ ਕਵਰਦੀਪ ਸਿੰਘ, ਤੁਸੀਂ ਬੜੇ ਸੋਹਣੇ ਢੰਗ ਦੇ ਨਾਲ ਗੁਰੂ ਦੀ ਪਰਿਭਾਸ਼ਾ, ਗੁਰੂ ਦੀ ਡੈਫੀਨੇਸ਼ਨ ਕੀ ਹੈ ਸਾਡੇ ਸਾਹਮਣੇ ਰੱਖੀ। ਮੈਂ ਤੁਹਾਨੂੰ ਇੱਥੇ ਪੁੱਛਣਾ ਚਾਹੁੰਦਾ, ਆਪਾਂ ਸਿੱਖ ਧਰਮ ਦੀ ਜੇਕਰ ਗੱਲ ਕਰੀਏ, ਗੁਰੂ ਨਾਨਕ ਸਾਹਿਬ ਨੇ ਇਹ ਕਿਹਾ ਜਾ ਰਿਹਾ, ਪੜ੍ਹਾਇਆ ਜਾ ਰਿਹਾ, ਸੁਣਿਆ ਵੀ ਜਾ ਰਿਹਾ, ਹੈ ਵੀ ਸੱਚ ਕਿ ਸਿੱਖ ਧਰਮ ਦੀ ਆਰੰਭਤਾ ਗੁਰੂ ਨਾਨਕ ਸਾਹਿਬ ਤੋਂ ਹੋਈ। ਗੁਰੂ ਨਾਨਕ ਸਾਹਿਬ ਨੇ ਧਰਮ ਦੀ ਆਰੰਭਤਾ ਕੀਤੀ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਸਾਨੂੰ ਇਤਿਹਾਸਕ ਹਵਾਲਿਆਂ ਤੋਂ ਬਾਖੂਬੀ ਢੰਗ ਦੇ ਨਾਲ ਪਤਾ ਲੱਗ ਜਾਂਦਾ ਹੈ ਕਿ ਜਿਹੜੀ ਪੰਥ ਦੀ ਆਰੰਭਤਾ ਸੀ ਕਿ ਸਿੱਖ ਪੰਥ ਦੀ, ਗੁਰੂ ਨਾਨਕ ਸਾਹਿਬ ਨੇ ਕੀਤੀ। ਮੈਂ ਤੁਹਾਨੂੰ ਇੱਥੇ ਇੱਕ ਹੋਰ ਇੱਕ ਅਹਿਮ ਸਵਾਲ ਜਿਹੜਾ ਕਿ ਸਾਡੇ ਦਰਸ਼ਕ ਵੀ ਕਰਦੇ ਨੇ, ਕਿ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਧਰਮ ਨਹੀਂ ਸਨ? ਜੇਕਰ ਪਹਿਲਾਂ ਵੀ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਧਰਮ ਸਨ, ਫਿਰ ਗੁਰੂ ਨਾਨਕ ਸਾਹਿਬ ਨੂੰ ਨਵਾਂ ਧਰਮ ਪ੍ਰਚਲਿਤ ਕਰਨ ਦੀ ਲੋੜ ਕਿਉਂ ਪਈ? ਹਾਂਜੀ ਹਨੂਮੰਤ ਜੀ, ਬਹੁਤ ਹੀ ਤੁਹਾਡਾ ਇੰਪੋਰਟੈਂਟ ਕੁਐਸਚਨ ਹੈ, ਔਰ ਇਹ ਸਮਝ ਲਓ ਕਿ ਹਰ ਕਿਸ ਦਾ ਕੁਐਸਚਨ ਹੈ, ਤੁਹਾਡਾ ਨਹੀਂ ਹੈ। ਧਰਮ ਸੀਗੇ, ਬਹੁਤ ਧਰਮ ਸੀ, ਔਰ ਹਿੰਦੁਸਤਾਨ ਦੇ ਵਿੱਚ ਤਾਂ ਇੰਨੇ ਕੁ ਧਰਮ ਸੀ ਕਿ ਹਰ ਬੰਦੇ ਦਾ ਆਪਣਾ ਧਰਮ ਸੀ। ਉਹਨਾਂ ਧਰਮਾਂ ਦੇ ਵਿੱਚ ਬਹੁਤ ਵੱਡੀ ਗਿਰਾਵਟ ਆ ਚੁੱਕੀ ਸੀ। ਇੱਥੇ ਜੋ ਬਾਦਸ਼ਾਹ ਸੀ, ਕਿਉਂਕਿ ਕਈ ਗ੍ਰੰਥਾਂ ਨੇ ਤਾਂ ਇੱਥੋਂ ਤੱਕ ਲਿਖਤਾ, ਕੋ ਨਿਰਪ ਹੋਏ ਹਮ ਹੀ ਕਹਾਣੀ, ਕਿ ਰਾਜਾ ਕੋਈ ਹੋਵੇ ਉਹੀ ਪੂਜਣ ਸਾਡੇ ਲਈ ਸਤਿਕਾਰਯੋਗ ਆ, ਭਾਵੇਂ ਉਹ ਜ਼ੁਲਮ ਕਰਨ ਵਾਲਾ ਹੋਵੇ ਭਾਵੇਂ ਨਿਆਂ ਕਰਨ ਹੋਵੇ, ਇੱਕੋ ਬਰਾਬਰ ਕਰਤਾ। ਰਾਜੇ ਨੂੰ ਰੱਬ ਮੰਨ ਲਿਆ ਗਿਆ ਇੱਥੇ ਜੀ। ਦੂਜੇ ਧਾਰਮਿਕ ਲੋਕ, ਧਾਰਮਿਕ ਜਿਹੜੇ ਮੁਖੀ ਸੀ, ਜਿਨ੍ਹਾਂ ਨੇ ਲੋਕਾਂ ਨੂੰ ਜਾਗਰਤ ਕਰਨਾ ਸੀ, ਜਿਨ੍ਹਾਂ ਨੇ ਲੋਕਾਂ ਨੂੰ ਦੱਸਣਾ ਸੀ ਆਹ ਗਲਤ ਹੈ ਆਹ ਸਹੀ ਹੈ, ਉਹ ਕਾਜੀ ਕੂੜ ਬੋਲ ਮਲ ਖਾਏ, ਬਾਹਮਣ ਨਾਵੇਂ ਜੀਆਂ ਘਾਏ, ਜੋਗੀ ਜੁਗਤ ਨਾ ਜਾਣੇ ਅੰਧ, ਤੀਨੇ ਉਜਾੜੇ ਕਾ ਬੰਦ। ਤਿੰਨ ਮੇਨ ਫਿਰਕੇ ਸੀ ਜੀ, ਪੰਡਤ, ਜੋਗੀ ਔਰ ਕਾਜੀ। ਇਹਨਾਂ ਨੇ ਤਿੰਨਾਂ ਨੇ ਲੋਕਾਂ ਦੇ ਨਾਲ ਖੜਨਾ ਸੀ, ਪਰ ਇਹ ਤਿੰਨੇ ਕੁਰਾਹੇ ਪੈ ਗਏ, ਨਿਜਲੇ ਜਿਉਣ ਲੱਗ ਪਏ ਜੀ। ਰਾਜੇ ਆਪਣਾ ਫਰਜ਼ ਭੁੱਲ ਕੇ ਰਾਜੇ ਸ਼ੀ ਮੁਕੱਦਮ ਕੁੱਤੇ ਬਣ ਗਏ, ਉਹ ਖੂਨ ਪੀਣ ਲੱਗੇ ਲੋਕਾਂ ਦਾ। ਜ਼ੁਲਮ ਦੀ ਇੰਤਹਾ ਇਹ ਹੋ ਗਈ ਕਿ ਆਮ ਲੋਕ ਇੱਕ ਵਸਤੂ ਬਣ ਕੇ ਰਹਿ ਗਏ, ਜਿਹੜਾ ਤਕੜਾ ਆ ਗਿਆ ਉਹਨੂੰ ਮਾਰ ਦਿਓ, ਖਤਮ ਕਰ ਦਿਓ, ਕੋਈ ਸੁਣਵਾਈ ਨਹੀਂ। ਕਿਸੇ ਦਾ ਧੀ ਪੁੱਤ ਖੋਹ ਕੇ ਲੈ ਜਾਓ, ਚਾਹੇ ਉਹਨੂੰ ਕਤਲ ਕਰ ਜਾਓ, ਘਰ ਲੁੱਟ ਕੇ ਲੈ ਜਾਓ, ਕੋਈ ਆਵਾਜ਼ ਕੱਢਣ ਵਾਲਾ ਨਹੀਂ, ਤੁਹਾਡੀ ਕਿਤੇ ਫਰਿਆਦ ਹੀ ਕੋਈ ਨਹੀਂ ਜੀ, ਕੋਈ ਧਾਰਮਿਕ ਗੁਰੂ ਨਹੀਂ। ਸੋ ਇਹੋ ਜਿਹੇ ਹਾਲਾਤਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਇੱਕ ਮਨੁੱਖਤਾ ਨੂੰ ਇਹੋ ਜਿਹਾ ਸੰਦੇਸ਼ ਦਿੱਤਾ ਕਿ ਅਸੀਂ ਆਜ਼ਾਦੀ ਨਾਲ ਜਿਉਣਾ ਹੈ,
ਸਾਡੀ ਜਿਹੜੀ ਜ਼ਿੰਦਗੀ ਹੈ ਕਿਸੇ ਦੀ ਗੁਲਾਮ ਨਹੀਂ ਜੀ। ਅਸੀਂ ਬਰਾਬਰਤਾ ਦਾ ਚਾਹੁੰਦੇ ਹਾਂ। ਅਸੀਂ ਇਹ ਨਹੀਂ ਚਾਹੁੰਦੇ ਕਿ ਅਸੀਂ ਉੱਤੇ ਆਈਏ, ਅਸੀਂ ਚਾਹੁੰਦੇ ਹਾਂ ਸਿਧਾਂਤ ਬਰਾਬਰੀ ਦਾ। ਸੋ ਗੁਰੂ ਨਾਨਕ ਸਾਹਿਬ ਜਦੋਂ ਆਏ ਨੇ, ਉਹਨਾਂ ਨੇ ਦੇਖਿਆ ਹਾਹਾਕਾਰ ਮੱਚੀ ਹੋਈ ਹੈ ਧਰਤੀ ਦੇ ਉੱਤੇ। ਇਹ ਸਮਝ ਲਓ ਵੀ ਤਰਲੋਕੀ ਉਹ ਸੜ ਰਹੀ ਸੀ, ਜਿਹਨੂੰ ਆਪਾਂ ਇਹ ਕਹਿ ਸਕਦੇ ਹਾਂ ਵੀ ਇੰਤਹਾ ਹੋਈ ਪਈ ਸੀ ਜ਼ੁਲਮ ਦੀ। ਤੇ ਗੁਰੂ ਨਾਨਕ ਸਾਹਿਬ ਜਦੋਂ ਆਏ, ਉਹਨਾਂ ਦਾ ਨੇ ਦੁਨੀਆ ਦਾ ਦਰਦ ਆਪਣਾ ਦਰਦ ਬਣਾ ਲਿਆ। ਆਪਣੇ ਪਰਿਵਾਰ ਨੂੰ ਚੰਗੀ ਤਰ੍ਹਾਂ ਉਹਨਾਂ ਨੇ ਸੰਭਾਲਿਆ। ਇਹ ਨਹੀਂ ਕਿ ਪਰਿਵਾਰ ਨੂੰ ਛੱਡ ਕੇ ਚਲੇ ਗਏ, ਆਪਣੀ ਭੈਣ ਨੂੰ ਪੂਰੀ ਜ਼ਿੰਮੇਵਾਰੀ ਦੇ ਕੇ ਗਏ ਪਰਿਵਾਰ ਦੀ। ਤੇ ਚੜਿਆ ਸੋਧਣ ਧਰਤ ਲੁਕਾਈ। ਤੇ ਦੁਨੀਆ ਦਾ ਫਿਰ ਉਹ ਉਧਾਰ ਕਰਨ ਦੇ ਲਈ ਥਾਂ ਥਾਈਂ ਪਹੁੰਚੇ। ਇੱਕ ਹੋਰ ਧਿਆਨ ਦਿਓ, ਗੁਰੂ ਨਾਨਕ ਸਾਹਿਬ ਖਾਸ ਸ਼ਖਸੀਅਤਾਂ ਕੋਲੇ ਗਏ ਨੇ, ਸੱਜਣ ਕੋਲੇ ਗਏ ਜਿਹੜਾ ਕਿ ਗਲਤ ਰਾਹ ਤੇ ਪਿਆ ਹੋਇਆ ਸੀ, ਲੋਕਾਂ ਨੂੰ ਲੁੱਟਣਾ ਮਾਰਨਾ ਉਹਨੇ ਜੀ। ਹਜ਼ੂਰ ਨੇ ਉਹਨੂੰ ਸਹੀ ਰਾਹ ਤੇ ਲਾਇਆ, ਕਿਉਂਕਿ ਉਹਦੇ ਅੰਦਰ ਕੁਝ ਗੁਰੂ ਸਾਹਿਬ ਨੇ ਦੇਖਿਆ ਵੀ ਇਸ ਬੰਦੇ ਅੰਦਰ ਸਪਿਰਿਟ ਹੈ, ਜ਼ਰੂਰਤ ਹੈ ਇਹਦੇ ਅੰਦਰ ਕੁਝ ਕਰਨ ਦੀ, ਪਰ ਕਰ ਰਿਹਾ ਗਲਤ ਹੈ। ਹਜ਼ੂਰ ਨੇ ਉਹਨੂੰ ਮੋਲਡ ਕਰਤਾ, ਚੰਗੇ ਪਾਸੇ ਲਾਤਾ। ਉਹੀ એનર્ਜੀ ਜਿਹੜੀ ਉਹ ਲੋਕਾਂ ਨੂੰ ਖਤਮ ਕਰਨ ਦੇ ਲਈ ਲੱਗੀ ਹੋਈ ਸੀ, ਉਹ ਲੋਕਾਂ ਦੇ ਭਲਾ ਕਰਨ ਵਾਲੇ ਪਾਸੇ ਲਾ ਦਿੱਤੀ। ਕੌਡਾ ਜੀ, ਉਹ ਸਤਾਇਆ ਹੋਇਆ ਸੀ ਲੋਕਾਂ ਦਾ। ਉਹ ਇੱਕ ਨੀਵੀਂ ਜਾਤ ਦਾ ਸੀ ਤੇ ਉਹ ਤੰਗ ਆਇਆ ਹੋਇਆ ਸੀ ਉੱਚੀਆਂ ਜਾਤਾਂ ਦੇ ਜ਼ੁਲਮ ਤੋਂ। ਉਹਨੇ ਕੀ ਕੀਤਾ ਕਿ ਲੋਕਾਂ ਨੂੰ ਮਾਰਨਾ ਸ਼ੁਰੂ ਕਰਤਾ, ਉੱਚੀ ਜਾਤ ਵਾਲਿਆਂ ਨੂੰ ਖਾਸ ਕਰਕੇ। ਹਜ਼ੂਰ ਨੂੰ ਪਤਾ ਸੀ ਕਿ ਇਹਦੇ ਅੰਦਰ ਗੁੱਸਾ ਹੈ, ਜ਼ਵਾਲਾ ਭੜਕੀ ਹੋਈ ਹੈ। ਮੇਰੇ ਹਜ਼ੂਰ ਉਹਦੇ ਕੋਲ ਗਏ, ਉਹਨੂੰ ਦੱਸਿਆ ਜਾ ਕੇ ਕੰਮ ਮੈਂ ਵੀ ਤੇਰੇ ਵਾਲੀ ਕਰ ਰਿਹਾ, ਮੈਂ ਵੀ ਨੀਵਿਆਂ ਦੇ ਨਾਲ ਖੜਾ, ਪਰ ਮੈਂ ਉੱਚਿਆਂ ਨੂੰ ਮਾਰ ਨਹੀਂ ਰਿਹਾ। ਉਹਨਾਂ ਦੇ ਅੰਦਰ ਜੋ ਹੰਕਾਰ ਹੈ ਉੱਚੇਪਣੇ ਦਾ, ਮੈਂ ਉਹਨੂੰ ਮਾਰ ਰਿਹਾ। ਆਜਾ ਮਿਲ ਕੇ ਕੰਮ ਕਰੀਏ ਜੀ। ਉਹ ਇਹੋ ਜਿਹਾ ਯੋਧਾ ਜਿਹਦੇ ਅੰਦਰ ਜੁਰਤ ਸੀ, ਦਲੇਰੀ ਸੀ, ਕੁਝ ਵੀ ਕਰ ਸਕਦਾ ਸੀ, ਉਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪੈਰੋਕਾਰ ਬਣ ਕੇ ਆ ਗਿਆ। ਇਹ ਥੋੜਾ ਜਿਹਾ ਮੈਂ ਤੁਹਾਨੂੰ ਇੱਥੇ ਰੁਕਣਾ ਚਾਹਾਂਗਾ ਕਬਰਦੀਪ ਸਿੰਘ ਜੀ। ਇਹ ਆਪਾਂ ਗੁਰੂ ਤੋਂ ਸਟਾਰਟਿੰਗ ਕੀਤੀ ਸੀਗੀ, ਗੁਰੂ ਜਿਹਨੂੰ ਹਨੇਰੇ ਚੋਂ ਕੱਢ ਕੇ ਚਾਨਣ ਤੱਕ ਲੈ ਕੇ ਜਾਵੇ। ਅੱਜ ਸਾਡੇ ਦਰਸ਼ਕਾਂ ਦਾ ਸਵਾਲ ਵੀ ਹੈ, ਗੁਰੂ ਨਾਨਕ ਸਾਹਿਬ ਦਾ ਗੁਰੂ ਕੌਣ ਸੀਗਾ? ਕਿਉਂਕਿ ਕੋਈ ਨਾ ਕੋਈ ਗੁਰੂ ਧਾਰਨ ਕਰਨਾ ਪੈਂਦਾ ਜ਼ਿੰਦਗੀ ਦੇ ਵਿੱਚ, ਤਾਂ ਹੀ ਕਿਤੇ ਅੱਗੇ ਜਾ ਕੇ ਅਸੀਂ ਕੁਝ ਸਿੱਖਿਆ ਗ੍ਰਹਿਣ ਕਰਕੇ ਇਹ ਦੂਜਿਆਂ ਤੱਕ ਸੰਦੇਸ਼ ਪਹੁੰਚਾਉਂਦੇ ਹਾਂ। ਬੜਾ ਵੱਡਾ ਇੱਕ ਸਾਡੇ ਪਬਲਿਕ ਦਾ, ਸਾਡੀ ਸਿੱਖ ਸੰਗਤ ਦਾ ਸਵਾਲ ਹੈ। ਦੁਨਿਆਵੀ ਤੌਰ ਤੇ ਸਾਨੂੰ ਇਤਿਹਾਸ ਦੀ ਜਦੋਂ ਅਸੀਂ ਤਹਿ ਖੋਲ੍ਹਦੇ ਹਾਂ, ਅੱਜ ਪ੍ਰੋਗਰਾਮ ਵੀ ਆਪਾਂ ਇਹੀ ਕਰ ਰਹੇ ਹਾਂ ਇਤਿਹਾਸ ਦੀ ਤਹਿ ਤੱਕ, ਮੈਂ ਚਾਹਾਂਗਾ ਤੁਸੀਂ ਉਹ ਵੀ ਜ਼ਰੂਰ ਦੱਸੋ ਕਿਹੜੀ ਉਹ ਇਤਿਹਾਸ ਦੀ ਤਹਿ ਜਿਹੜੀ ਅੱਜ ਛੁਪੀ ਪਈ ਹੈ, ਜੰਮੀ ਪਈ ਹੈ ਤਹਿ, ਤੇ ਉਹ ਤੋਂ ਥੋੜੀ ਜਿਹੀ ਧੂੜ ਹਟਾਓ। ਗੁਰੂ ਨਾਨਕ ਸਾਹਿਬ ਜੀ ਦੇ ਗੁਰੂ ਸੀਗੇ ਜੋ ਅਕਾਲ ਪੁਰਖ ਵਾਹਿਗੁਰੂ ਜੀ ਸੀਗੇ ਜੀ। ਕਿਉਂਕਿ ਜੇ ਆਪਾਂ ਪਿੱਛੇ ਦੀ ਪਿੱਛੇ ਚਲੇ ਜਾਈਏ, ਐਂਡ ਫੇਰ ਵੀ ਕਿਤੇ ਨਾ ਕਿਤੇ ਕਰਨਾ ਪਊਗਾ ਕਿ ਗੁਰੂ ਨਾਨਕ ਸਾਹਿਬ ਤੋਂ ਜੇ ਉਹਨਾਂ ਦਾ ਗੁਰੂ ਮੰਨਿਆ ਜਾਵੇ ਕਿਸੇ ਨੂੰ, ਫਿਰ ਉਹਨਾਂ ਦਾ ਗੁਰੂ ਮੰਨਿਆ ਜਾਵੇ, ਫਿਰ ਉਹ ਅਖੀਰ ਨੂੰ ਤਾਂ ਸ਼ੁਰੂਆਤ ਕਿਤੋਂ ਹੋਣੀ ਹੋਵੇ ਨਾ ਜੀ। ਬਿਲਕੁਲ, ਇੱਕ ਤੋਂ ਹੀ। ਉਹ ਗੁਰੂ ਨਾਨਕ ਸਾਹਿਬ ਸੀਗੇ ਜਿਹੜੇ ਰੱਬੀ ਦਾਤਾਂ ਲੈ ਕੇ ਆਏ ਸੀ, ਵਰੋਸ ਆਏ ਸੀ। ਉਹਨਾਂ ਅੰਦਰ ਗਿਆਨ ਦਾ ਅਥਾਹ ਭੰਡਾਰ ਸੀ ਜੀ। ਇਸ ਲਈ ਉਹ ਸਾਡੇ ਪਹਿਲੇ ਰਹਿਬਰ ਨੇ। ਉਹਨਾਂ ਦਾ ਗੁਰੂ ਗੁਰਬਾਣੀ ਸੀ। ਉਹਨਾਂ ਨੇ ਆਪ ਜਦੋਂ ਸਿੱਧਾ ਨੇ ਉਹਨਾਂ ਨੂੰ ਕੁਐਸਚਨ ਕੀਤਾ ਸੀ, ਕਿਉਂਕਿ ਜਵਾਬ ਮੇਰਾ ਨਹੀਂ, ਖੁਦ ਗੁਰੂ ਨਾਨਕ ਸਾਹਿਬ ਦਾ। ਸਿੱਧਾ ਨੇ ਪੁੱਛਿਆ ਸੀ, ਕਵਣ ਆਰੰਭ ਕਵਣ ਮਤ ਬੇਲਾ, ਤੇਰਾ ਕਵਣ ਗੁਰੂ ਕਿਸ ਕਾ ਤੁਝੇ। ਤਾਂ ਹਜ਼ੂਰ ਨੇ ਉਸ ਵੇਲੇ ਜਵਾਬ ਦਿੱਤਾ ਸੀ, ਪਾਵਨ ਆਰੰਭ ਸਤਿਗੁਰ ਮਤ ਬੇਲਾ, ਸ਼ਬਦ ਗੁਰੂ ਸੁਰਤ ਧੁਨ ਮਤ। ਤੇ ਗੁਰੂ ਸਾਹਿਬ ਨੇ ਸਰੀਰ ਨੂੰ ਗੁਰੂ ਨਹੀਂ ਮੰਨਿਆ। ਹਨੂੰਮੰਤ ਜੀ, ਇੱਥੇ ਮੈਂ ਇੱਕ ਬਹੁਤ ਇੰਪੋਰਟੈਂਟ ਗੱਲ ਤੁਹਾਨੂੰ ਦੱਸਣ ਲੱਗਿਆ। ਗੁਰੂ ਨਾਨਕ ਸਾਹਿਬ ਨੇ ਸਰੀਰ ਨੂੰ ਗੁਰੂ ਨਹੀਂ ਮੰਨਿਆ ਔਰ ਨਾ ਚੇਲਾ ਸਰੀਰ ਨੂੰ ਮੰਨਿਆ। ਦੋ ਚੀਜ਼ਾਂ ਦਾ ਇੱਥੇ ਫਰਕ ਹੈ। ਸਰੀਰ ਨੂੰ ਮੰਨੇ ਹੀ ਨਹੀਂ, ਕਿਉਂਕਿ ਆਪਾਂ ਇੱਥੇ ਬੈਠੇ ਹਾਂ ਸਰੀਰਕ ਤੌਰ ਤੇ, ਕਈ ਵਾਰੀ ਧਿਆਨ ਸਾਡਾ ਪਤਾ ਨਹੀਂ ਕਿੱਥੇ ਹੁੰਦਾ ਜੀ। ਬਿਲਕੁਲ, ਜਿਹਨੂੰ ਸੁਰਤ ਕਹਿੰਦੇ ਨੇ ਆਪਾਂ। ਇਸੇ ਲਈ ਗੁਰੂ ਸਾਹਿਬ ਨੇ ਸ਼ਬਦ ਜੋ ਗਿਆਨ ਹੈ ਉਹ ਤਾਂ ਦੱਸਿਆ ਸਾਡਾ ਗੁਰੂ, ਔਰ ਜਿਹੜਾ ਉਸ ਸ਼ਬਦ ਦੇ ਵਿੱਚ ਸੁਰਤ ਟਿਕਾਉਣੀ ਹੈ ਉਹ ਚੇਲਾ ਹੈ, ਨਾ ਕਿ ਸਰੀਰ। ਕਈ ਵਾਰ ਅਸੀਂ ਗੁਰੂ ਘਰ ਜਾਂਦੇ ਹਾਂ, ਘੰਟਾ ਅਸੀਂ ਗੁਰੂ ਘਰ ਵੀ ਬੈਠ ਜਾਂਦੇ ਹਾਂ, ਪਰ ਸਾਡਾ ਧਿਆਨ ਘਰ ਦੇ ਕੰਮਾਂ ਕਾਰਾਂ 'ਚ ਪਿਆ ਹੁੰਦਾ। ਬਾਰ-ਬਾਰ ਟਾਈਮ ਦੇਖਣਾ, ਫੋਨ ਆ ਰਿਹਾ, ਮੈਸੇਜ ਪੜ੍ਹ ਰਹੇ ਹਾਂ, ਅੱਜ ਕੱਲ੍ਹ ਜੋ ਟ੍ਰੈਂਡ ਚੱਲਿਆ ਹੋਇਆ। ਸਰੀਰਕ ਤੌਰ ਤੇ ਅਸੀਂ ਹਾਜ਼ਰ ਹਾਂ, ਪਰ ਸੁਰਤ ਕਰਕੇ ਅਸੀਂ ਗੈਰ ਹਾਜ਼ਰ। ਬਿਲਕੁਲ, ਤੁਹਾਡੀ ਗੱਲ ਸਹੀ। ਸੋ ਗੁਰੂ ਨਾਨਕ ਸਾਹਿਬ ਜਦੋਂ ਆਏ, ਹੁਣ ਆਪਾਂ ਉੱਥੋਂ ਆਰੰਭਤਾ ਕਰੀਏ ਜੀ। ਜਦੋਂ ਗੁਰੂ ਨਾਨਕ ਸਾਹਿਬ ਇੱਥੇ ਆਏ, ਇੱਥੇ ਆਰਥਿਕ ਤੌਰ ਤੇ ਲੁੱਟ ਮੱਚੀ ਹੋਈ ਸੀ। ਸਮਾਜਿਕ ਨਾ ਬਰਾਬਰੀ ਸੀ, ਜਿਹਨੂੰ ਜਾਤ ਪਾਤ ਛੂਆ ਛਾਤ ਕਿਹਾ ਜਾਂਦਾ ਹੈ। ਇੱਥੋਂ ਤੱਕ ਕਰ ਦਿੱਤਾ ਗਿਆ ਸੀ ਕਿ ਨੀਵੀਂ ਜਾਤ ਵਾਲੇ ਪਿੰਡਾਂ ਦੇ ਬਾਹਰ ਰਹਿਣਗੇ, ਉੱਚੀ ਜਾਤ ਵਾਲਾ ਜੇ ਨੇੜੇ ਵੀ ਲੱਗ ਗਿਆ ਉਹਨੂੰ ਭਿੱਟਿਆ ਸਮਝਿਆ ਜਾਂਦਾ ਸੀ। ਇੰਨੀ ਨਫ਼ਰਤ ਪੈਦਾ ਕਰ ਦਿੱਤੀ ਉਹਨਾਂ ਪ੍ਰਤੀ ਆਪਣੇ ਅੰਦਰ। ਉਹਨਾਂ ਨੂੰ ਦੁਰਕਾਰ ਕੇ ਇਹ ਸਾਬਤ ਕਰ ਦਿੱਤਾ ਕਿ ਇਹ ਸਮਾਜ ਦਾ ਇੱਕ ਛੇਕਿਆ ਹੋਇਆ ਅੰਗ ਨੇ ਜੀ। ਰਾਜਨੀਤਿਕ ਲੋਕ ਜਾਬਰ ਬਣ ਗਏ, ਰਾਖਸ਼ ਬਣ ਗਏ, ਇੰਨੇ ਕੁ ਭ੍ਰਿਸ਼ਟ ਹੋ ਗਏ, ਉਹਨਾਂ ਦਾ ਮਕਸਦ ਹੀ ਲੋਕਾਂ ਨੂੰ ਲਤਾੜਨਾ ਔਰ ਮਾਰਨਾ ਰਹਿ ਗਿਆ। ਧਾਰਮਿਕ ਤੌਰ ਤੇ ਧਰਮ ਪੰਖ ਕਰ ਉੱਡ ਰਿਹਾ, ਧਰਮ ਉੱਡ ਚੁੱਕਿਆ ਸੀ। ਇੰਨੇ ਕੁਛ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਸੰਕਲਪ ਕੀਤਾ ਲੁਕਾਈ ਨੂੰ ਠਾਰਨ ਦਾ।
ਉਹਨਾਂ ਨੇ ਆਖਿਆ ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨਕੈ ਸੰਗ ਸਾਥ ਵੱਡਿਆਂ ਸਿਓ ਕਿਆ। ਕਹਿੰਦੇ ਅਸੀਂ ਨੀਵਿਆਂ ਦੇ ਨਾਲ। ਇੱਕ ਮੈਂ ਇੱਥੇ ਹੋਰ ਛੋਟੀ ਜਿਹੀ ਗੱਲ ਕਰਨੀ ਚਾਹੂੰਗਾ, ਕਿਉਂਕਿ ਕਈ ਗੁਰਸਿੱਖ ਇਹ ਗੱਲ ਕਹਿ ਦਿੰਦੇ ਨੇ, ਦੇਖੋ ਜੀ ਜਿਹੜੇ ਆ ਦੂਜੇ ਧਰਮਾਂ ਵੱਲ ਜਾ ਰਹੇ ਨੇ ਨਾ, ਇਹ ਤਾਂ ਨੀਵੀਆਂ ਜਾਤਾਂ ਵਾਲੇ ਜਾਂਦੇ ਨੇ, ਵੱਡਿਆਂ ਨਹੀਂ ਜਾ ਰਹੇ। ਪਰ ਧਿਆਨ ਮਾਰਿਓ, ਸਿੱਖ ਵੀ ਪਹਿਲਾਂ ਉਹੀ ਬਣੇ ਸੀ। ਸਭ ਤੋਂ ਪਹਿਲਾਂ ਸਿੱਖੀ 'ਚ ਪ੍ਰਵੇਸ਼ ਜਿਨ੍ਹਾਂ ਨੂੰ ਦੁਰਕਾਰਿਆ ਹੋਇਆ ਸੀ ਉਹੀ ਆਏ ਸੀ ਗੁਰੂ ਨਾਨਕ ਦੇ ਚਰਨਾਂ ਦੇ ਵਿੱਚ, ਔਰ ਜਾਨਾਂ ਵਾਰਨ ਲਈ ਹਮੇਸ਼ਾ ਤਿਆਰ ਰਹੇ। ਕਦੇ ਵੀ ਸਾਨੂੰ ਕਿਸੇ ਨੂੰ ਉੱਚਾ ਨੀਵਾਂ ਨਹੀਂ ਸਮਝਣਾ ਚਾਹੀਦਾ, ਕਿਉਂਕਿ ਸਿੱਖੀ ਦਾ ਇਹ ਸਿਧਾਂਤ ਹੀ ਨਹੀਂ। ਬਹੁ ਗਿਣਤੀ ਦੀ ਮੈਂ ਗੱਲ ਨਹੀਂ ਕਰਦਾ, ਕਈ ਮੇਰੇ ਵਰਗੇ ਛੋਟੀ ਸੋਚ ਵਾਲੇ ਇਹ ਕਈ ਵਾਰੀ ਮਨ 'ਚ ਸੋਚ ਲੈਂਦੇ ਨੇ ਜਾਂ ਗੱਲ ਕਰ ਲੈਂਦੇ ਨੇ। ਸੋ ਇਸ ਕਰਕੇ ਉਹ ਗੁਰੂ ਨਾਨਕ ਸਾਹਿਬ ਦੇ ਕੋਲੇ ਆਏ, ਉਹਨਾਂ ਦੇ ਬਣ ਗਏ। ਉਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਨੇ ਸਮਾਜਿਕ ਬਰਾਬਰੀ ਦਾ ਸੰਕਲਪ ਦਿੱਤਾ ਕਿ ਅਸੀਂ ਸਾਰੇ ਬਰਾਬਰ ਹਾਂ। ਲੰਗਰ ਦੀ ਪ੍ਰਥਾ, ਸਭ ਨੂੰ ਬਰਾਬਰ ਬੈਠ ਕੇ ਛਕਣਾ ਛਕਾਉਣ ਦਾ ਗੁਰੂ ਨਾਨਕ ਸਾਹਿਬ ਨੇ ਸ਼ੁਰੂਆਤ ਕਰ ਦਿੱਤੀ ਸੀ ਜੀ। ਔਰਤਾਂ ਨੂੰ ਬਰਾਬਰਤਾ ਲੈ ਕੇ ਆਉਂਦੀ ਗੁਰੂ ਨਾਨਕ ਸਾਹਿਬ ਨੇ। ਹੁਣ ਇੱਥੇ ਇੱਕ ਜਨੇਊ ਦੀ ਰਸਮ ਸੀ ਜੋ ਹੋਈ ਜੀ। ਬਿਲਕੁਲ, ਮੈਂ ਉਸੇ ਬਾਬਤ ਤੁਹਾਨੂੰ ਪੁੱਛਣਾ ਚਾਹੁੰਦਾ ਸੀਗਾ, ਕਿਉਂਕਿ ਗੁਰੂ ਨਾਨਕ ਸਾਹਿਬ ਦਾ ਸਮੇਂ ਵੀ ਜਦੋਂ ਅਸੀਂ ਜੀਵਨ ਪੜ੍ਹਦੇ ਹਾਂ ਗੁਰੂ ਨਾਨਕ ਸਾਹਿਬ ਦਾ, ਕੁਝ ਇਹੋ ਜਿਹੀਆਂ ਰਸਮਾਂ, ਕੁਝ ਇਹੋ ਜਿਹੇ ਸਾਨੂੰ ਰੀਤੀ ਰਿਵਾਜ ਪਤਾ ਲੱਗਦੇ ਨੇ ਕਿ ਜਿਨ੍ਹਾਂ ਦਾ ਗੁਰੂ ਨਾਨਕ ਸਾਹਿਬ ਨੇ ਬਾਖੂਬੀ ਢੰਗ ਦੇ ਨਾਲ ਵੀ ਡਟ ਕੇ ਵਿਰੋਧ ਨਹੀਂ ਕੀਤਾ, ਸਗੋਂ ਉਹਨਾਂ ਦਾ ਖੰਡਨ ਵੀ ਕੀਤਾ। ਹਨੂਮੰਤ ਜੀ, ਜਦੋਂ ਗੁਰੂ ਨਾਨਕ ਸਾਹਿਬ ਨੂੰ ਜਨੇਊ ਦੀ ਰਸਮ ਅਦਾ ਕਰਨ ਲੱਗੇ, ਅੱਜ ਵੀ ਕਈ ਸਰਦੇਪੁਰ ਦੇ ਘਰ ਦਸਤਾਰਬੰਦੀ ਦੀ ਰਸਮ ਕਰਦੇ ਨੇ ਜੀ ਜੀ। ਤੇ ਗੁਰੂ ਨਾਨਕ ਸਾਹਿਬ ਕਿਸੇ ਆਮ ਬੰਦੇ ਦੇ ਬੱਚੇ ਨਹੀਂ ਸੀ, ਮਹਿਤਾ ਕਲਿਆਣ ਦਾਸ ਜੀ ਦੇ ਬੇਟੇ ਸੀ, ਜਿਹੜਾ ਕਿ ਕਈ 100 ਪਿੰਡਾਂ ਦਾ ਮਾਲਕ ਸੀ। ਅੱਜ ਅਸੀਂ ਉਹਨਾਂ ਨੂੰ ਬੜਾ ਛੋਟਾ ਜਿਹਾ ਪਟਵਾਰੀ ਕਰਕੇ ਮਹਿਤਾ ਕਾਲੂ ਕਹਿ ਦਿੰਦੇ ਹਾਂ, ਜੋ ਕਿ ਸ਼ੋਭਾ ਨਹੀਂ ਦਿੰਦਾ ਇਹੋ ਜਿਹਾ ਲਫ਼ਜ਼। ਉਸ ਮਹਾਨ ਸਾਡੇ ਰਹਿਬਰ ਦੇ ਪਿਤਾ ਜੀ ਨੇ, ਸਾਡੇ ਲਈ ਬਹੁਤ ਸਤਿਕਾਰਤ ਉਹਨਾਂ ਲਈ ਲਫ਼ਜ਼ ਹੋਣੇ ਚਾਹੀਦੇ ਨੇ। ਤੇ ਬਹੁਤ ਵੱਡੇ ਅਹਿਲਕਾਰ ਸੀ, ਵੱਡਾ ਸਮਾਗਮ ਰੱਖਿਆ ਗਿਆ ਕਿ ਜਨੇਊ ਦੀ ਰਸਮ ਹੋਣੀ ਹੈ। ਗੁਰੂ ਨਾਨਕ ਸਾਹਿਬ ਨੂੰ ਪਤਾ ਸੀ ਕਿ ਮੇਰੇ ਜਨੇਊ ਦੀ ਰਸਮ ਹੋ ਰਹੀ ਹੈ, ਉਹਨਾਂ ਨੇ ਬਿਲਕੁਲ ਵਿਰੋਧ ਨਹੀਂ ਕੀਤਾ ਜੀ, ਕਿਉਂਕਿ ਗੁਰੂ ਨਾਨਕ ਸਾਹਿਬ ਨੂੰ ਪਤਾ ਸੀ। ਅੱਜ ਤੁਸੀਂ ਹਨੂਮੰਤ ਜੀ ਇੱਕ ਦੇਖੋ, ਸਕੂਲਾਂ ਦੇ ਵਿੱਚ ਸਮਾਰਟ ਕਲਾਸਾਂ ਚੱਲੀਆਂ ਨੇ, ਕਿਉਂਕਿ ਬੱਚਿਆਂ ਨੂੰ ਜੋ ਅਸੀਂ ਦੱਸਦੇ ਹਾਂ ਨਾ ਪੱਲੇ ਨਹੀਂ ਪੈਂਦਾ। ਉਹ ਸਮਾਰਟ ਕਲਾਸ ਜੋ ਸਕਰੀਨ ਦੇ ਉੱਤੇ ਉਹਨਾਂ ਨੂੰ ਦਿਖਾਇਆ ਜਾਂਦਾ, ਉਹ ਉਹਨਾਂ ਦੇ ਇੱਕਦਮ ਅੰਦਰ ਬੈਠ ਜਾਂਦੀ ਹੈ ਗੱਲ। ਬਿਲਕੁਲ। ਤੇ ਗੁਰੂ ਨਾਨਕ ਸਾਹਿਬ ਵੀ ਤੁਸੀਂ ਨੋਟ ਕਰਿਓ, ਉਹਨਾਂ ਦੇ ਜੀਵਨ ਦੇ ਵਿੱਚ ਜਦੋਂ ਪੜ੍ਹੋਗੇ, ਉਹ ਪ੍ਰੈਕਟੀਕਲ ਕਰਕੇ ਦਿਖਾਉਂਦੇ ਸੀ ਹਰ ਇੱਕ ਚੀਜ਼। ਮੈਂ ਕਈ ਘਟਨਾਵਾਂ ਤੁਹਾਡੇ ਨਾਲ ਸਾਂਝੀਆਂ ਕਰੂੰਗਾ। ਜਨੇਊ ਦਾ ਉਹਨਾਂ ਨੇ ਵਿਰੋਧ ਨਹੀਂ ਕੀਤਾ, ਉਹਨਾਂ ਨੇ ਕਿਹਾ ਵੀ ਠੀਕ ਹੈ, ਮੈਨੂੰ ਕੋਈ ਇਤਰਾਜ਼ ਨਹੀਂ, ਜਨੇਊ ਪਵਾਉਣ ਲਈ ਤਿਆਰ ਹਾਂ। ਸਮਾਗਮ ਹੋਇਆ ਬੜਾ ਵੱਡਾ, ਇਲਾਕੇ ਦੇ ਮੋਹਤਬਰ ਬੰਦੇ ਇਕੱਠੇ ਕੀਤੇ, ਪਿੰਡਾਂ ਦੇ ਗਰੀਬ ਲੋਕ ਵੀ ਆਏ, ਹਜ਼ੂਰ ਬੈਠ ਗਏ ਜਨੇਊ ਪਵਾਉਣ ਲਈ। ਜਦੋਂ ਪੰਡਤ ਜੀ ਜਨੇਊ ਪਾਉਣ ਆਏ ਤਾਂ ਗੁਰੂ ਜੀ ਨੇ ਕੁਐਸਚਨ ਕੀਤਾ ਸੀ, ਤੁਹਾਨੂੰ ਪਤਾ ਹੋਣਾ ਇਸ ਗੱਲ ਦਾ ਜੀ। ਔਰ ਇੱਥੋਂ ਇੱਕ ਗੱਲ ਹੋਰ, ਕਿਉਂਕਿ ਗੱਲਾਂ ਦੇ ਵਿੱਚੋਂ ਗੱਲਾਂ ਨਿਕਲ ਆਉਂਦੀਆਂ ਨੇ, ਸਿੱਖ ਧਰਮ ਦਾ ਇਹ ਕਹਿ ਲਓ ਕਿ ਸ਼ੁਰੂਆਤ ਕਿਉਂ ਦੇ ਵਿੱਚੋਂ ਹੋਈ ਹੈ ਜੀ, ਕੁਐਸਚਨ ਚ ਹੋਈ ਹੈ। ਅੱਜ ਨਾ ਤੁਸੀਂ ਕਿਸੇ ਸਿੱਖ ਨੂੰ ਜਾਂ ਗੁਰੂ ਘਰ ਜਾ ਕੇ ਕੁਐਸਚਨ ਕਰੋ ਤਾਂ ਤੁਹਾਨੂੰ ਕਹਿਣਗੇ ਕਿੰਤੂ ਪਰੰਤੂ ਨਹੀਂ ਕਰਨਾ, ਕੁਐਸਚਨ ਨਹੀਂ ਕਰਨੀ, ਜਦੋਂ ਕਿ ਸਿੱਖ ਧਰਮ ਦੀ ਪੈਦਾਇਸ਼ ਚ ਕੁਐਸਚਨ ਚ ਹੋਈ ਹੈ। ਹਰੇਕ ਥਾਂ ਤੇ ਗੁਰੂ ਨਾਨਕ ਸਾਹਿਬ ਨੇ ਕੁਐਸਚਨ ਕੀਤੇ ਨੇ ਜਾ ਕੇ। ਜਨੇਊ ਪਾਉਣ ਲੱਗੇ, ਪੰਡਤ ਜੀ ਨੂੰ ਕਿਹਾ, ਪੰਡਤ ਜੀ ਕਾਹਦੇ ਲਈ, ਕਿਉਂ ਪਾਉਣਾ ਜਨੇਊ? ਸਾਖੀ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ, ਮੈਂ ਡਿਟੇਲ 'ਚ ਨਹੀਂ ਜਾਂਦਾ ਜੀ। ਇੱਥੇ ਇੱਕੋ ਗੱਲ ਫਿਰ ਉਹਨਾਂ ਨੇ ਆਖੀ ਸੀ, ਪੰਡਤ ਜੀ ਕਹਿਣ ਲੱਗੇ ਜੀ ਹਿੰਦੂ ਬਣਨ ਲਈ ਜਨੇਊ ਪਾਉਣਾ ਪੈਂਦਾ। ਕਹਿੰਦੇ ਜੀ ਠੀਕ ਹੈ, ਮੈਂ ਪਾ ਲੈਣਾ, ਪਰ ਜਿਹੜੇ ਉਹ ਪਰਾਂ ਬੈਠੇ ਨੇ ਦੂਰ, ਜਿਹਨਾਂ ਨੂੰ ਤੁਸੀਂ ਅਛੂਤ ਕਹਿੰਦੇ ਹੋ, ਉਹਨਾਂ ਦੇ ਵੀ ਪਾ ਦਈਏ ਜੀ ਆਪਾਂ। ਤਾਂ ਪੰਡਤ ਜੀ ਨੇ ਜਵਾਬ ਦਿੱਤਾ ਕਿ ਉਹ ਨੀਵੀਂ ਜਾਤ ਵਾਲੇ ਨੇ, ਉਹਨਾਂ ਦੇ ਜਨੇਊ ਨਹੀਂ ਪੈ ਸਕਦਾ। ਹਜ਼ੂਰ ਕਹਿੰਦੇ ਚਲੋ ਮੰਨ ਲਈ ਤੁਹਾਡੀ ਗੱਲ, ਫਿਰ ਮੇਰੇ ਘਰ ਵਿੱਚ ਜੰਮੀ, ਮੇਰੇ ਤੋਂ ਵੱਡੀ, ਮੇਰੇ ਤੋਂ ਸਿਆਣੀ ਮੇਰੀ ਭੈਣ ਦੇ ਜਨੇਊ ਕਿਉਂ ਨਹੀਂ ਪੈ ਸਕਦਾ, ਉਹਨਾਂ ਦੇ ਪਾ ਦਿਓ। ਕਹਿੰਦੇ ਔਰਤਾਂ ਵੀ ਨਹੀਂ ਪਾ ਸਕਦੀ। ਫਿਰ ਹਜ਼ੂਰ ਨੇ ਆਖਿਆ ਸੀ ਕਿ ਪੰਡਤ ਜੀ ਜਿਹੜਾ ਜਨੇਊ ਵਿਤਕਰੇ ਪਾਉਂਦਾ ਨਾ, ਮੈਨੂੰ ਮੇਰੀ ਭੈਣ ਤੋਂ ਅੱਡ ਕਰਦਾ, ਮੇਰੀ ਮਾਂ ਤੋਂ ਅਲੱਗ ਕਰਦਾ, ਉਹਨਾਂ ਤੋਂ ਅਲੱਗ ਕਰਦਾ, ਮੈਂ ਇਹ ਜਨੇਊ ਨਹੀਂ ਪਾਣਾ। ਮੈਨੂੰ ਤਾਂ ਉਹ ਜਨੇਊ ਦੇ ਜਿਹਦੇ ਨਾਲ ਸਾਰੇ ਇੱਕ ਹੋਣ। ਉਹ ਸ਼ਬਦ ਆਪਾਂ ਨੂੰ ਪਤਾ ਹੀ ਹੈ, ਦਇਆ ਕੰਪਾਸ ਸੰਤੋਖ ਸੂਤ ਜਗਣੀ ਸਤ, ਬਟ ਪੂਰਾ ਸ਼ਬਦ ਹੈ। ਯਾਨੀ ਕਹਿਣ ਤੋਂ ਭਾਵ ਉਹ ਵਿਤਕਰੇ ਖਤਮ ਕਰਨੇ, ਉਹ ਵੱਖਵਾਦ ਨੂੰ ਖਤਮ ਕਰਨਾ, ਆਪਸੀ ਗਲਵੱਕੜੀ ਪਾਣੀ, ਉਹ ਜਨੇਊ ਗੁਰੂ ਨਾਨਕ ਪਾਤਸ਼ਾਹ ਚਾਹੁੰਦੇ ਸਨ। ਇਹ ਪਹਿਲੀ ਘਟਨਾ ਸੀ ਕਿ ਕਿਸੇ ਮਹਾਂਪੁਰਖ ਨੇ ਕਿਸੇ ਗਰੀਬਾਂ ਲਈ ਆਵਾਜ਼ ਬੁਲੰਦ ਕੀਤੀ ਹੋਵੇ, ਪਹਿਲੀ ਘਟਨਾ ਸੀ। ਸੱਚੇਰਾਂ ਤੋਂ ਤੜਫ ਰਹੇ ਸੀ, ਉਹ ਹੈਰਾਨ ਹੋ ਗਏ ਕਿ ਸਾਡੇ ਲਈ ਬੋਲਿਆ ਕੋਈ ਬੰਦਾ। ਔਰ ਔਰਤ ਲਈ ਤਾਂ ਸਪੈਸ਼ਲ ਤੌਰ ਤੇ ਗੁਰੂ ਸਾਹਿਬ ਨੇ ਆਖਿਆ, ਸੋ ਕਿਉ ਮੰਦਾ ਆਖੀ, ਉਹ ਵੀ ਪੂਰਾ ਸ਼ਬਦ ਹੈ, ਜਿੱਥੇ ਮੈਂ ਰਾਜਾਨ। ਬਿਲਕੁਲ। ਸੋ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਇਹਨਾਂ ਨਾ ਬਰਾਬਰੀਆਂ ਦੇ ਖਿਲਾਫ ਉਹਨਾਂ ਨੇ ਇੱਕ ਅੰਦੋਲਨ ਚੋਂ ਤੋਰ ਦਿੱਤਾ, ਲੋਕਾਂ ਨੂੰ ਲਾਮਬੰਦ ਕੀਤਾ, ਲੋਕਾਂ ਨੂੰ ਇਕੱਠਿਆਂ ਕੀਤਾ ਕਿ ਆਪਾਂ ਮਿਲ ਕੇ ਸਾਰੇ ਇੱਕ ਹਾਂ ਔਰ ਇਹਨਾਂ ਸਾਰੇ ਦੇ ਸਾਰੇ ਰਸਮੋ ਰਿਵਾਜ਼ਾਂ ਦੇ ਖਿਲਾਫ ਲੜਾਂਗੇ ਜੀ। ਠੀਕ ਹੈ। ਉਹ ਲੜਦੇ ਹੋਏ ਅੱਗੇ ਵੱਧਦੇ ਗਏ, ਲੋਕਾਂ ਨੂੰ ਜੋੜਦੇ ਗਏ। ਜਿੱਥੇ ਜਿੱਥੇ ਵੀ ਗੁਰੂ ਨਾਨਕ ਸਾਹਿਬ ਗਏ, ਲੋਕਾਂ ਨੂੰ ਆਪਣੇ ਵਿਚਾਰ ਦੱਸੇ। ਮੈਂ ਤੁਹਾਨੂੰ ਦੱਸਿਆ ਸੀ ਕਿ ਉਹ ਪ੍ਰੈਕਟੀਕਲੀ ਕਰਦੇ ਰਹੇ। ਪਾਣੀ ਦੀ ਘਟਨਾ ਆਪਾਂ ਸੁਣੀ ਹੈ, ਜਦੋਂ ਹਰਿਦੁਆਰ ਗਏ
ਸੂਰਜ ਨੂੰ ਪਾਣੀ ਦੇ ਰਹੇ ਸੀ ਤੇ ਹਜ਼ੂਰ ਨੇ ਉਹਨਾਂ ਨੂੰ ਨਹੀਂ ਕਿਹਾ ਵੀ ਪਾਣੀ ਨਹੀਂ ਤੁਹਾਡਾ ਪਹੁੰਚਦਾ, ਬਿਲਕੁਲ ਨਹੀਂ ਰੋਕਿਆ, ਉਹ ਖੁਦ ਪਾਣੀ ਦੇਣ ਲੱਗੇ। ਕਿਉਂਕਿ ਪ੍ਰੈਕਟੀਕਲ ਜਦੋਂ ਕੀਤਾ ਲੋਕਾਂ ਦੇ ਗੱਲ ਦਿਮਾਗ 'ਚ ਆ ਗਈ। ਪੱਛਮ ਨੂੰ ਪਾਣੀ ਦੇਣ ਲੱਗੇ, ਉਹ ਪੂਰਬ ਨੂੰ ਦੇ ਰਹੇ ਸੀ। ਤੇ ਜਦੋਂ ਲੋਕਾਂ ਨੇ ਪੁੱਛਿਆ ਕਿਉਂ ਕਰਦੇ ਹੋ, ਕਹਿੰਦੇ ਖੇਤਾਂ ਨੂੰ ਪਾਣੀ ਦੇ ਰਹੇ, ਆਪਾਂ ਨੂੰ ਘਟਨਾ ਦਾ ਸਾਰੀ ਦਾ ਪਤਾ। ਬਿਲਕੁਲ ਮੇਰਾ ਕਹਿਣ ਦਾ ਭਾਵ ਸੀ ਪ੍ਰੈਕਟੀਕਲ ਕੀਤਾ ਗੁਰੂ ਸਾਹਿਬ ਨੇ। ਸੋ ਅੱਜ ਵੀ ਸਾਨੂੰ ਲੋੜ ਹੈ ਕਿ ਅਸੀਂ ਪ੍ਰੈਕਟੀਕਲ ਤਰੀਕੇ ਦੇ ਨਾਲ ਲੋਕਾਂ ਨੂੰ ਆਪਦਾ ਧਰਮ ਸਮਝਾਈਏ, ਚੰਗੀਆਂ ਗੱਲਾਂ ਉਹਨਾਂ ਨੂੰ ਉਸ ਢੰਗ ਨਾਲ ਦੱਸੀਏ ਜਿਹੜੀਆਂ ਉਹਨਾਂ ਦੇ ਅੰਦਰ ਸਿੱਧੀਆਂ ਜਾਣ। ਜੀ ਬਿਲਕੁਲ। ਭਾਈ ਕੰਵਰਦੀਪ ਸਿੰਘ ਜੀ, ਤੁਸੀਂ ਬੜੀ ਸੋਹਣੀ ਇੱਥੇ ਗੱਲ ਆਖੀ ਕਿ ਉਸ ਸਮੇਂ ਲੋਕਾਂ ਦਾ ਜਿਹੜਾ ਅੰਦਰ ਡਰ ਬੈਠਿਆ ਪਿਆ ਸੀਗਾ ਵੀ ਪਹਿਲੀ ਵਾਰ ਗੁਰੂ ਨਾਨਕ ਪਾਤਸ਼ਾਹ ਨੇ ਉਹਨਾਂ ਦੇ ਲਈ ਆਵਾਜ਼ ਉਠਾਈ। ਮੈਨੂੰ ਉੱਥੇ ਇੱਕ ਪਿਆਰਾ ਸ਼ੇਰ ਯਾਦ ਆਇਆ। उस समय लोग के कहते सन, हम तो तोले जाना तकड़ी, नंगी कड़द कभी नहीं पकड़ी, चिड़ी उड़े डर से मर जाए, मुगलों से हम कैसे लड़ पाए। यानी कि उन्होंने अपने आप को इन्ना को गुलाम बना लिया सीगा। जेकर गुरु नानक पातशाह उन्हां दे लई आवाज़ ना उठाते, मेरा ख्याल अज कुछ संसार का नक्शा कुछ होर होना सीगा। भाई साहब, आप थोड़े जिहे विचार नूं अगे तोड़ीए। गुरु नानक साहब नवे धर्म की आरंभता कर दी। उस समय के हालात वेख के, राजनीतिक हालात, मैं इत्थे राजनीतिक ते थोड़ा जिहा तुहानूं दसना चाहूँगा हनुमंत जी, क्योंकि मैं गल करी सी भी गल्लां करनियां बहुत सुखालियां ने, पर कहे बोलां नूं पालदा कोई कोई। जी बिल्कुल। ला के ठोकरां डेगदे बहुत देखे, पर डिगे होए संभालदा कोई कोई। देनी किसे नूं सिੱਖਿਆ बड़ी सौखी, जीवन अपना ढालदा कोई कोई, हस हस के फुल्लां जी दे सोहणी देगां विच उबालदा कोई कोई। गल्लां बहुत सौखियां ने करनियां। ਇਹ ਗੱਲਾਂ ਗੁਰੂ ਸਾਹਿਬ ਨੇ ਕਰਤਾ ਦਿੱਤੀਆਂ ਕਿ ਜ਼ੁਲਮ ਦੇ ਖਿਲਾਫ ਅਸੀਂ ਬੋਲਣਾ। ਪਰ ਧਿਆਨ ਮਾਰਿਓ, ਬੋਲੇ ਨੇ ਖੁਦ ਗੁਰੂ ਸਾਹਿਬ। ਜਦੋਂ ਬਾਬਰ ਆਇਆ ਐਮਨਾਬਾਦ ਚੜ੍ਹ ਕੇ, ਹਜ਼ੂਰ ਨੇ ਉੱਥੇ ਪਹੁੰਚੇ। ਨਾ ਉਸ ਵੇਲੇ ਸਿੱਖਾਂ ਨੂੰ ਖਤਰਾ ਸੀ, ਨਾ ਸਿੱਖੀ ਨੂੰ ਖਤਰਾ ਸੀ, ਕਿਉਂਕਿ ਉਸ ਵੇਲੇ ਤਾਂ ਸਿੱਖ ਹੈ ਹੀ ਨਹੀਂ ਸੀ ਉੱਥੇ। ਭਾਈ ਲਾਲੋ ਜੀ ਸੀ, ਉਹਨਾਂ ਨੂੰ ਲੈ ਕੇ ਗੁਰੂ ਸਾਹਿਬ ਚਲੇ ਜਾਂਦੇ, ਆਪਾਂ ਕੀ ਲੈਣਾ। ਪਰ ਨਹੀਂ, ਹਜ਼ੂਰ ਉੱਥੇ ਰਹੇ। ਉਸ ਬਾਬਰ ਨੂੰ ਜਾਬਰ ਕਿਹਾ ਗੁਰੂ ਪਾਤਸ਼ਾਹ ਨੇ, ਗੁਰੂ ਨਾਨਕ ਸਾਹਿਬ ਮਹਾਰਾਜ ਨੇ। ਉਹਦੇ ਮੂਹਰੇ ਅੜ ਕੇ ਖੜ ਗਏ। ਜਦੋਂ ਉਹਨੂੰ ਪਤਾ ਲੱਗਿਆ ਕਿ ਮੇਰੇ ਕੋਲੋਂ ਤਾਂ ਬੜਾ ਵੱਡਾ ਗੁਨਾਹ ਹੋ ਗਿਆ, ਇੱਕ ਦਰਵੇਸ਼ ਫਕੀਰ ਮੈਂ ਗ੍ਰਿਫਤਾਰ ਕਰ ਲਿਆ। ਜੀ ਬਿਲਕੁਲ। ਉਹਨੇ ਕਿਹਾ, ਮਹਾਰਾਜ ਮੈਨੂੰ ਮਾਫ ਕਰੋ ਤੇ ਤੁਸੀਂ ਜਾ ਸਕਦੇ ਹੋ। ਹਜ਼ੂਰ ਉੱਥੇ ਫੇਰ ਖੜ ਗਏ ਵੀ ਨਹੀਂ, ਮੈਂ ਆਪਦੇ ਲਈ ਤਾਂ ਕੁਛ ਕਰੇ ਨਹੀਂ ਰਿਹਾ, ਇਹਨਾਂ ਦਾ ਕਸੂਰ ਦੱਸਦੇ ਮੈਨੂੰ ਕੀ ਹੈ। ਜਿਹੜੇ ਤੂੰ ਹਾਂ ਬੇਦੋਸ਼ੇ ਫੜਨੇ, ਠੀਕ ਹੈ, ਜਿਹੜੇ ਤੇਰੇ ਨਾਲ ਤਲਵਾਰ ਚੱਕ ਕੇ ਲੜੇ ਨੇ, ਤੇਰਾ ਸੂਰਮਿਆਂ ਵਾਂਗੂ ਫਰਜ਼ ਬਣਦਾ ਉਹਨਾਂ ਨਾਲ ਲੜ, ਮਾਰ ਜੋ ਮਰਜ਼ੀ ਕਰ। ਪਰ ਜਿਹੜਿਆਂ ਨੇ ਤੇਰੇ ਵਿਰੁੱਧ ਆਵਾਜ਼ ਨਹੀਂ ਚੁੱਕੀ, ਪਹਿਲਾਂ ਉਹ ਮਾਰ ਰਹੇ ਸੀ, ਹੁਣ ਤੁਸੀਂ ਮਾਰ ਰਹੇ ਹੋ, ਉਹਨਾਂ ਦਾ ਕਸੂਰ ਦੱਸ ਦੇ। ਜਾਂ ਤਾਂ ਇਹਨਾਂ ਨੂੰ ਵੀ ਛੱਡ ਦੇ, ਨਹੀਂ ਮੈਨੂੰ ਵੀ ਭਾਈ ਜੋ ਕਰਨਾ ਕਰ ਲੈ। ਸ਼ਹੀਦੀ ਗੁਰੂ ਨਾਨਕ ਸਾਹਿਬ ਦੀ ਵੀ ਹੋ ਸਕਦੀ ਸੀ ਉੱਥੇ, ਕਿਉਂਕਿ ਜ਼ੁਲਮ ਦੇ ਖਿਲਾਫ ਖੜੇ ਨੇ। ਇਹ ਉਹਨਾਂ ਨੇ ਪ੍ਰੈਕਟੀਕਲੀ ਦੱਸ ਦਿੱਤਾ ਕਿ ਮੈਂ ਲੋਕਾਂ ਲਈ ਹਾਂ, ਆਪਦੇ ਲਈ ਨਹੀਂ। ਬਸ ਇੱਥੇ ਤੁਸੀਂ ਤੁਲਨਾ ਕਰਦੇ ਚੱਲੀ ਜਾਇਆ ਕਰੋ ਆਪਦੇ ਗੁਰੂ ਦੀ ਔਰ ਗੁਰੂ ਨਾਨਕ ਸਾਹਿਬ ਦੀ, ਕਿ ਕੀ ਅੱਜ ਦੇ ਗੁਰੂ ਤੇ ਉਦੋਂ ਦੇ ਗੁਰੂ 'ਚ ਫਰਕ ਕੀ ਹੈ। ਬਹੁਤ। ਸੋ ਹੁਣ ਅੱਗੇ ਆਪਾਂ ਤੁਸੀਂ ਦੇਖ ਰਹੇ ਹੋ, ਇਹ ਲੜੀ ਚੱਲ ਪਈ। ਗੁਰੂ ਨਾਨਕ ਸਾਹਿਬ ਨੇ ਇੱਕੋ ਦਿਨ 'ਚ ਨਹੀਂ ਸੀ ਹੋਣਾ ਇਹ ਸਾਰਾ ਕੁਛ, ਕਿਉਂਕਿ ਲੋਕ ਸੁੱਤੇ ਨਹੀਂ ਸੀ, ਬੇਹੋਸ਼ ਹੋਏ ਪਏ ਸੀ। ਸੁੱਤੇ ਨੂੰ ਤਾਂ ਆਪਾਂ ਮਾੜਾ ਹੱਥ ਮਾਰੀਏ ਨਾ, ਉੱਠ ਪੈਂਦੇ ਨੇ। ਬੇਹੋਸ਼ ਹੋਏ ਨੂੰ ਉਠਾਉਣ ਲਈ ਟ੍ਰੀਟਮੈਂਟ ਕਰਨਾ ਪੈਂਦਾ ਹੈ ਬੜਾ ਧਿਆਨ ਨਾਲ, ਕਿ ਉਹਦੇ ਤੇ ਕੋਈ ਸਾਈਡ ਇਫੈਕਟ ਨਾ ਹੋ ਜੇ। ਹੌਲੀ ਹੌਲੀ ਨਾ ਡਰਾਂ 'ਚੋਂ ਗੁਰੂ ਸਾਹਿਬ ਨੇ ਕੱਢਿਆ। ਤੇ ਨਾਲ ਸਭ ਤੋਂ ਵੱਡੀ ਜੋ ਦੇਣ ਸੀ, ਉਹ 200-250 ਸਾਲਾਂ ਦੀ ਪਲਾਨਿੰਗ ਕਰਕੇ ਦੇ ਕੇ ਗਏ। ਔਰ ਸਭ ਤੋਂ ਵੱਡੀ ਗੱਲ ਕਿ ਸ਼ਬਦ ਗੁਰੂ ਨੂੰ ਸਾਡਾ ਗੁਰੂ ਬਣਾ ਕੇ। ਮੈਂ ਤੁਹਾਨੂੰ ਥੋੜਾ ਜਿਹਾ ਇੱਥੇ ਰੁਕਣਾ ਚਾਹਾਂਗਾ। ਤੁਸੀਂ ਸ਼ਬਦ ਗੁਰੂ ਦੀ ਗੱਲ ਕੀਤੀ ਹੈ। ਗੁਰੂ ਨਾਨਕ ਸਾਹਿਬ ਨੇ ਸ਼ਬਦ ਦੀ ਆਰੰਭਤਾ ਕੀਤੀ, ਇਹ ਕਿਹਾ ਜਾ ਰਿਹਾ ਹੈ, ਤੇ ਇਹ ਬਕਾਇਦਾ ਸਾਨੂੰ ਗੁਰਬਾਣੀ ਦੇ ਵਿੱਚ ਹਵਾਲੇ ਵੀ ਮਿਲਦੇ ਨੇ। ਸ਼ਬਦ ਗੁਰੂ ਸੁਰਤ ਧੁਨ ਚੇਲਾ। ਹੁਣ ਸ਼ਬਦ ਦੀ ਆਰੰਭਤਾ ਕਰਨ ਤੋਂ ਬਾਅਦ ਕਿਸ ਤਰ੍ਹਾਂ ਦਾ ਪ੍ਰਚਾਰ ਗੁਰੂ ਨਾਨਕ ਪਾਤਸ਼ਾਹ ਨੇ ਕੀਤਾ? ਸ਼ਬਦ ਦੀ, ਕਿਉਂਕਿ ਉਸ ਵੇਲੇ ਲੋਕਾਂ ਦੇ ਵਿੱਚ ਇਹ ਦਿੱਖ ਬਣੀ ਹੋਈ ਸੀ ਕਿ ਇੱਕ ਖਾਸ ਪਹਿਰਾਵੇ ਵਾਲਾ ਬੰਦਾ ਹੀ ਮਹਾਂਪੁਰਸ਼ ਹੁੰਦਾ ਹੈ ਜੀ। ਔਰ ਗੁਰੂ ਨਾਨਕ ਸਾਹਿਬ ਜਿੱਥੇ ਵੀ ਗਏ, ਉੱਥੇ ਜਿਹੋ ਜਿਹਾ ਪਹਿਰਾਵਾ ਪ੍ਰਚਲਿਤ ਸੀ, ਉਹਨਾਂ ਨੇ ਉਹ ਧਾਰਨ ਕੀਤਾ। ਚਾਹੇ ਉਹ ਮੁਸਲਮਾਨੀ ਦੇਸ਼ 'ਚ ਗਏ ਤਾਂ ਉਹਨਾਂ ਨੇ ਨੀਲ ਵਸਤਰ ਪਹਿਨੇ, ਜੇ ਜੋਗੀਆਂ ਕੋਲੇ ਗਏ ਉੱਦਾਂ ਦੇ ਕੱਪੜੇ ਪਾਏ। ਲੋਕਾਂ ਨੂੰ ਪਹਿਲਾਂ ਦੱਸਿਆ ਕਿ ਮੈਂ ਤੁਹਾਨੂੰ ਕੁਝ ਦੱਸਣ ਆਇਆ, ਆਪਦਾ ਪਹਿਰਾਵਾ ਇੱਕ ਉਸ ਵੇਲੇ ਦੇ ਲੋਕਾਂ ਦੀ ਸੋਚ ਮੁਤਾਬਕ ਜੋ ਮਹਾਂਪੁਰਸ਼ਾਂ ਦਾ ਹੁੰਦਾ ਸੀ, ਗੁਰੂ ਜੀ ਨੇ ਧਾਰਨ ਕੀਤਾ। ਕਿਉਂਕਿ ਲੋਕ ਉਸ ਵੇਲੇ ਤੱਕ ਪਹਿਰਾਵੇ ਨਾਲ ਜੁੜੇ ਹੋਏ ਸੀ, ਬੰਦੇ ਨਾਲ ਨਹੀਂ। ਅੱਜ ਵੀ ਤੁਸੀਂ ਅੱਜ ਵੀ ਨੋਟ ਕਰਿਓ, ਮੈਂ ਸੰਗਤ ਲਈ ਵੀ ਇੱਕ ਕੁਐਸਚਨ ਕਰਨਾ ਚਾਹੁੰਦਾ ਕਿ ਜਿਹੜੇ ਦੇ ਚੋਲਾ ਪਾਇਆ ਹੁੰਦਾ, ਤੁਸੀਂ ਉਹਨਾਂ ਨੂੰ ਸੰਤ ਕਹਿ ਕੇ ਬੁਲਾਉਂਦੇ ਹੋ। ਕਦੇ ਕਿਸੇ ਕੋਟ ਪੈਂਟ ਵਾਲੇ ਨੂੰ ਅੱਜ ਤੱਕ ਤੁਸੀਂ ਸੰਤ ਆਖਿਆ? ਬਿਨਾਂ ਬੁਲਾਏ ਕੋਈ ਗੱਡੀ ਵਿੱਚ ਜਾ ਰਿਹਾ ਹੋਵੇ, ਤੁਸੀਂ ਕਹਿੰਦੇ ਹੋ ਸੰਤ ਜਾ ਰਹੇ ਨੇ, ਕਿਉਂਕਿ ਉਹਦੇ ਚੋਲਾ ਪਾਇਆ ਹੁੰਦਾ ਜੀ। ਬਿਲਕੁਲ। ਇਹਦਾ ਮਤਲਬ ਅਸੀਂ ਪਹਿਰਾਵੇ ਨੂੰ ਸੰਤ ਕਹਿ ਰਹੇ ਹਾਂ, ਅਸੀਂ ਵਿਚਾਰਾਂ ਨੂੰ ਸੰਤ ਨਹੀਂ ਕਿਹਾ ਜਾ ਰਿਹਾ। ਗੱਲ ਤਾਂ ਗੁਣ ਦੀ ਸੀ ਨਾ। ਸੋ ਗੁਰੂ ਨਾਨਕ ਸਾਹਿਬ ਨੇ ਪਹਿਰਾਵਾ ਪਾਇਆ। ਜਦੋਂ ਲੋਕ ਆ ਗਏ, ਫਿਰ ਉਹਨਾਂ ਨੂੰ ਦੱਸਿਆ ਕਿ ਗੱਲ ਗੁਣਾਂ ਦੀ ਹੈ। ਔਰ ਐਂਡ ਤੇ ਆ ਕੇ ਗੁਰੂ ਸਾਹਿਬ ਨੇ, ਤੁਸੀਂ ਨੋਟ ਕਰਿਓ, ਲਿਖਿਆ ਹੋਇਆ ਭਾਈ ਗੁਰਦਾਸ ਜੀ ਦਾ, ਫਿਰ ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਗਲ ਉਤਾਰਾ,
ਪਹਿਰੇ ਸੰਸਾਰੀ ਕੱਪੜੇ, ਮੰਜੀ ਬੈਠ ਕੇ ਅਵਤਾਰਾ। ਉਸ ਵੇਲੇ ਗੱਦੀਆਂ ਤੇ ਸਿੰਘਾਸਨਾਂ ਤੇ ਗੁਰੂ ਬਹਿੰਦੇ ਸੀ ਤੇ ਗੁਰੂ ਸਾਹਿਬ ਮੰਜੀ ਤੇ ਬੈਠੇ ਨੇ ਜਿਵੇਂ ਆਮ ਲੋਕ ਬਹਿੰਦੇ ਸੀ। ਸੰਸਾਰੀ ਕੱਪੜੇ ਪਾਏ, ਆਮ ਕੱਪੜੇ ਪਾ ਲਏ ਉਹਨਾਂ ਨੇ। ਉਹ ਪਹਿਰਾਵਾ ਛੱਡਤਾ ਜਿਹੜਾ ਸੰਤਾਂ ਵਾਲਾ ਸੀ ਜੀ। ਹੁਣ ਗੱਲ ਆ ਗਈ ਸ਼ਬਦ ਦੀ, ਗੁਰੂ ਦੀ। ਆਪਾਂ ਨੋਟ ਕਰੀਏ ਇਸ ਚੀਜ਼ ਨੂੰ ਕਿ ਜਦੋਂ ਗੁਰੂ ਨਾਨਕ ਸਾਹਿਬ ਨੇ ਆਖਰੀ ਵੇਲੇ ਕੌਤਕ ਰਚਿਆ, ਬਾਂਵਰੇ ਦਾ ਭੇਸ ਬਣਾ ਲਿਆ, ਜੰਗਲਾਂ ਨੂੰ ਚਲੇ ਗਏ। ਸਾਰੀ ਸੰਗਤ ਛੱਡ ਕੇ ਆ ਗਈ ਕਿਉਂਕਿ ਉਹਨਾਂ ਨੂੰ ਲੱਗਿਆ ਕਿ ਗੁਰੂ ਨਾਨਕ ਸਾਹਿਬ ਦਾ ਸ਼ਾਇਦ ਦਿਮਾਗ ਟਿਕਾਣੇ ਤੇ ਨਹੀਂ ਰਿਹਾ ਜੀ। ਗੁਰਬਾਣੀ 'ਚ ਵੀ ਕੋਈ ਆਖੇ ਭੂਤਨਾ ਕੋ ਕਹੈ ਬਤਾਲਾ, ਉਹਨਾਂ ਨੇ ਤਾਂ ਲਿਖਤਾ ਨਾ ਇਹ। ਸਿਰਫ ਗੁਰੂ ਅੰਗਦ ਸਾਹਿਬ ਨਾਲ ਰਹਿ ਗਏ ਸੀ। ਲੋਕ ਮੁੜੇ ਆਏ, ਵਾਪਸ ਆ ਗਏ ਪਿੰਡਾਂ 'ਚ, ਗੱਲਾਂ ਚੱਲ ਪਈਆਂ, ਪਲਾਂ 'ਚ ਫੈਲ ਗਈ ਖਬਰ ਕਿ ਗੁਰੂ ਨਾਨਕ ਸਾਹਿਬ ਦਾ ਦਿਮਾਗ ਸ਼ਾਇਦ ਟਿਕਾਣੇ ਤੇ ਨਹੀਂ ਰਿਹਾ ਉਹਨਾਂ ਦੀ ਸੋਚ ਮੁਤਾਬਕ। ਪਰ ਗੁਰੂ ਨਾਨਕ ਸਾਹਿਬ ਤਾਂ ਕੁਝ ਹੋਰ ਪ੍ਰੈਕਟੀਕਲ ਕਰਕੇ ਦਿਖਾਉਣਾ ਚਾਹੁੰਦੇ ਸੀ। ਹਨੇਰਾ ਹੋ ਗਿਆ, ਥਾਂ ਥਾਂ ਤੇ ਗੱਲਾਂ ਚੱਲ ਪਈਆਂ। ਕਾਫੀ ਲੇਟ ਗੁਰੂ ਨਾਨਕ ਸਾਹਿਬ ਫਿਰ ਗੁਰੂ ਅੰਗਦ ਸਾਹਿਬ ਨੂੰ ਲੈ ਕੇ ਵਾਪਸ ਆਏ। ਰਸਤੇ ਵਿੱਚ ਜਿਹੜੇ ਲੋਕ ਪਰਿਆਂ 'ਚ ਬੈਠੇ ਗੱਲਾਂ ਕਰਦੇ ਸੀ, ਰਸਤਿਆਂ 'ਚ ਖੜੇ ਸੀ, ਉਹਨਾਂ ਨੂੰ ਮਿਲਦੇ ਗਏ। ਭਾਈ ਠੀਕ ਹੋ, ਨਾਮ ਜਪਿਆ ਕਰੋ, ਕਿਰਤ ਕਰਿਆ ਕਰੋ, ਵੰਡ ਛਕਿਆ ਕਰੋ। ਉਹੀ ਸਿੱਖਿਆਵਾਂ ਦੇ ਰਹੇ ਨੇ। ਫਿਰ ਚਰਚਾ ਚੱਲ ਪਈ, ਉਹ ਤਾਂ ਠੀਕ ਨੇ। ਅਗਲੇ ਦਿਨ ਦੀ ਸੰਗਤ 'ਚ ਵਧੇਰੇ ਇਕੱਠ ਹੋਇਆ, ਇਲਾਕੇ ਦੇ ਵੀ ਲੋਕ ਆ ਗਏ ਕਿ ਆਹ ਜੇ ਘਟਨਾ ਘਟੀ ਸੀ, ਹੋਇਆ ਕੀ ਸੀ ਦੇਖਣ ਲਈ। ਜਿਵੇਂ ਕੋਈ ਸਪੈਸ਼ਲ ਜਦੋਂ ਕੋਈ ਘਟਨਾ ਘਟ ਜਾਵੇ ਆਪਣੇ ਵੀ ਮਨ 'ਚ ਹੋ ਜਾਂਦੀ ਉਤਸੁਕਤਾ ਵੀ ਦੇਖ ਕੇ ਆਈਏ ਜੀ। ਬਿਲਕੁਲ। ਸੋ ਬਹੁਤ ਵੱਡਾ ਇਕੱਠ ਹੋਇਆ। ਗੁਰੂ ਨਾਨਕ ਸਾਹਿਬ ਨੇ ਸਟੇਜ ਤੇ ਆਉਂਦਿਆਂ ਨੇ ਇੱਕੋ ਗੱਲ ਕਹੀ ਸੀ ਜੋ ਜਿੱਥੋਂ ਉਹ ਪ੍ਰਚਾਰ ਕਰਦੇ ਸੀ ਕਿ ਮੈਨੂੰ ਸਿਰਫ ਇੱਕ ਗੱਲ ਦਾ ਜਵਾਬ ਦਿਓ ਗੁਰਸਿੱਖੋ, ਕੱਲ ਮੈਨੂੰ ਜੰਗਲ 'ਚ ਕਾਹਤੋਂ ਛੱਡ ਕੇ ਆਏ ਸੀ? ਘਬਰਾ ਗਈ ਸੰਗਤ। ਉਹਨਾਂ ਨੇ ਕਿਹਾ ਮਹਾਰਾਜ ਅਸੀਂ ਨਹੀਂ ਛੱਡ ਕੇ ਆਏ ਸੀ, ਤੁਸੀਂ ਆਪ ਗਏ ਸੀ। ਕਹਿੰਦੇ ਬੇਸ਼ੱਕ ਮੈਂ ਗਿਆ ਸੀ, ਤੁਸੀਂ ਮੈਨੂੰ ਵਾਪਸ ਕਿਉਂ ਨਹੀਂ ਲੈ ਕੇ? ਉੱਥੇ ਐਡੇ ਜਾਨਵਰ, ਮੇਰਾ ਕੋਈ ਨੁਕਸਾਨ ਹੋ ਜਾਂਦਾ, ਮੈਨੂੰ ਮਾਰ ਵੀ ਸਕਦੇ ਸੀ। ਉਹ ਕਹਿੰਦੇ ਜੀ ਬਿਲਕੁਲ। ਸਿਰਫ ਕਹਿੰਦੇ ਮੈਨੂੰ ਤਾਂ ਇੰਨਾ ਪੁੱਛਣਾ ਚਾਹੁੰਦਾ ਵੀ ਤੁਸੀਂ ਛੱਡ ਕੇ ਕਿਉਂ ਆਏ ਸੀ? ਮੈਂ ਕੋਈ ਨਾਰਾਜ਼ ਨਹੀਂ, ਗੱਲ ਹੀ ਕਰਨੀ ਚਾਹੁੰਦਾ। ਉਹ ਕਹਿੰਦੇ ਜੀ ਦਰਅਸਲ ਸਾਨੂੰ ਤੁਹਾਡੇ 'ਚ ਉਹ ਗੱਲ ਨਹੀਂ ਨਜ਼ਰ ਆਈ, ਉਹ ਗੱਲ ਸਾਨੂੰ ਤੁਹਾਡੇ 'ਚ ਨਜ਼ਰ ਨਹੀਂ ਆਈ। ਬਸ ਗੁਰੂ ਨਾਨਕ ਸਾਹਿਬ ਨੇ ਕਹਿੰਦੇ ਅੱਜ ਤੁਸੀਂ ਫੈਸਲਾ ਕਰ ਦਿੱਤਾ, ਮੈਂ ਨਹੀਂ, ਕਿ ਤੁਹਾਡਾ ਗੁਰੂ ਆ ਸਰੀਰ ਨਹੀਂ। ਉਹ ਗੱਲ ਹੈ, ਉਹ ਸ਼ਬਦ ਹੈ, ਉਹ ਵਿਚਾਰ ਨੇ। ਜਦੋਂ ਤੁਹਾਨੂੰ ਮੇਰੇ ਅੰਦਰ ਇਸੇ ਸਰੀਰ 'ਚ, ਜਿਹਨੂੰ ਤੁਸੀਂ ਆਪਦਾ ਗੁਰੂ ਮੰਨਦੇ ਹੋ, ਇਸੇ ਸਰੀਰ 'ਚ ਉਹ ਲਫ਼ਜ਼ ਨਹੀਂ ਮਿਲੇ, ਉਹ ਗੱਲ ਨਹੀਂ ਮਿਲੀ, ਉਹ ਗਿਆਨ ਨਹੀਂ ਮਿਲਿਆ, ਤੁਸੀਂ ਜਾਨਵਰਾਂ ਕੋਲ ਛੱਡਿਆ ਮੈਨੂੰ, ਖਾਜਾ ਸਾਡੇ ਕਿਸੇ ਕੰਮ ਦਾ ਨਹੀਂ। ਤੇ ਹੁਣ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਉਹੀ ਗਿਆਨ, ਉਹੀ ਗੱਲ ਹੁਣ ਮੈਂ ਲੈਣੇ ਨੂੰ ਦੇ ਕੇ ਚੱਲੇ ਹਾਂ। ਇਹਦੇ ਅੰਦਰ ਉਹੀ ਜੋਤ ਹੈ, ਉਹੀ ਗਿਆਨ ਹੈ। ਅੱਜ ਤੋਂ ਇਹੀ ਗੁਰੂ ਨਾਨਕ ਹੈ। ਬਿਲਕੁਲ ਸਹੀ ਗੱਲ। ਗੁਰੂ ਨਾਨਕ ਸਾਹਿਬ ਨੇ ਆਪਣੀ ਜੋਤ ਭਾਈ ਲਹਿਣਾ ਗੁਰੂ ਅੰਗਦ ਸਾਹਿਬ 'ਚ ਟਿਕਾਈ। ਭਾਈ ਸਾਹਿਬ ਤੁਸੀਂ ਬੜੇ ਸੋਹਣੇ ਢੰਗ ਦੇ ਵਿੱਚ ਸਿੱਖ ਧਰਮ ਦੀ ਆਰੰਭਤਾ ਕਿਉਂ ਹੋਈ, ਗੁਰੂ ਨਾਨਕ ਪਾਤਸ਼ਾਹ ਨੇ ਇਸ ਧਰਮ ਨੂੰ ਕਿਉਂ ਆਰੰਭ ਕੀਤਾ, ਕੀ ਕਾਰਨ ਸੀਗਾ, ਉਸ ਸਮੇਂ ਦੇ ਸਾਰੇ ਰਾਜਨੀਤਿਕ, ਆਰਥਿਕ, ਸਮਾਜਿਕ ਹਾਲਾਤਾਂ ਦੇ ਬਾਖੂਬੀ ਢੰਗ ਦੇ ਨਾਲ ਚਾਨਣਾ ਪਾ ਕੇ ਅੱਜ ਤੱਕ ਗੁਰੂ ਅੰਗਦ ਸਾਹਿਬ ਤੱਕ ਆਏ ਹਾਂ। ਇੱਥੇ ਆਪਾਂ ਨੂੰ ਇੱਕ ਛੋਟੀ ਜਿਹੀ ਬ੍ਰੇਕ ਲੈਣੀ ਪਵੇਗੀ। ਸੋ ਦੋਸਤੋ ਜਾਣਾ ਕਿਤੇ ਨਹੀਂ। ਇਸ ਬ੍ਰੇਕ ਤੋਂ ਬਾਅਦ ਗੱਲ ਕਰਾਂਗੇ ਕਿਵੇਂ ਗੁਰੂ ਨਾਨਕ ਸਾਹਿਬ ਨੇ ਆਪਣੀ ਜੋਤ ਭਾਈ ਲਹਿਣਾ ਗੁਰੂ ਅੰਗਦ ਸਾਹਿਬ 'ਚ ਟਿਕਾਈ ਤੇ ਕਿਵੇਂ ਗੁਰੂ ਅੰਗਦ ਸਾਹਿਬ ਤੋਂ ਇਹ ਜੋਤ ਅੱਗੇ ਚੱਲਦੀ ਰਹੀ ਤੇ ਇੱਕ ਸਿੱਖ ਧਰਮ ਦੇ ਵਿੱਚ ਕਿਵੇਂ ਵਿਕਾਸ ਹੋਇਆ, ਕਿਹੜੀ ਸੰਸਥਾ ਤੇ ਕਿਹੜੀ ਪਰੰਪਰਾ ਨੇ ਆਗਾਜ਼ ਕੀਤਾ। ਜੁੜੇ ਰਹੋ ਤੁਸੀਂ ਏਵਨ ਪੰਜਾਬੀ ਤੇ ਚੱਲ ਰਹੇ ਖਾਸ ਪ੍ਰੋਗਰਾਮ ਤੱਥਾਂ ਦੇ ਆਧਾਰ ਤੇ, ਪ੍ਰੋਗਰਾਮ ਇਤਿਹਾਸ ਦੀ ਤਹਿ ਤੱਕ। ਮੈਂ ਆਪਣੇ ਇਹ ਮੋਢਿਆਂ ਤੇ ਗੋਡਿਆਂ ਤੋਂ ਬਹੁਤ ਦੁਖੀ ਸੀ। ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ, ਮੈਂ ਦੱਸ ਵੀ ਨਹੀਂ ਸਕਦਾ। ਪਰ ਜਦ ਤੋਂ ਮੈਨੂੰ ਫੀ ਰਿਲੀਫ ਮਿਲਿਆ, 2.5-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ, ਮੋਢੇ ਵੀ ਓਕੇ। ਜੀ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ तो बेझिझक होकर इसको इस्तेमाल करो। सिर्फ 2.5-3 महीने ये 125 बीमारियां तक का इलाज कर सकता है। फी रिलीफ हमेशा याद रखो। बस कुछ दिनों तो मैनू बालों की बड़ी समस्या सी, मेरे बाल झड़ने शुरू हो गए सी। मैनू मेरे दोस्त ने ऑयल फी रिलीफ वाले दसिया। मैं ये तेल 3 महीने लाना अपने सिर ते अप्लाई किया। ये बिल्कुल आयुर्वैदिक तेल है, इसका कोई साइड इफेक्ट नहीं है। तो मेरे बाल जेडे गंजपन पैना शुरू हो गया सी, वो दोबारा आने लग गए। तो मैनू तो बड़ा फायदा दिता इसने। जे तुहानू भी किसी इस तरह की प्रॉब्लम का तुसीं सामना कर रहे हो तो ये तेल लाना ना भुल्लो। कितना कितनी असीं अपने बालां करके शर्म फील करते हैं कि सोसाइटी बैठे हैं कि कोई मजाक ना कर रहा है, पर थैंक्स टू फ्री रिलीफ जिन्हें मेरा कॉन्फिडेंस बिल्ड किया, जिहदे लगान नाल मैं मार्केट में बड़ा ही कॉन्फिडेंट हाँ और इहदे नाल मैनूं बड़ा फायदा होया। तो मैनूं सर्वाइकल की भी दिक्कत सी तो उहदे नाल भी मैनूं बड़ा रिलीफ मिलिया। ये यूज़ करो तो मैं प्रैक्टिकल यूज़ कर रहा। ब्रेक तो बाद तुहाडा सारिਆਂ ਦਾ स्वागत है जी तुहाडे अपने प्रोग्राम इतिहास की तह तक।
ਜੀ ਹਾਂ ਦੋਸਤੋ, ਬ੍ਰੇਕ ਤੇ ਜਾਣ ਤੋਂ ਪਹਿਲਾਂ ਆਪਾਂ ਗੱਲ ਕਰ ਰਹੇ ਸਾਂ ਉਹ ਇਤਿਹਾਸਕ ਵਰਕਿਆਂ ਸੰਬੰਧੀ ਤੇ ਸਾਡੇ ਨਾਲ ਅੱਜ ਈਵਨ ਪੰਜਾਬੀ ਦੇ ਇਸ ਪਵਿੱਤਰ ਵਿਹੜੇ ਵਿੱਚ ਪਹੁੰਚੇ ਨੇ ਸਾਡੇ ਅਤੀ ਸਤਿਕਾਰਯੋਗ ਇਤਿਹਾਸ ਦੇ ਵਿਦਿਆਰਥੀ ਸਰਦਾਰ ਕੰਵਰਦੀਪ ਸਿੰਘ ਜੀ। ਕੰਵਰਦੀਪ ਸਿੰਘ ਜੀ, ਬ੍ਰੇਕ ਤੇ ਜਾਣ ਤੋਂ ਪਹਿਲਾਂ ਆਪਾਂ ਗੱਲ ਕਰ ਰਹੇ ਸਾਂ, ਤੁਸੀਂ ਵੀ ਬਾਖੂਬੀ ਢੰਗ ਨਾਲ ਦੱਸ ਰਹੇ ਸੀਗੇ ਕਿਵੇਂ ਗੁਰੂ ਨਾਨਕ ਪਾਤਸ਼ਾਹ ਨੇ ਉਸ ਸਮੇਂ ਲੋਕਾਂ ਦੇ ਦੁੱਖ ਨੂੰ ਆਪਣਾ ਦੁੱਖ ਸਮਝਿਆ ਤੇ ਉਹਨਾਂ ਨੂੰ ਆਪਣੇ ਗਲਾਵੇ ਵਿੱਚ ਲੈ ਕੇ, ਆਪਣੀ ਗਲਵਕੜੀ 'ਚ ਲੈ ਕੇ ਉਹਨਾਂ ਦੇ ਦੁੱਖ ਵਿੱਚ ਉਹਨਾਂ ਦੇ ਹਮਦਰਦ ਬਣੇ, ਉਹਨਾਂ ਨੂੰ ਇੱਕ ਇਹੋ ਜਿਹਾ ਸਿਧਾਂਤ, ਇੱਕ ਇਹੋ ਜਿਹਾ ਫਲਸਫਾ ਦਿੱਤਾ ਤਾਂ ਜੋ ਉਹ ਜਿਹੜੀ ਮਰ ਚੁੱਕੀ ਲੋਕਾਈ ਸੀ ਉਹ ਆਪਣੇ ਅੰਦਰ ਜੀਵਤ ਕਰ ਸਕਣ, ਆਪਣੇ ਅੰਦਰ ਜਿੰਦਾ ਕਰ ਸਕਣ। ਗੁਰੂ ਨਾਨਕ ਸਾਹਿਬ ਤੋਂ ਬਾਅਦ ਗੁਰੂ ਅੰਗਦ ਸਾਹਿਬ ਦਾ ਸਮਾਂ ਆਇਆ, ਗੁਰੂ ਨਾਨਕ ਸਾਹਿਬ ਦੀ ਜੋਤ ਗੁਰੂ ਅੰਗਦ ਸਾਹਿਬ 'ਚ ਟਿਕਾਈ ਗਈ। ਕਿ ਜਿੰਨੇ ਵੀ ਗੁਰੂ ਸਾਹਿਬਾਨ ਹੋਏ ਨੇ ਇਹਨਾਂ ਨੇ ਕੋਈ ਮਿਸ਼ਨ ਨੂੰ ਵੱਖਰਾ ਤੋਰਿਆ ਜਾਂ ਫਿਰ ਕੋਈ ਚੇਂਜਸ ਲੈ ਕੇ ਆਂਦੇ? ਗੁਰੂ ਅੰਗਦ ਸਾਹਿਬ ਤੋਂ ਤੁਸੀਂ ਕਿਵੇਂ ਕਹਿਣਾ ਸ਼ੁਰੂ ਕਰੋਗੇ? ਹਨੂਮੰਤ ਜੀ, ਜੋ ਵਿਚਾਰਧਾਰਾ ਗੁਰੂ ਨਾਨਕ ਸਾਹਿਬ ਨੇ ਦੇ ਦਿੱਤੀ ਨਾ ਜੀ, 10 ਗੁਰੂ ਸਾਹਿਬਾਨ ਉਸੇ ਰਾਹ ਤੇ ਚੱਲੇ ਨੇ, ਉਹਨਾਂ ਨੇ 1 ਇੰਚ ਵੀ ਇੱਧਰ ਉੱਧਰ ਨਹੀਂ ਹੋਏ ਜੀ। ਕਈ ਵਾਰੀ ਸਾਨੂੰ ਲੱਗਦਾ ਹੈ ਵੀ ਕਈਆਂ ਇਤਿਹਾਸਕਾਰਾਂ ਨੇ ਵੀ ਟਪਲਾ ਖਾ ਲਿਆ ਵੀ 6ਵੇਂ ਗੁਰੂ ਤੇ ਆ ਕੇ ਪਤਾ ਨਹੀਂ ਚੇਂਜ ਹੋ ਗਿਆ ਜੀ। ਇਹ ਆਪਣੇ ਆਪ ਨਹੀਂ ਸੀ ਹੋਇਆ। ਗੁਰੂ ਨਾਨਕ ਸਾਹਿਬ ਨੇ ਇਸ ਪੂਰੀ ਦੀ ਪੂਰੀ ਪਲਾਨਿੰਗ ਸਮਝਾ ਕੇ ਗੁਰੂ ਅੰਗਦ ਸਾਹਿਬ ਮਹਾਰਾਜ ਨੂੰ ਦੇ ਕੇ ਗਏ ਸੀ ਜੀ। ਹੁਣ ਦੇਖੋ, ਜਦੋਂ ਮਾਨਸਿਕ ਤੌਰ ਤੇ ਗੁਰੂ ਨਾਨਕ ਸਾਹਿਬ ਨੇ, ਉੱਥੇ ਆਪਣੀ ਇੱਕ ਗੱਲ ਰਹਿ ਗਈ ਸੀ, ਸਾਰੀ ਬਾਣੀ ਇਕੱਤਰਤ ਕੀਤੀ ਗੁਰੂ ਨਾਨਕ ਸਾਹਿਬ ਨੇ। ਇੱਥੇ ਵੀ ਭੁਲੇਖਾ ਪੈ ਜਾਂਦਾ ਹੈ ਕਿ ਬਾਣੀ ਸ਼ਾਇਦ ਗੁਰੂ ਅਰਜਨ ਸਾਹਿਬ ਨੇ ਇਕੱਠੀ ਕੀਤੀ ਹੈ, ਪਰ ਤੁਸੀਂ ਨਾ ਗੁਰੂ ਗ੍ਰੰਥ ਸਾਹਿਬ ਨੂੰ ਜਦੋਂ ਗੌਰ ਨਾਲ ਵਾਚੋਗੇ ਤਾਂ ਬਹੁਤ ਸਾਰੇ ਸ਼ਲੋਕ ਸ਼ਬਦ ਮਿਲਦੇ ਨੇ ਜਿਨ੍ਹਾਂ ਤੋਂ ਸਾਨੂੰ ਪਤਾ ਲੱਗਦਾ ਕਿ ਇਹ ਬਾਣੀ ਇਹਨਾਂ ਗੁਰੂ ਸਾਹਿਬਾਨਾਂ ਦੇ ਕੋਲ ਮੌਜੂਦ ਸੀ। ਜਿਵੇਂ ਕਿ ਇੱਕ ਸ਼ਲੋਕ ਆਉਂਦਾ ਹੈ, ਫਰੀਦਾ ਰੱਤੀ ਰਤ ਨਾ ਨਿਕਲੇ ਜੇ ਤਨ ਚੀਰੈ ਕੋਏ, ਜੋ ਤਨ ਰੱਤੇ ਰੱਬ ਸਿਓ ਤਿੰਨ ਤਨ ਰਤ ਨਾ ਹੋਏ। ਇੱਥੇ ਮੇਰੇ ਵਰਗੇ ਭੁੱਲੜਾਂ ਨੂੰ ਇਹ ਭੁਲੇਖਾ ਲੱਗ ਸਕਦਾ ਸੀ ਕਿ ਸ਼ਾਇਦ ਜਾਂ ਅਰਥ ਕਰਨ ਲੱਗੇ ਸੀ ਇਹ ਗੱਲਾਂ ਕਹਿ ਜਾਣੀਆਂ ਸੀ, ਦੇਖੋ ਜੀ ਅੱਜ ਜਿਵੇਂ ਮਹਾਂਪੁਰਸ਼ ਆਵੇਂ ਕਰਦੇ ਨੇ ਸਟੇਜਾਂ ਤੇ ਵੀ ਦੇਖੋ ਜੀ ਗੁਰਬਾਣੀ 'ਚ ਲਿਖਿਆ ਹੋਇਆ ਜਿਹੜੇ ਨਾਮ ਦੇ ਵਿੱਚ ਰੰਗੇ ਹੋਏ ਹੁੰਦੇ ਨੇ ਉਹਨਾਂ ਦੇ ਸਰੀਰ 'ਚ ਖੂਨ ਹੀ ਨਹੀਂ ਹੁੰਦਾ। ਅਸੀਂ ਅਰਥ ਇਹ ਕਰਨੇ ਸੀ ਤੇ ਇਹ ਗੁਰੂ ਅਮਰਦਾਸ ਸਾਹਿਬ ਨੂੰ ਵੀ ਪਤਾ ਸੀ। ਉਹਨਾਂ ਨੇ ਉਹਦਾ ਜਵਾਬ ਉੱਥੇ ਲਿਖਿਆ ਹੋਇਆ, ਫਰੀਦਾ ਇਹ ਤਨ ਸਭੋ ਰਤ ਹੈ, ਰਤ ਬਿਨ ਤਨ ਨਾ ਹੋਏ, ਜੋ ਤਨ ਰੱਤੇ ਰੱਬ ਸਿਓ ਤਿੰਨ ਤਨ ਲੋਭ ਰਤ ਨਾ ਹੋਏ। ਸੋ ਕਹਿਣ ਦਾ ਭਾਵ ਇਟ ਮੀਨ ਕਿ ਉਹਨਾਂ ਕੋਲੇ ਉਦੋਂ ਬਾਣੀ ਦਾ ਇਹ ਭੰਡਾਰ ਮੌਜੂਦ ਸੀ। ਬਾਣੀ ਦੀ ਉਹ ਪੋਥੀ ਜੋ ਇਕੱਤਰਤ ਕੀਤੀ ਸੀ ਗੁਰੂ ਅੰਗਦ ਸਾਹਿਬ ਨੂੰ ਦੇ ਕੇ ਗਏ ਸੀ, ਉਸੇ ਦੇ ਅਨੁਸਾਰ ਉਹਨਾਂ ਨੇ ਅੱਗੇ ਪਲਾਨਿੰਗ ਕਰਨੀ ਸੀ, ਸਮਝਾ ਕੇ ਗਏ ਸੀ। ਸੋ ਗੁਰੂ ਅੰਗਦ ਸਾਹਿਬ ਦੇ ਵੇਲੇ ਤੱਕ ਮਾਨਸਿਕ ਤੌਰ ਦੇ ਉੱਤੇ ਪੂਰੀ ਤਰ੍ਹਾਂ ਮਜ਼ਬੂਤ ਹੁੰਦਾ ਜਾਂਦਾ ਸੀ ਸਿੱਖ ਸਮਾਜ ਜੀ। ਅੰਦਰੋਂ ਡਰ ਨਿਕਲਣਾ ਸ਼ੁਰੂ ਹੋ ਗਿਆ, ਨਿਰਭਉ ਔਰ ਨਿਰਵੈਰ ਹੋ ਗਏ, ਇੱਕ ਓੰਕਾਰ ਦੇ ਲੜ ਲੱਗ ਗਏ ਜੀ, ਇੱਕ ਦੇ ਬਣ ਗਏ। ਤੇ ਉਸੇ ਲੜੀ ਨੂੰ ਅੱਗੇ ਤੋਰਦੇ ਹੋਏ ਫਿਰ ਗੁਰੂ ਅੰਗਦ ਸਾਹਿਬ ਨੇ ਦੇਖਿਆ ਕਿ ਹੁਣ ਸਾਨੂੰ ਸਰੀਰਕ ਤੌਰ ਤੇ ਵੀ ਤਾਕਤ ਦੀ ਜ਼ਰੂਰਤ ਹੈ ਜੀ। ਬਿਲਕੁਲ। ਮਾਨਸਿਕ ਤੌਰ ਤੇ ਗੁਰੂ ਨਾਨਕ ਸਾਹਿਬ ਨੇ ਤਿਆਰ ਕੀਤਾ ਔਰ ਸਰੀਰਕ ਤੌਰ ਤੇ ਮੱਲ ਅਖਾੜੇ ਜਿਨ੍ਹਾਂ ਨੂੰ ਕੁਸ਼ਤੀਆਂ ਅੱਜ ਕਿਹਾ ਜਾਂਦਾ ਜਾਂ ਰੈਸਲਿੰਗ ਆਪਾਂ ਕਹਿ ਦਿੰਦੇ ਆ, ਇਹ ਗੁਰੂ ਅੰਗਦ ਸਾਹਿਬ ਨੇ ਸ਼ੁਰੂਆਤ ਕੀਤੀ। ਜੁੱਸਾ ਤਕੜਾ ਹੋ, ਸਰੀਰ ਤਕੜਾ ਹੋ, ਮਨ ਪਹਿਲਾਂ ਤਕੜਾ ਹੈ ਤਾਂ ਤੁਹਾਡੇ ਅੰਦਰ ਕੁਝ ਕਰਨ ਦੀ ਤਾਕਤ ਵੱਧਦੀ ਹੈ। ਮਾੜੇ ਵਿਕਾਰਾਂ ਤੋਂ ਰੋਕ ਕੇ ਜਵਾਨੀ ਨੂੰ ਗੁਰੂ ਅੰਗਦ ਸਾਹਿਬ ਨੇ ਇਸ ਪਾਸੇ ਲਾ ਦਿੱਤਾ। ਫਿਜ਼ੀਕਲੀ ਤੌਰ ਤੇ ਮਜ਼ਬੂਤ ਕਰ ਦਿੱਤੇ। ਗੱਤਕੇ ਅਖਾੜੇ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਤਿਆਰ ਕੀਤੇ, ਉਹਨਾਂ ਦੇ ਚਲਾਏ ਹੋਏ ਅਖਾੜੇ ਅੱਜ ਵੀ ਚੱਲ ਰਹੇ ਨੇ ਜੀ। ਸੋ ਜਿਹੜੀਆਂ ਪੁਰਾਣੀਆਂ ਪਰੰਪਰਾਵਾਂ ਸੀ ਉਹ ਇੰਨ ਬਿਨ ਚੱਲਦੀਆਂ ਰਹੀਆਂ, ਨਾਲ ਐਡ ਹੋ ਗਿਆ ਸਰੀਰ ਨੂੰ ਫਿਜ਼ੀਕਲੀ ਤੌਰ ਤੇ ਵੀ ਫਿੱਟ ਰੱਖੀ ਅਸੀਂ। ਇੱਥੇ ਮੈਂ ਕੰਵਰਦੀਪ ਸਿੰਘ ਤੁਹਾਨੂੰ ਇਹ ਵੀ ਪੁੱਛਣਾ ਚਾਹੁੰਦਾ, ਇਹ ਵੀ ਕਿਹਾ ਜਾ ਰਿਹਾ ਗੁਰੂ ਅੰਗਦ ਸਾਹਿਬ ਦੁਆਰਾ ਗੁਰਮੁਖੀ ਲਿਪੀ ਦਾ ਵਿਕਾਸ, ਉਹ ਜਿਹੜੇ ਗੁਰਮੁਖੀ ਦੇ ਕਾਇਦੇ ਸੀ ਉਹਨਾਂ ਦਾ ਵੀ ਕਿਤੇ ਨਾ ਕਿਤੇ। ਹਾਂਜੀ ਹਾਂ, ਗੁਰੂ ਅੰਗਦ ਸਾਹਿਬ ਮਹਾਰਾਜ ਨੇ ਜੋ ਸਾਡੀ ਬੋਲੀ ਉਸ ਵੇਲੇ ਸਰਕਾਰੀ ਭਾਸ਼ਾ ਫਾਰਸੀ ਬਣ ਚੁੱਕੀ ਸੀ, ਪੰਜਾਬੀ ਐ ਸਮਝ ਲਓ ਰੁਲਦੀ ਫਿਰ ਰਹੀ ਸੀ, ਕੋਈ ਪੁੱਛਦਾ ਨਹੀਂ ਸੀ। ਸੋ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਬਹੁਤ ਵੱਡਾ ਉਪਰਾਲਾ ਕੀਤਾ। ਸਿੱਖੀ ਦੀ ਜੋ ਇਹ ਸਮਝ ਲਓ ਨੀਂਹ ਹੈ ਗੁਰੂ ਨਾਨਕ ਸਾਹਿਬ ਨੇ ਰੱਖੀ। ਪੰਜਾਬੀ ਵਿੱਚ ਬਾਣੀ ਉਹਨਾਂ ਨੇ ਖੁਦ ਵੀ ਲਿਖੀ। ਪੰਜਾਬੀ ਇਹ ਨਹੀਂ ਕਿ ਕਈ ਵਾਰੀ ਸਾਨੂੰ ਇਹ ਭੁਲੇਖਾ ਲੱਗਿਆ ਕਿ ਇਹ ਲਿਪੀ ਗੁਰੂ ਅੰਗਦ ਸਾਹਿਬ ਨੇ ਬਣਾਈ ਹੈ। ਬਣੀ ਇਹ ਪਹਿਲਾਂ ਦੀ ਆ ਰਹੀ ਹੈ ਕਿਉਂਕਿ ਕਬੀਰ ਜੀ ਦੀ, ਬਾਬਾ ਫਰੀਦ ਜੀ ਦੀ ਬਾਣੀ ਵੀ ਪੰਜਾਬੀ 'ਚ ਔਰ ਬਕਾਇਦਾ ਪੱਟੀ ਲਿਖੀ ਹੋਈ ਹੈ ਬਾਬਾ ਕਬੀਰ ਜੀ ਦੀ, ਜੋ ਕਿ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਹੋਏ ਨੇ। ਸੋ ਬਾਣੀ ਬੋਲੀ ਪਹਿਲਾਂ ਹੀ ਸੀ, ਇਹਨਾਂ ਨੇ ਇਹਨੂੰ ਅਪਣਾ ਕੇ ਪੂਰਨ ਤੌਰ ਤੇ ਪ੍ਰਚਾਰਿਆ ਜੀ। ਕੀ ਬਾਤ। ਇਹਨੂੰ ਬੱਚਿਆਂ ਨੂੰ ਊੜਾ ਐੜਾ ਸਿਖਾਉਂਦੇ ਸੀ ਖੁਦ ਗੁਰੂ ਅੰਗਦ ਸਾਹਿਬ। ਔਰ ਮੈਂ ਤਾਂ ਕਹਿੰਦਾ ਕਿੱਡੇ ਭਾਗਾਂ ਵਾਲੇ ਹੋਣਗੇ ਉਹ ਬੰਦੇ, ਬੱਚੇ ਜਿਨ੍ਹਾਂ ਨੇ ਜਿਹੜੇ ਗੁਰੂ ਅੰਗਦ ਸਾਹਿਬ ਦੀ ਗੋਦੀ 'ਚ ਬੈਠ ਕੇ ਪੜ੍ਹੇ ਹੋਣਗੇ ਜੀ। ਬਿਲਕੁਲ। ਤੇ ਗੁਰੂ ਨਾਨਕ ਸਾਹਿਬ ਦੇ ਕਿੰਨੇ ਕਨੈਕਟ ਵਰਤੀ ਹੋਣਗੇ। ਸੋ ਅੱਜ ਵੀ ਜਿਹੜਾ ਬਾਣੀ ਪੜ੍ਹਦਾ ਹੈ ਉਹ ਸਮਝ ਲਓ ਗੁਰੂ ਦੀ ਗੋਦੀ 'ਚ ਬੈਠਾ ਹੈ। ਸੋ ਜਦੋਂ ਸਰੀਰਕ ਤੌਰ ਤੇ ਵੀ ਮਜ਼ਬੂਤ ਹੋ ਗਏ, ਬਾਣੀ ਖੁਦ ਪ੍ਰਚਾਰੀ ਇਹਨਾਂ ਨੇ, ਪੰਜਾਬੀ ਦਾ ਮਾਧਿਅਮ ਰੱਖਿਆ ਮੁੱਖ ਤੌਰ ਤੇ, ਸਰਕਾਰੀ ਭਾਸ਼ਾ ਨੂੰ ਇਹਨਾਂ ਨੇ ਛੱਡ ਕੇ ਪੰਜਾਬੀ ਨੂੰ ਤਰਜੀਹ ਦਿੱਤੀ। ਤਾਂ ਹੀ ਕਰਕੇ ਇਹਨੂੰ ਗੁਰਮੁਖੀ ਦਾ ਨਾਮ ਮਿਲਿਆ ਕਿਉਂਕਿ ਗੁਰੂਆਂ ਨੇ ਇਹਨੂੰ ਬਹੁਤ ਪ੍ਰਚਾਰਿਆ।
ਅੱਜ ਵੀ ਜੇ ਸਾਡੀ ਲਿਪੀ ਦੀ ਗੱਲ ਹੁੰਦੀ ਹੈ ਤਾਂ ਇਹਨੂੰ ਗੁਰਮੁਖੀ ਲਿਪੀ ਲਿਖਿਆ ਜਾਂਦਾ ਹੈ। ਬਿਲਕੁਲ। ਕਈ ਲੋਕ ਇਸ ਕਰਕੇ ਵੀ ਨਫ਼ਰਤ ਕਰਦੇ ਨੇ ਕਿ ਇਹਦਾ ਨਾਮ ਗੁਰਮੁਖੀ ਹੈ, ਪਰ ਨਫ਼ਰਤ ਕਰਨ ਦਾ ਨਹੀਂ, ਸੰਭਾਲਣ ਦਾ ਲੋੜ ਹੈ ਕਿ ਸਾਡੀ ਕਿਸੇ ਵੀ ਢੰਗ ਨਾਲ ਸਾਡੀ ਬੋਲੀ ਨੂੰ ਸੰਭਾਲਿਆ ਗਿਆ। ਸੋ ਜਿਹੜੀਆਂ ਬੋਲੀਆਂ ਦੁਨੀਆ ਦੇ ਵਿੱਚ ਚੀਨੀ ਹੈ ਜਿਹੜੀ ਭਾਸ਼ਾ ਸਭ ਤੋਂ ਔਖੀ ਹੈ, ਚੀਨ ਦੀ ਭਾਸ਼ਾ, ਕਿਉਂਕਿ ਉਹ ਚਿੱਤਰ ਲਿਪੀ ਹੈ। ਤੁਹਾਨੂੰ ਮੈਂ ਤਾਂ ਦੱਸ ਰਿਹਾ ਵੀ ਇਸੇ ਨਾਲ ਸੰਬੰਧਿਤ ਹੈ ਉਹ। ਪਿੱਛੇ ਜੇ ਉਹਨਾਂ ਦੇ ਇੱਕ ਵਿਦਵਾਨਾਂ ਦਾ ਇਕੱਠ ਹੋਇਆ ਵੀ ਆਪਾਂ ਲਿਪੀ ਚੇਂਜ ਕਰ ਦਿਓ, ਕਿਉਂਕਿ ਇੰਨੀ ਔਖੀ ਹੈ। ਕੋਈ ਵੀ ਚੀਜ਼ ਤੁਸੀਂ ਕਹਿਣੀ ਹੈ ਚਿੱਤਰ ਬਣਾ ਕੇ ਤੁਹਾਨੂੰ ਦੱਸਣਾ ਪੈਂਦਾ ਹੈ, ਭਾਵੇਂ ਚਿੱਤਰ ਉਹਨਾਂ ਦੇ ਸੰਖੇਪ 'ਚ ਹੁੰਦੇ ਨੇ। ਉਹ ਬਦਲਣ ਦੀ ਗੱਲ ਹੋਈ ਤਾਂ ਫੈਸਲਾ ਹੋ ਗਿਆ ਸਾਰਾ ਕੁਝ ਵੀ ਆਪਾਂ ਨਵੀਂ ਲੈਂਗੁਏਜ ਕੋਈ ਵੀ ਅਡਾਪਟ ਕਰ ਲਓ, ਚਾਹੇ ਅੰਗਰੇਜ਼ੀ ਜਾਂ ਕੋਈ ਵੀ। ਪਰ ਇੱਕ ਵਿਦਵਾਨ ਨੇ ਫਿਰ ਗੱਲ ਆਖੀ, ਕਹਿੰਦਾ ਜੇ ਆਪਾਂ ਇਹ ਬੰਦ ਕਰਤੀ, ਆਉਣ ਵਾਲੀਆਂ ਸਦੀਆਂ 100 ਸਾਲ 200 ਸਾਲ 400 ਸਾਲ ਬਾਅਦ ਸਾਡੀ ਲਿਪੀ ਨੂੰ ਬਿਲਕੁਲ ਭੁੱਲ ਜਾਣਗੇ, ਔਰ ਜਿਹੜੇ ਸਾਡੇ ਇਤਿਹਾਸਕ ਗ੍ਰੰਥ ਪਏ ਨੇ ਜਿੱਥੋਂ ਸਾਨੂੰ ਸੇਧ ਮਿਲਣੀ ਹੈ ਉਹ ਵੀ ਸਾਰੇ ਖਤਮ ਹੋ ਜਾਣਗੇ, ਕਿਉਂਕਿ ਕਿਸੇ ਨੂੰ ਸਮਝ ਹੀ ਨਹੀਂ ਆਉਣੀ। ਬਿਲਕੁਲ। ਇਸ ਲਈ ਸਾਡੀ ਬੋਲੀ ਜਿਉਂਦੀ ਰਹਿਣੀ ਜ਼ਰੂਰੀ ਹੈ। ਪੰਜਾਬੀ ਤਾਂ ਬਹੁਤ ਸੌਖੀ ਔਰ ਅਮੀਰ ਭਾਸ਼ਾ ਹੈ ਜਿਹੜੀ ਕਿ ਗੁਰੂ ਸਾਹਿਬਾਨਾਂ ਨੇ ਪ੍ਰਸਾਰੀ ਔਰ ਅੱਜ ਸਾਨੂੰ ਵੀ ਇਹਨੂੰ ਸੰਭਾਲਣ ਦੀ ਲੋੜ ਹੈ। ਇੱਥੇ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਾਂਗਾ, ਅੱਜ ਸਾਡੇ ਕਾਫੀ ਦਰਸ਼ਕ, ਸਾਡੇ ਕਾਫੀ ਸਰੋਤੇ ਇਹ ਕਹਿ ਰਹੇ ਨੇ ਕਿ ਪੰਜਾਬੀ ਬੋਲੀ ਬਹੁਤ ਘਟ ਗਈ, ਪੰਜਾਬੀ ਬੋਲੀ ਦਾ ਵਿਕਾਸ ਨਹੀਂ ਕੀਤਾ ਜਾ ਰਿਹਾ। ਪਰੰਤੂ ਘਬਰਾਉਣ ਦੀ ਇੱਥੇ ਲੋੜ ਨਹੀਂ। ਜਦ ਤੱਕ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਹੈ, ਗੁਰਮੁਖੀ ਲਿਪੀ ਵਿੱਚ ਗੁਰੂ ਗ੍ਰੰਥ ਸਾਹਿਬ, ਉਦੋਂ ਤੱਕ ਪੰਜਾਬੀ ਬੋਲੀ ਨੂੰ ਕੁਝ ਨਹੀਂ ਹੋ ਸਕਦਾ, ਪੰਜਾਬੀ ਬੋਲੀ ਨੂੰ ਕੋਈ ਖਤਮ ਨਹੀਂ ਕਰ ਸਕਦਾ। ਪਰ ਆਪਾਂ ਨੂੰ ਉਪਰਾਲੇ ਲਗਾਤਾਰ ਕਰਦੇ ਰਹਿਣੇ ਪੈਣਗੇ। ਬਿਲਕੁਲ। ਕਿਉਂਕਿ ਖੜਾ ਪਾਣੀ ਹੈ ਜਿਹੜਾ ਉਹ ਕਦੇ ਨਾ ਕਦੇ ਸੁੱਕਦਾ ਜਾਂ ਖਰਾਬ ਹੁੰਦਾ ਹੈ। ਇਸ ਲਈ ਅਸੀਂ ਲਗਾਤਾਰ ਉਪਰਾਲੇ ਕਰੀਏ। ਹੁਣ ਆਪਾਂ ਇੱਥੋਂ ਤੁਰੇ ਅੱਗੇ, ਗੁਰੂ ਅੰਗਦ ਸਾਹਿਬ ਨੇ ਫਿਜ਼ੀਕਲੀ ਤੌਰ ਤੇ ਸਾਨੂੰ ਮਜ਼ਬੂਤ ਕਰ ਦਿੱਤਾ, ਕਿਉਂਕਿ ਆਪਾਂ ਟਾਈਮ ਦਾ ਵੀ ਥੋੜਾ ਜਿਹਾ ਦੇਖਣਾ ਹੈ। ਬਿਲਕੁਲ। ਤੀਸਰੇ ਪਾਤਸ਼ਾਹ ਆ ਗਏ, ਗੁਰਗੱਦੀ ਦੇ ਉੱਤੇ ਤੀਸਰੇ ਪਾਤਸ਼ਾਹ ਬਿਰਾਜਮਾਨ ਹੋ ਗਏ, ਜੋ ਕਿ ਇੱਥੇ ਇਹ ਵੀ ਦੇਖਣਾ ਕਿ ਸਿੱਖ ਧਰਮ ਦੇ ਵਿੱਚ ਉਮਰ ਦਾ ਕੋਈ ਤਕਾਜ਼ਾ ਨਹੀਂ ਹੈ ਜੀ। ਬਹੁਤ ਛੋਟੀ ਉਮਰ ਦੇ ਵੀ ਸਾਡੇ ਗੁਰੂ ਬਣੇ ਔਰ ਵੱਡੀ ਉਮਰ ਦੇ ਵਿੱਚ ਜਾ ਕੇ ਵੀ। ਇੱਥੋਂ ਪਤਾ ਲੱਗਦਾ ਕਿ ਸਰੀਰ ਦੀ ਕੋਈ ਗੱਲੇ ਨਹੀਂ, ਇੱਥੇ ਗੱਲ ਉੱਥੇ ਫੇਰ ਆਉਂਦੀ ਹੈ ਸ਼ਬਦ ਦੀ ਔਰ ਅੰਦਰਲੇ ਗਿਆਨ ਦੀ। ਤੁਹਾਡੇ ਅੰਦਰ ਕਿਸ ਉਮਰ 'ਚ ਹੈ ਕੋਈ ਮਾਇਨੇ ਨਹੀਂ ਰੱਖਦਾ। ਸੋ ਗੁਰੂ ਅਮਰਦਾਸ ਸਾਹਿਬ ਮਹਾਰਾਜ ਜਦੋਂ ਗੁਰਗੱਦੀ ਤੇ ਆਏ, ਅੱਜ ਕੱਲ੍ਹ ਆਮ ਤੌਰ ਤੇ ਸੋਚਿਆ ਜਾਂਦਾ ਜਾਂ ਕਿਹਾ ਵੀ ਜਾਂਦਾ ਔਰ ਦੇਖਿਆ ਵੀ ਜਾਂਦਾ ਕਿ ਬਜ਼ੁਰਗ ਹੁੰਦੇ ਨੇ ਜਿਹੜੇ ਉਹ ਥੋੜੇ ਬੈਕਵਰਡ ਹੁੰਦੇ ਨੇ, ਪੁਰਾਣੀਆਂ ਰਹੁ ਰੀਤਾਂ ਨੂੰ ਛੱਡਣਾ ਨਹੀਂ ਚਾਹੁੰਦੇ ਹੁੰਦੇ। ਤੁਸੀਂ ਵੀ ਘਰ 'ਚ ਕੋਈ ਕੰਮ ਕਰਦੇ ਹੋ, ਆਹ ਨਾ ਕਰਿਓ ਮਾੜਾ ਹੁੰਦਾ ਹੈ, ਆਹ ਕਰਿਓ ਚੰਗਾ ਹੁੰਦਾ, ਇਹ ਆਪਾਂ ਸੁਣਦੇ ਹਾਂ। ਔਰ ਗੁਰੂ ਅਮਰਦਾਸ ਸਾਹਿਬ ਬਜ਼ੁਰਗ ਸੀਗੇ, ਤਕਰੀਬਨ 65 ਸਾਲ ਦੀ ਉਮਰ ਸੀ। ਉਹਨਾਂ ਨੇ ਪੁਰਾਣੀਆਂ ਪਰੰਪਰਾਂ ਜਿੰਨੀਆਂ ਤੋੜੀਆਂ ਨੇ, ਅੰਗਰੇਜ਼ ਵੀ ਸ਼ਾਇਦ ਉਦੋਂ ਬਾਅਦ ਆ ਕੇ ਇੰਨੀ ਐਡਵਾਂਸ ਕੌਮ ਹੈ ਜਿਹੜੀ ਜਿਹਨੂੰ ਆਪਾਂ ਕਿਹਾ ਜਾਂਦਾ, ਉਹ ਵੀ ਉੱਥੇ ਤੱਕ ਨਹੀਂ ਪਹੁੰਚ ਸਕੇ। ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਜਿਹੜੀਆਂ ਪਰੰਪਰਾਵਾਂ ਕਾਇਮ ਕੀਤੀਆਂ, ਸਭ ਤੋਂ ਵੱਡੀ ਗੱਲ ਲੰਗਰ ਦੀ ਜਿਹੜੀ ਪ੍ਰਥਾ ਸੀ ਉਹਨੂੰ ਇੰਨਾ ਮਜ਼ਬੂਤ ਕਰ ਦਿੱਤਾ, ਹੁਕਮ ਕਰ ਦਿੱਤਾ ਕੋਈ ਉੱਚਾ ਕੋਈ ਨੀਵਾਂ ਸੰਗਤ ਵਿੱਚ ਆਉਣ ਤੋਂ ਪਹਿਲਾਂ ਪ੍ਰਸ਼ਾਦਾ ਲੰਗਰ ਵਿੱਚ ਛਕੂਗਾ। ਔਰ ਅਕਬਰ ਬਾਦਸ਼ਾਹ ਨੂੰ ਜਦੋਂ ਮਿਲਣਾ ਆਇਆ, ਅਕਬਰ ਬਾਦਸ਼ਾਹ ਗੁਰਦੇਵ ਬਾਦਸ਼ਾਹ ਨੂੰ, ਪਹਿਲਾਂ ਉਹਨਾਂ ਲਈ ਵੀ ਇਹ ਹੁਕਮ ਲਾਗੂ ਹੋਇਆ ਵੀ ਪਹਿਲਾਂ ਲੰਗਰ ਛਕਿਓ। ਤਾਂ ਇਹ ਕਿਹਾ ਜਾਂਦਾ ਪਹਿਲੇ ਪੰਗਤ ਪਾਛੇ ਸੰਗਤ। ਔਰ ਹੈਰਾਨੀ ਦੀ ਗੱਲ ਹਨੂੰਮੰਤ ਜੀ ਉੱਥੇ ਇੱਕ ਹੋਰ ਹੈ, ਜਦੋਂ ਅਕਬਰ ਨੇ ਦੇਖਿਆ ਕਿ ਬੜਾ ਖੂਬਸੂਰਤ ਢੰਗ ਦੇ ਨਾਲ ਲੋਕਾਂ ਲਈ ਇਹ ਕੰਮ ਕਰ ਰਹੇ ਨੇ, ਉਹ ਇੰਨੇ ਕੁ ਪਸੀਜ ਗਏ। ਉਹਨਾਂ ਨੇ ਕਿਹਾ ਸੀ, ਮਹਾਰਾਜ ਤੁਸੀਂ ਆਪਣੇ ਇਸ ਸਥਾਨ ਲਈ, ਜਗ੍ਹਾ ਲਈ ਮੰਗੋ, ਕੀ ਮੰਗਦੇ ਹੋ, ਤੁਹਾਨੂੰ ਜਗੀਰ ਲਾ ਦਿੰਦੇ ਤੁਹਾਡੇ ਨਾਮ, ਤੁਸੀਂ ਦੱਸੋ ਮੈਂ ਕੀ ਸੇਵਾ ਕਰ ਸਕਦਾ। ਹਜ਼ੂਰ ਨੇ ਕੁਛ ਨਹੀਂ ਮੰਗਿਆ ਆਪਦੇ ਲਈ, ਉਹਨਾਂ ਨੇ 2 ਚੀਜ਼ਾਂ ਮੰਗੀਆਂ ਸੀ। ਇੱਕ ਤਾਂ ਇਹ ਸੀ ਕਿ ਸਤੀ ਦੀ ਪ੍ਰਥਾ ਦੇ ਉੱਤੇ ਰੋਕ ਲਾ ਦਿਓ। ਅਕਬਰ ਬਾਦਸ਼ਾਹ ਤੋਂ ਕਾਨੂੰਨ ਪਾਸ ਕਰਵਾਇਆ ਸੀ ਗੁਰੂ ਸਾਹਿਬ ਨੇ, ਬੇਸ਼ੱਕ ਉਹ ਇੰਨ ਬਿਨ ਪ੍ਰੋਪਰ ਲਾਗੂ ਨਹੀਂ ਹੋ ਸਕਿਆ ਕਿਉਂਕਿ ਹਾਲਾਤ ਉਦੋਂ ਇਦਾਂ ਦੇ ਸੀ। ਦੂਸਰਾ ਮੰਗਿਆ ਉਹਨਾਂ ਨੇ ਜ਼ਿਮੀਂਦਾਰਾਂ ਦਾ ਟੈਕਸ ਮਾਫ ਕਰ ਦਿਓ, ਕਿਉਂਕਿ ਐਤਕੀ ਕਾਲ ਪੈ ਗਿਆ, ਇਹਨਾਂ ਦੀ ਫਸਲ ਨਹੀਂ ਹੋਈ ਜੀ। ਆਪਣੇ ਲਈ ਕੁਝ ਨਹੀਂ ਮੰਗ ਰਹੇ, ਜਿਹੜਾ ਲੋਕਾਂ ਲਈ ਮੰਗ ਰਹੇ ਨੇ, ਤਾਂ ਇਟ ਮੀਨ ਇਹ ਦੇਖੋ ਉਹਨਾਂ ਲੋਕਾਂ ਦੇ ਦਿਲ 'ਚ ਕਿੰਨਾ ਕੁ ਸਥਾਨ ਹੋ ਗਿਆ ਗੁਰੂ ਸਾਹਿਬ ਦਾ। ਉਹ ਤਾਂ ਕਾਇਲ ਹੋ ਗਏ ਨਾ ਉਹਨਾਂ ਦੇ ਕਿ ਆਪਣੇ ਲਈ ਕੁਝ ਵੀ ਨਹੀਂ ਮੰਗਿਆ। ਇੱਕ ਬਾਦਸ਼ਾਹ ਸਮਰਾਟ ਉਸ ਵੇਲੇ ਦਾ ਜਿਹਨੇ 50 ਸਾਲ ਰਾਜ ਕੀਤਾ, ਸਭ ਤੋਂ ਤਾਕਤਵਰ ਬਾਦਸ਼ਾਹ, ਉਹ ਕਹਿ ਰਿਹਾ ਮੇਰੇ ਤੋਂ ਲੈ ਲਓ, ਪਰ ਲੈ ਰਹੇ ਹੋ ਲੋਕਾਂ ਲਈ ਨੇ। ਸੋ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਜਿਹੜੀਆਂ ਮਾੜੀਆਂ ਪਰੰਪਰਾਵਾਂ ਖਤਮ ਕੀਤੀਆਂ, ਬਾਲ ਵਿਆਹ ਦੇ ਉੱਤੇ ਸਿੱਖਾਂ ਨੂੰ ਸਪੈਸ਼ਲ ਕਹਿ ਦਿੱਤਾ, ਆਮ ਸੰਗਤ ਨੂੰ ਹੁਕਮ ਕਰ ਦਿੱਤਾ, ਸਾਰੇ ਲੋਕਾਂ ਨੂੰ ਕਿ ਬੱਚਿਆਂ ਦਾ ਭਾਈ ਵਿਆਹ ਨਾ ਕਰੋ, ਇਹ ਉਮਰ ਵਿਆਹ ਦੀ ਨਹੀਂ ਹੁੰਦੀ, ਇਹਨਾਂ ਦੀ ਖੇਡਣ ਦੀ ਹੈ, ਖੇਡਣ ਦਿਓ। ਪਰਦਾ ਪ੍ਰਥਾ ਅੱਜ ਵੀ ਸਾਡੇ ਪਿੰਡਾਂ 'ਚੋਂ ਪੂਰੀ ਤਰ੍ਹਾਂ ਪਰਦਾ ਰਸਮ ਖਤਮ ਨਹੀਂ ਹੋਈ, ਬਜ਼ੁਰਗਾਂ ਤੋਂ ਬੀਬੀਆਂ ਘੁੰਡ ਕੱਢਦੀਆਂ ਨੇ। ਇੱਕ ਸਾਖੀ ਵੀ ਪ੍ਰਚਲਿਤ ਹੈ ਕਿ ਇੱਕ ਬੀਬੀ ਆਈ ਸੀ ਦਰਬਾਰ ਦੇ ਵਿੱਚ, ਤਾਂ ਉਹਨਾਂ ਨੂੰ ਵੀ ਕੋਲੇ ਬੁਲਾ ਕੇ ਹਜ਼ੂਰ ਨੇ ਹੀ ਕਿਹਾ ਸੀ, ਬੇਟਾ ਆਪਦੇ ਬਾਪ ਤੋਂ ਵੀ ਕਦੇ ਘੁੰਡ ਕੱਢੀ ਦਾ ਹੁੰਦਾ, ਮੈਂ ਤਾਂ ਤੇਰਾ ਪਿਓ ਹਾਂ, ਤੇ ਪਿਓ ਤੋਂ ਕਾਹਦੀ ਸ਼ਰਮ। ਸੋ ਇੰਨੇ ਪਿਆਰ ਦੇ ਨਾਲ ਬੁੱਕਲ ਦੇ ਵਿੱਚ ਲੈ ਕੇ ਸਮਝਾਉਂਦੇ ਸੀ ਹਰ ਗੱਲ ਨੂੰ। ਪਰਦਾ ਰਸਮ ਰੋਕੀ ਗਈ, ਵਿਧਵਾਵਾਂ ਨੂੰ
ਆਪਦੇ ਪਤੀ ਦੀ ਚਿਖਾ ਦੇ ਨਾਲ ਸਾੜ ਦਿੱਤਾ ਜਾਂਦਾ ਸੀ, ਜ਼ਬਰਦਸਤੀ ਸਾੜਿਆ ਜਾਂਦਾ ਸੀ, ਚਾਹੇ ਉਹ ਚਾਹੇ ਨਾ ਵੀ ਚਾਹੁੰਦੀ। ਉਹਦੀ ਜਿਹੜੀ ਜ਼ਿੰਦਗੀ ਸੀ ਉਹ ਹਨੂੰਮੰਤ ਜੀ ਇੰਨੀ ਦੁੱਬਰ ਕਰ ਦਿੱਤੀ ਜਾਂਦੀ ਸੀ ਕਿ ਉਹਨੂੰ ਇਹ ਲੱਗਦਾ ਸੀ ਹੁਣ ਇਸ ਜ਼ਿੰਦਗੀ ਨਾਲੋਂ ਤਾਂ ਮਰਨਾ ਹੀ ਚੰਗਾ। ਜਿਉਣ ਦੇ ਅਧਿਕਾਰ ਖੋਹ ਲਏ ਜਾਂਦੇ ਸੀ। ਵਿਧਵਾ ਔਰਤ ਕਦੇ ਹੱਸ ਨਹੀਂ ਸਕਦੀ ਸੀ। ਚਿੱਟੇ ਕੱਪੜੇ, ਉਹ ਵੀ ਗੰਦੇ ਮੈਲੇ ਕੁਚੈਲੇ, ਸਾਫ਼ ਨਹੀਂ, ਗੰਦੇ ਮੈਲੇ ਕੁਚੈਲੇ ਉਹਨੇ ਕੱਪੜੇ ਪਾਣੇ। ਸਾਰਾ ਘਰ ਦਾ ਕੰਮ ਦਿਨ ਰਾਤ ਕਰਨਾ, ਜੂਠਾ ਬਚਿਆ ਹੋਇਆ ਉਹਨੇ ਖਾਣਾ। ਸਿਰ ਦੇ ਵਾਲ ਉਹਨੂੰ ਦਿੱਤੇ ਜਾਂਦੇ, ਸਿਰੋਂ ਪੈਰੋਂ ਨੰਗੀ ਰੱਖਿਆ ਜਾਂਦਾ, ਉਹਨੂੰ ਵਾਲੇ ਕੱਟ ਦਿੱਤੇ ਜਾਂਦੇ। ਹਰ ਖੁਸ਼ੀ ਦੇ ਸਮਾਗਮ 'ਚ ਉਹਨੂੰ ਮਾੜਾ ਕਿਹਾ ਜਾਂਦਾ ਕਿ ਤੂੰ ਪਿੱਛੇ ਜਾ, ਤੂੰ ਮੱਥੇ ਨਹੀਂ ਲੱਗਣਾ, ਤੂੰ ਤਾਂ ਮਾੜੀ ਹੈ। ਮੈਂ ਤੁਹਾਨੂੰ ਆਪਣੀ ਇੱਕ ਛੋਟੀ ਜਿਹੀ ਘਰ ਦੀ ਐਗਜ਼ਾਮਪਲ ਦੱਸਦਾ ਨਾ। ਜਦੋਂ ਮੇਰੀ ਸਿਸਟਰ ਦੀ ਮੈਰਿਜ ਹੋਣ ਲੱਗੀ, ਸ਼ਗਨ ਦੀ ਰਸਮ ਹੋਈ ਨਾ, ਤਾਂ ਮੇਰੇ ਮਾਮਾ ਜੀ ਰਸਮ ਅਦਾ ਕਰ ਰਹੇ ਸੀ ਔਰ ਮੇਰੀ ਇੱਕ ਮਾਸੀ ਪਿੱਛੇ ਬੈਠੇ। ਮੈਂ ਉਹਨਾਂ ਨੂੰ ਬੁਲਾ ਕੇ ਲਿਆਵਾਂ, ਮਾਸੀ ਤੁਸੀਂ ਪਰਾਂ ਕਿਉਂ ਬੈਠੇ, ਆਓ ਭੈਣ ਨੂੰ ਸ਼ਗਨ ਪਾਓ। ਨੇ ਕਿਹਾ, ਕਹਿੰਦੀ ਬੇਟਾ ਵੀ ਮੈਂ ਨਹੀਂ ਜਾ ਸਕਦੀ। ਮੈਂ ਕਿਹਾ ਕਿਉਂ? ਕਹਿੰਦੀ ਵੀ ਮੈਂ ਵਿਧਵਾ, ਤੇਰੇ ਮਾਸੜ ਜੀ ਹੈ ਨਹੀਂ ਨਾ, ਇਸ ਕਰਕੇ ਮੈਂ ਸ਼ਗਨ ਦੇ ਵਿੱਚ ਨਹੀਂ ਜਾ ਸਕਦੀ। ਮੈਂ ਉਹਨਾਂ ਨੂੰ ਇੱਕੋ ਗੱਲ ਕਹੀ ਸੀ, ਮੈਂ ਕਿਹਾ ਮਾਸੀ ਜੀ ਠੀਕ ਹੈ, ਤੁਸੀਂ ਤਾਂ ਜਾ ਨਹੀਂ ਸਕਦੇ, ਮੇਰਾ ਮਾਮਾ ਵੀ ਤਾਂ ਵਿਧਵਾ, ਮਾਮੀ ਦੀ ਵੀ ਡੈਥ ਹੋਈ ਹੈ, ਉਹ ਕਿਵੇਂ ਸ਼ਗਨ ਕਰ ਸਕਦੇ ਨੇ? ਬੰਦੇ ਲਈ ਆਜ਼ਾਦੀ ਸੀ ਉਦੋਂ ਵੀ ਤੇ ਅੱਜ ਵੀ, ਔਰਤਾਂ ਲਈ ਨਹੀਂ ਸੀ। ਔਰ ਅੱਜ ਤੋਂ 550 ਸਾਲ ਪਹਿਲਾਂ ਬਾਰੇ ਸੋਚ ਕੇ ਦੇਖੋ, ਉਸ ਵੇਲੇ ਗੁਰੂ ਸਾਹਿਬ ਸਤੀ ਪ੍ਰਥਾ ਰੋਕ ਰਹੇ ਨੇ ਔਰ ਵਿਧਵਾਵਾਂ ਦੇ ਦੁਬਾਰੇ ਵਿਆਹ ਕਰ ਰਹੇ ਨੇ। ਇਦੋਂ ਵੱਡੀ ਕ੍ਰਾਂਤੀ ਕੀ ਹੋ ਸਕਦੀ ਹੈ ਜੀ? ਇਹ ਸਮਾਜ ਨੂੰ ਬੜਾ ਉੱਚਾ ਚੱਕਣ ਦੇ ਲਈ ਉਹਨਾਂ ਨੇ ਕਾਰਜ ਕੀਤੇ। ਬੱਚਿਆਂ ਦੀ ਪੜ੍ਹਾਈ ਵੱਲ ਵਿਸ਼ੇਸ਼ ਧਿਆਨ ਦਿੱਤਾ, ਲੰਗਰ ਪ੍ਰਥਾ, ਔਰ ਸਭ ਤੋਂ ਵੱਡੀ ਗੱਲ ਉਹਨਾਂ ਨੇ ਇੱਕ ਨੈਟਵਰਕ ਬਣਾਇਆ, 22 ਮੰਜੀਆਂ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ। ਬਿਲਕੁਲ 22 ਮੰਜੀਆਂ ਬਣਾ ਕੇ ਇੱਕ ਅੱਜ ਜਿਵੇਂ ਆਪਾਂ ਇਹ ਕਹਿ ਲਓ ਵੀ ਥਾਂ ਥਾਂ ਤੇ ਜਿਵੇਂ ਸਰਕਾਰ ਆਪਣੇ ਸੈਂਟਰ ਬਣਾ ਲਾਂਦੀ ਹੈ ਜੀ, ਬਿਲਕੁਲ ਉਸ ਵੇਲੇ ਉਹ ਸੈਂਟਰ ਸੀ ਜਿਹੜੇ ਦੁਖੀਆਂ ਦਾ ਦੁੱਖ ਦਰਦ ਦੂਰ ਕਰਨ ਲਈ, ਮਜਲੂਮਾਂ ਦੀਆਂ ਹਾਵਾਂ ਨੂੰ ਹੌਂਕਿਆਂ ਨੂੰ ਸੁਣਨ ਲਈ ਔਰ ਉਹਨਾਂ ਦਾ ਹੱਲ ਕਰਨ ਦੇ ਲਈ, ਜਿੰਨਾ ਵੀ ਦਵਾ ਮੱਲਮ ਲੱਗੇ ਉਹਨਾਂ ਦੇ ਜ਼ਖਮਾਂ ਤੇ ਉਹ ਲਾਉਣ ਲਈ। ਮੈਂ ਪਹਿਲਾਂ ਦੱਸ ਚੁੱਕਿਆ, ਮਾਨਸਿਕ ਤੌਰ ਤੇ ਗੁਰੂ ਨਾਨਕ ਸਾਹਿਬ ਨੇ ਤਕੜੇ ਕੀਤੇ, ਫਿਜ਼ੀਕਲ ਤੌਰ ਤੇ ਗੁਰੂ ਅੰਗਦ ਸਾਹਿਬ ਨੇ, ਔਰ ਤੀਸਰੇ ਪਾਤਸ਼ਾਹ ਨੇ ਇੱਕ ਨੈਟਵਰਕ 22 ਮੰਜੀਆਂ ਔਰ 52 ਪੀੜੇ, ਇਹ ਪੂਰੇ ਦੇਸ਼ ਦੇ ਵਿੱਚ ਇੱਕ ਜਾਲ ਵਿਛਾ ਦਿੱਤਾ ਤਾਂ ਕਿ ਹਰ ਖਬਰ ਛੇਤੀ ਤੋਂ ਛੇਤੀ ਇੱਕ ਦੂਜੀ ਥਾਂ ਤੇ ਪਹੁੰਚ ਸਕੇ। ਇੱਕ ਨੈਟਵਰਕ ਬਣ ਗਿਆ। ਤੁਸੀਂ ਧਿਆਨ ਮਾਰਿਓ ਕਿ ਬੜਾ ਸਿਸਟਮ ਨਾਲ ਅੱਗੇ ਵਧ ਰਹੀ ਸੀ ਇਹ ਗੁਰੂ ਘਰ ਦੀ ਜੋ ਪਰੰਪਰਾ ਹੈ। ਤੇ ਉਸ ਤੋਂ ਬਾਅਦ ਅੱਗੇ ਚੱਲਦੇ ਹਾਂ ਆਪਾਂ ਗੁਰੂ ਰਾਮਦਾਸ ਸਾਹਿਬ ਮਹਾਰਾਜ ਕੋਲੇ। ਹੁਣ ਗੁਰੂ ਰਾਮਦਾਸ ਸਾਹਿਬ ਜਦੋਂ ਗੁਰਗੱਦੀ ਤੇ ਬਿਰਾਜਮਾਨ ਹੋਏ, ਕਿਉਂਕਿ ਇੱਕ ਗੱਲ ਦਾ ਧਿਆਨ ਰੱਖਣਾ ਹੈ, ਇਹ ਸਰੀਰ ਬੇਸ਼ੱਕ ਵੱਖਰੇ ਨੇ, ਜੋਤ ਓਹਾ ਜੋਤ ਸਾਏ ਸਹਿ ਕਾਇਆ ਫੇਰ ਪਲਟੀ। ਹੁਣ ਕਈ ਵਾਰੀ ਬੰਦਾ ਸੋਚ ਲੈਂਦਾ ਵੀ ਐ ਕਿਵੇਂ ਹੋ ਸਕਦਾ। ਗਿਆਨ ਹੈ ਜਿਹੜਾ ਇੱਕੋ ਜਿਹਾ ਗਿਆਨ ਪਾਠ ਕਰਮ ਦੀਆਂ ਕਿਤਾਬਾਂ ਦੇ ਵਿੱਚ ਲਿਖਿਆ ਹੁੰਦਾ, ਸੇਮ ਕਿਤਾਬ ਇੱਕ ਬੱਚਾ ਕਹਿੰਦਾ ਮੇਰੇ ਕੋਲ ਹੈ ਤੇ ਦੂਜਾ ਕਹਿੰਦਾ ਜੀ ਮੇਰੇ ਕੋਲ ਵੀ ਹੈ। ਹੁਣ ਇੱਕੋ ਕਿਤਾਬ ਦੋ ਕੋਲੇ ਕਿਵੇਂ ਹੋ ਸਕਦੀ? ਕਿਉਂਕਿ ਦੋਨਾਂ 'ਚ ਸੇਮ ਗਿਆਨ ਹੈ। ਸੋ ਇਹ ਗਿਆਨ ਸੀ ਜਿਹੜਾ ਉਹ ਗੁਰੂ ਸਾਹਿਬ ਨੇ ਅੱਗੇ ਦਿੱਤਾ ਸੀ। ਤੇ ਗੁਰੂ ਰਾਮਦਾਸ ਸਾਹਿਬ ਆਏ, ਉਹਨਾਂ ਨੇ ਸਭ ਤੋਂ ਵੱਡਾ ਉਪਕਾਰ ਜੋ ਸਾਡੇ ਤੇ ਕੀਤਾ ਉਹ ਸੀ ਅੰਮ੍ਰਿਤਸਰ ਸਾਹਿਬ, ਜਿਹਨੂੰ ਰਾਮਦਾਸ ਨਗਰ ਉਦੋਂ ਕਿਹਾ ਜਾਂਦਾ ਸੀ। ਇਹ ਸ਼ਹਿਰ ਵਸਾਇਆ। ਇੱਕ ਮੈਂ ਰਾਤ ਪੜ੍ਹ ਰਿਹਾ ਸੀ, ਬੜੀ ਕਮਾਲ ਦੀ ਗੱਲ ਮੇਰੇ ਨਜ਼ਰ ਆਈ, ਕਿਉਂਕਿ ਇੱਥੇ ਨਾ ਵੱਖੋ ਵੱਖਰੇ ਤਰ੍ਹਾਂ ਦੇ ਵਪਾਰੀ ਵੀ ਗੁਰੂ ਸਾਹਿਬ ਨੇ ਵਸਾਏ। ਔਰ ਦਰਬਾਰ ਸਾਹਿਬ ਨੂੰ ਜਿਹੜਾ ਮੇਨ ਰਾਹ ਜਾਂਦਾ ਹੈ, ਉੱਥੇ ਗੁਰੂ ਸਾਹਿਬ ਨੇ ਮੋਚੀ ਬਾਜ਼ਾਰ ਬਣਾਇਆ ਸੀ, ਜਿਹਨੂੰ ਅੱਜ ਜੁੱਤੀ ਬਾਜ਼ਾਰ ਕਿਹਾ ਜਾਂਦਾ ਹੈ, ਮੇਨ ਰਾਹ ਦੇ ਉੱਤੇ। ਕਿਉਂਕਿ ਸਭ ਤੋਂ ਮਾੜਾ ਕੰਮ ਚਮੜੇ ਦਾ, ਜੁੱਤੀਆਂ ਕਰਨ ਵਾਲੇ ਜਿਨ੍ਹਾਂ ਨੂੰ ਚੂੜੇ ਚਮਾਰ ਕਹਿ ਦਿੰਦੇ ਆ, ਉਹ ਕਿਹਾ ਜਾਂਦਾ ਸੀ। ਉਹਨਾਂ ਤੋਂ ਕਹਿੰਦੇ ਸੀ ਭਿੱਟੇ ਜਾਵਾਂਗੇ, ਇਹਨਾਂ ਨੂੰ ਨੇੜੇ ਨਹੀਂ ਲੱਗਣਾ, ਇਹ ਤਾਂ ਮਾੜੇ ਹੁੰਦੇ ਨੇ। ਤੇ ਮੇਰੇ ਗੁਰੂ ਪਾਤਸ਼ਾਹ ਨੇ ਉਹ ਸਭ ਤੋਂ ਮੂਹਰੇ ਬਿਠਾ ਲਿਆ ਕਿ ਇਹਨਾਂ ਦੇ ਕੋਲੋਂ ਦੀ ਲੰਘ ਕੇ ਆਉਣਾ। ਇਹਨਾਂ ਨੂੰ ਦੇਖੋ ਮਿਹਨਤ ਕਰਦਿਆਂ ਨੂੰ, ਕਿਰਤ ਦੀ ਉਹਨਾਂ ਨੇ ਪੂਰੀ ਮੁੱਲ ਪਾਇਆ, ਕਿਰਤ ਨੂੰ ਵਡਿਆਇਆ ਕਿ ਕਿਰਤ ਕਰਨ ਵਾਲਾ ਮਾੜਾ ਨਹੀਂ ਹੋ ਸਕਦਾ, ਬੇਲੀਆਂ ਖਾਣ ਵਾਲਾ ਮਾੜਾ ਹੁੰਦਾ। ਇਹ ਬਹੁਤ ਵੱਡੀ ਕ੍ਰਾਂਤੀ ਸੀ ਉਸ ਵੇਲੇ ਲੋਕਾਂ ਦਾ ਮਨ ਬਦਲਣ ਲਈ। ਤੇ ਨਾਲ ਉਹਨਾਂ ਨੇ ਹੁਕਮ ਕਰ ਦਿੱਤਾ ਕਿ ਆਪਾਂ ਸਾਰੇ ਸਾਲ 'ਚ 2 ਵਾਰੀ ਇਕੱਠੇ ਹੋਇਆ ਕਰੋ। ਵੱਡੇ ਮੇਲੇ ਸਾਲ 'ਚ 2 ਵਾਰੀ ਅੰਮ੍ਰਿਤਸਰ ਦਰਬਾਰ ਸਾਹਿਬ ਲੱਗਣੇ ਸ਼ੁਰੂ ਹੋ ਗਏ। ਨਾਲ ਉਹਨਾਂ ਨੇ ਇੱਕ ਹੋਰ ਪੱਕਾ ਕਰਨ ਦੇ ਲਈ ਦਸਵੰਧ ਪਰੰਪਰਾ ਦੀ ਸ਼ੁਰੂਆਤ ਕੀਤੀ ਕਿ ਹਰ ਸਿੱਖ ਆਪਣੀ ਕਮਾਈ ਦੇ ਵਿੱਚੋਂ 10ਵਾਂ ਹਿੱਸਾ ਭੇਟ ਕਰੇ, ਜਿਹਦੇ ਨਾਲ ਦੁਖੀਆਂ ਤੇ ਲੋੜਵੰਦਾਂ ਦੀ ਮਦਦ ਹੋ ਸਕੇ। ਸੋ ਇਹ ਸੀ ਸਟੈਪ ਬਾਏ ਸਟੈਪ ਸਿੱਖੀ ਦਾ ਜੋ ਉਥਾਨ ਸੀ, ਲਗਾਤਾਰ ਹੋ ਰਿਹਾ ਸੀ। ਤੇ ਇਹਦੇ ਨਾਲ ਨਾਲ ਵਿਰੋਧੀ ਵੀ ਲਗਾਤਾਰ ਵਧ ਰਹੇ ਸੀ। ਮੈਂ ਤੁਹਾਨੂੰ ਇੱਥੇ ਉਹੀ ਪੁੱਛਣਾ ਚਾਹੁੰਦਾ ਸੀਗਾ ਭਾਈ ਸਾਹਿਬ, ਜਿਵੇਂ ਕਿ ਆਪਾਂ ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਕੀਤਾ ਸੀਗਾ, ਗੁਰੂ ਨਾਨਕ ਸਾਹਿਬ ਨੇ ਇੱਕ ਰਾਜ ਦੀ ਆਰੰਭਤਾ ਕੀਤੀ, ਨਵਾਂ ਧਰਮ ਸਥਾਪਿਤ ਹੋ ਚੁੱਕਾ, ਲੋਕਾਂ ਨੇ ਅਸੈਪਟ ਕਰਨਾ ਸ਼ੁਰੂ ਕਰ ਦਿੱਤਾ, ਲੋਕ ਗੁਰੂ ਸਾਹਿਬ ਦੀ ਵਿਚਾਰਧਾਰਾ ਨਾਲ ਜੁੜਦੇ ਰਹੇ, ਭਾਵੇਂ ਗੁਰੂ ਨਾਨਕ ਸਾਹਿਬ ਨੇ, ਭਾਵੇਂ ਗੁਰੂ ਅੰਗਦ ਸਾਹਿਬ, ਭਾਵੇਂ ਗੁਰੂ ਅਮਰਦਾਸ ਤੇ ਭਾਵੇਂ ਗੁਰੂ ਰਾਮਦਾਸ। ਹੁਣ ਇੱਕ ਰਾਜ ਆਲਰੇਡੀ ਪਹਿਲਾਂ ਸਥਾਪਿਤ ਹੈ, ਮੁਗਲ ਰਾਜ, ਕਾਫੀ ਚਿਰਾਂ ਤੋਂ ਚੱਲਦਾ ਆ ਰਿਹਾ ਹੈ, ਉਹ ਚੁੱਪ ਕਰਨ ਵਾਲਾ ਨਹੀਂ। ਹਾਂਜੀ, ਉਹਨੂੰ ਪਤਾ ਹੈ ਕਿ ਮੇਰੇ ਰਾਜ ਦੇ ਵਿੱਚ ਬਾਗੀ ਸੁਰ
ਉਗੜਦੀ ਪਈ ਹੈ, ਕਿਉਂਕਿ ਅਸੀਂ ਜਦੋਂ ਇਤਿਹਾਸ ਦੇ ਵਰਕੇ ਫਰੋਲਦੇ ਹਾਂ ਤੇ ਬਕਾਇਦਾ ਲਿਖਿਆ ਹੋਇਆ ਇੱਕ ਬਾਗੀਪੁਣਾ ਸੀ ਗੁਰੂ ਸਾਹਿਬਾਨਾਂ ਦੇ ਵਿੱਚ। ਅਸੀਂ ਤਾਂ ਚਲੋ ਸ਼ਬਦ ਨਹੀਂ ਵਰਤਦੇ, ਉਹਨਾਂ ਨੇ ਆਪਣੀ ਇਤਿਹਾਸਕ ਸਰੋਤਾਂ ਵਿੱਚ ਸ਼ਬਦ ਵਰਤੇ ਹੈ ਵੀ ਸਾਡੇ ਧਰਮ ਦੇ ਵਿਰੁੱਧ ਇੱਕ ਬਗਾਵਤ ਸ਼ੁਰੂ ਹੋ ਚੁੱਕੀ ਸੀਗੀ। ਇਸ ਬਾਬਤ ਤੁਸੀਂ ਕੀ ਕਹਿਣਾ ਚਾਹੋਗੇ? ਇਹ 'ਚ ਕੋਈ ਦੋਰਾਮਾ ਨਹੀਂ ਕਿ ਉਸ ਵੇਲੇ ਦੇ ਜਿੰਨੇ ਵੀ ਧਾਰਮਿਕ ਕੱਟੜਵਾਦੀ ਸੀ ਜੀ, ਕਿਸੇ ਵੀ ਧਰਮ ਨਾਲ ਸੰਬੰਧਿਤ ਸੀ, ਉਹ ਚਾਹੇ ਜੋਗੀ ਸੀ, ਚਾਹੇ ਬ੍ਰਾਹਮਣ ਸੀ, ਚਾਹੇ ਕਾਜੀ ਸੀ, ਚਾਹੇ ਰਾਜਨੀਤਿਕ ਲੋਕ ਸੀ, ਉਹ ਦੁਸ਼ਮਣ ਬਣ ਚੁੱਕੇ ਸੀ ਗੁਰੂ ਨਾਨਕ ਸਾਹਿਬ ਦੇ ਵੀ। ਉਹਨਾਂ ਨੂੰ ਵੀ ਖਤਮ ਕਰਨ ਦੀਆਂ ਕੋਸ਼ਿਸ਼ਾਂ ਹੋਈਆਂ ਨੇ, ਜਿਵੇਂ ਕੰਧ ਡੇਗਣ ਦਾ ਕੋਸ਼ਿਸ਼ ਕੀਤੀ। ਹਾਂਜੀ ਬਿਲਕੁਲ। ਗੁਰੂ ਨਾਨਕ ਸਾਹਿਬ ਕਿਉਂਕਿ ਇੱਕ ਥਾਂ ਤੇ ਨਹੀਂ ਟਿਕੇ, ਉਹ ਲਗਾਤਾਰ ਭ੍ਰਮਣ ਕਰਦੇ ਰਹੇ ਔਰ ਦੁਸ਼ਮਣਾਂ ਨੂੰ ਬਹੁਤਾ ਪਤਾ ਨਹੀਂ ਲੱਗਿਆ ਵੀ ਇਹ ਕਰ ਕੀ ਰਹੇ ਨੇ ਜੀ। ਬੜਾ ਉਹ ਕਿਉਂਕਿ ਬਹੁਤ ਸਿਆਣੇ ਸੀ, ਬਹੁਤ ਦੂਰਅੰਦੇਜ਼ ਸੀ, ਉਹਨਾਂ ਨੂੰ ਪਤਾ ਸੀ ਕਿ ਮੈਂ ਆਉਣ ਵਾਲੇ ਸਮੇਂ ਦੀਆਂ ਨੀਹਾਂ ਪੱਕੀਆਂ ਕਰਨੀਆਂ ਨੇ, ਇਸ ਲਈ ਬੜਾ ਸਿਸਟਮ ਨਾਲ ਉਹ ਚੱਲੇ। ਸੈਕੰਡ ਗੁਰੂ ਵੀ ਹੁਣ ਹਿਮਾਯੂ ਆਇਆ ਸੀ ਸੈਕੰਡ ਗੁਰੂ ਕੋਲੇ, ਉਹਨੇ ਵੀ ਕਿਰਪਾਨ ਕੱਢੀ ਸੀ ਗੁਰੂ ਸਾਹਿਬ ਤੇ ਮਾਰਨ ਦੇ ਲਈ। ਬਿਲਕੁਲ। ਤੇ ਗੁਰੂ ਸਾਹਿਬ ਨੇ ਕਿਹਾ ਸੀ ਬਾਦਸ਼ਾਹ ਜਿਹੜੀ ਕਿਰਪਾਨ ਜੰਗ ਦੇ ਵਿੱਚ ਤਾਂ ਮਿਆਨ ਚੋਂ ਬਾਹਰ ਨਹੀਂ ਨਿਕਲੀ, ਫਕੀਰਾਂ ਤੇ ਚਲਾ ਕੇ ਕੀ ਕਰੇਗਾ। ਬਿਲਕੁਲ। ਨਿਰਭਉ ਸੀਗੇ, ਡਰਦੇ ਨਹੀਂ ਸੀ, ਖਿੜੇ ਮੱਥੇ ਦਲੇਰੀ ਨਾਲ ਜਵਾਬ ਦਿੱਤਾ। ਤੀਸਰੇ ਪਾਤਸ਼ਾਹ ਨੂੰ ਵੀ ਸ਼ਿਕਾਇਤਾਂ ਕਰੀਆਂ ਸੀ ਅਕਬਰ ਕੋਲੇ। ਅਕਬਰ ਉਹੀ ਨਹੀਂ ਆਇਆ ਸੀ ਉੱਥੇ ਕਿ ਮੈਂ ਜਾ ਕੇ ਮੱਥਾ ਟੇਕ ਕੇ ਆਵਾਂ, ਉਹਨੂੰ ਕੋਈ ਸ਼ਰਧਾ ਨਹੀਂ ਸੀ ਜੇ ਦੇਖਿਆ ਜਾਵੇ ਕਿ ਮੈਂ ਉੱਥੇ ਸਿੱਖ ਬਣਨ ਚੱਲਿਆ। ਉਹਨਾਂ ਕੋਲੇ ਇੰਨੀਆਂ ਸ਼ਿਕਾਇਤਾਂ ਪਹੁੰਚੀਆਂ, ਸਿੱਖ ਧਰਮ ਦੀਆਂ ਇੰਨੀਆਂ ਸ਼ਿਕਾਇਤਾਂ ਪਹੁੰਚੀਆਂ ਕਿ ਉਹਨੂੰ ਮਜਬੂਰ ਹੋ ਕੇ ਆਉਣਾ ਪਿਆ ਕਿ ਮੈਂ ਦੇਖਾਂ ਤਾਂ ਸਹੀ ਉੱਥੇ ਹੋ ਕੀ ਰਿਹਾ। ਜਦੋਂ ਆਇਆ ਉਹਨੇ ਸਿਸਟਮ ਦੇਖਿਆ, ਉਹ ਇੰਨਾ ਕੁ ਪ੍ਰਭਾਵਿਤ ਹੋਇਆ ਕਿ ਗੁਰੂ ਸਾਹਿਬ ਤਾਂ ਜੋ ਕਰ ਰਹੇ ਲੋਕਾਂ ਦੇ ਭਲੇ ਲਈ ਕਰ ਰਹੇ ਨੇ, ਕਿਉਂਕਿ ਅਕਬਰ ਖੁਦ ਵੀ ਨੇਕ ਦਿਲ ਇਨਸਾਨ ਸੀ। ਇੱਕ ਤਾਂ ਹੁੰਦਾ ਕੱਟੜ ਬੰਦਾ, ਇੱਕ ਨੇਕ ਦਿਲ, ਉਹ ਖੁਦ ਨੇਕ ਦਿਲ ਸੀ। ਇਸ ਲਈ ਉਹਨੇ ਨਿਰਪੱਖਤਾ ਨਾਲ ਜਾਂਚ ਕੀਤੀ। ਜਦੋਂ ਦੇਖਿਆ ਕਿ ਤਾਂ ਲੋਕਾਂ ਲਈ ਕਰ ਰਹੇ ਨੇ ਤੇ ਗੁਰੂ ਸਾਹਿਬ ਦੀ ਉਹਨੇ ਬਹੁਤ ਵਡਿਆਈ ਵੀ ਕੀਤੀ ਔਰ ਬੇਨਤੀ ਵੀ ਕੀਤੀ ਕਿ ਮੇਰੇ ਲਈ ਜੋ ਸੇਵਾ ਤੁਸੀਂ ਦੱਸੋ ਜੀ। ਦੁਸ਼ਮਣ ਤੁਹਾਨੂੰ ਦੱਸਿਆ ਵੀ ਲਗਾਤਾਰ ਬਣੇ ਹੋਏ ਨੇ। ਬਿਲਕੁਲ। ਪਾਤਸ਼ਾਹ ਜਦੋਂ ਆ ਗਏ, ਚੌਥੇ ਪਾਤਸ਼ਾਹ ਤੱਕ ਆਪਾਂ ਪਹੁੰਚੇ, ਗੁਰੂ ਰਾਮਦਾਸ ਸਾਹਿਬ ਮਹਾਰਾਜ, ਇਹਨਾਂ ਨੇ ਫਿਰ ਇੱਕ ਹੋਰ ਐਡ ਕੀਤਾ ਸੀ ਕਿ ਵਪਾਰ ਕਰੋ, ਕਿਉਂਕਿ ਵਪਾਰੀ ਉੱਥੇ ਵੀ ਲਿਆਂਦੇ। ਸਿੱਖਾਂ ਨੂੰ ਹੁਕਮ ਕੀਤਾ ਵਪਾਰ ਕਰੋ। ਹੁਣ ਵਪਾਰ ਵੀ ਇਕੱਲਾ ਇਹ ਨਹੀਂ ਕਿਹਾ ਕਿ ਕੁਝ ਵੀ ਕਰ ਲਓ, ਮੇਨ ਕਿਹਾ ਵੀ ਤੁਸੀਂ ਘੋੜਿਆਂ ਦਾ ਵਪਾਰ ਕਰੋ। ਉਹਦੇ ਪਿੱਛੇ ਉਹੀ ਗੱਲ ਹੈ, ਬੜੀ ਦੂਰ ਦੀ ਸੋਚ ਚੱਲ ਰਹੀ ਸੀ, 200-250 ਸਾਲਾਂ ਦੀ ਸੋਚ ਜੋ ਗੁਰੂ ਨਾਨਕ ਸਾਹਿਬ ਚਲਾ ਗਏ ਸੀ। ਹੁਣ ਘੋੜਿਆਂ ਦਾ ਵਪਾਰ ਜੇ ਸਿੱਖ ਕਰਨਗੇ ਆਰਥਿਕ ਤੌਰ ਤੇ ਮਜ਼ਬੂਤ ਹੋਣਗੇ ਜੀ। ਘੋੜਿਆਂ ਦਾ ਵਪਾਰ ਕਰਨਗੇ ਤਾਂ ਘੋੜ ਸਵਾਰ ਬਣਨਗੇ। ਬਿਲਕੁਲ। ਘੋੜੇ ਦੀ ਪਰਖ ਹੋਊਗੀ ਉਹਨਾਂ ਨੂੰ ਕਿ ਘੋੜਾ ਚੰਗਾ ਮਾੜਾ ਕਿਹੜਾ ਹੈ। ਦੂਜੀ ਗੱਲ, ਘੋੜਿਆਂ ਦਾ ਜਿਹੜਾ ਵਪਾਰ ਹੈ ਉਹ ਅਰਬ ਦੇਸ਼ਾਂ 'ਚ ਹੁੰਦਾ ਹੈ। ਅਰਬੀ ਘੋੜੇ ਮਸ਼ਹੂਰ ਨੇ ਤੇ ਅਰਬ ਦੇਸ਼ਾਂ ਵਿੱਚ ਜਦੋਂ ਜਾਣਗੇ ਤਾਂ ਸਿੱਖ ਉਹਨਾਂ ਦੀ ਬੋਲੀ ਵੀ ਸਿੱਖਣਗੇ। ਬਿਲਕੁਲ। ਜਦੋਂ ਉਹਨਾਂ ਦੀ ਬੋਲੀ ਸਿੱਖਣਗੇ ਤਾਂ ਉਹਨਾਂ ਦੀਆਂ ਘਾਟਾਂ ਔਰ ਵਾਧਾਂ ਦਾ ਵੀ ਪਤਾ ਲੱਗੂਗਾ ਉਹਨਾਂ 'ਚ ਜਦੋਂ ਤੁਸੀਂ ਵਿਚਰੋਗੇ। ਕਿਉਂਕਿ ਕਈ ਵਾਰੀ ਸਾਨੂੰ ਬੜਾ ਖੌਫ ਆਉਂਦਾ ਹੁੰਦਾ ਕਿਸੇ ਨਾਲ ਗੱਲਬਾਤ ਕਰਨ ਵੇਲੇ ਵੀ ਪਤਾ ਨਹੀਂ ਯਾਰ ਕਿਹੋ ਜਿਹਾ ਹੋਊਗਾ, ਪਰ ਜਦੋਂ ਅਸੀਂ ਉਹਦੇ ਨਾਲ ਗੱਲਬਾਤ ਕਰਦੇ ਹਾਂ, ਉਹਦੇ ਨਾਲ ਵਿਚਰਦੇ ਹਾਂ ਤਾਂ ਡਰ ਲੈ ਜਾਂਦਾ ਵੀ ਯਾਰ ਆਪਣੇ ਵਰਗੇ ਹੀ ਹੈ। ਹਰ ਬੰਦੇ 'ਚ ਘਾਟ ਵੀ ਹੁੰਦੀ ਹੈ। ਸੋ ਇਹ ਚੀਜ਼ਾਂ ਕਰਕੇ ਗੁਰੂ ਸਾਹਿਬ ਨੇ ਉਹਨਾਂ ਨੂੰ ਪ੍ਰੇਰਿਆ। ਤੇ ਜਦੋਂ ਸਿੱਖ ਤਿਆਰ ਹੋ ਗਏ ਘੋੜਿਆਂ ਦਾ ਵਪਾਰ ਕਰਨ ਲਈ, ਹੁਣ ਕੱਲਾ ਬੰਦਾ ਤਾਂ ਘੋੜਾ ਖਰੀਦਣ ਜਾਊਗਾ ਨਹੀਂ, ਕਿਉਂਕਿ ਐਡਾ ਲੰਬਾ ਸਫ਼ਰ ਹੈ। 10, 20, 30 ਇਕੱਠੇ ਹੋਣਗੇ, ਉਹਨਾਂ ਕੋਲੇ ਪੈਸਾ ਵੀ ਹੋਊਗਾ। ਪੈਸੇ ਦੀ ਰਾਖੀ ਲਈ, ਕਿਉਂਕਿ ਰਾਤ ਦੇ ਵਿੱਚ ਜੰਗਲ ਵੀ ਨੇ, ਪਹਾੜ ਵੀ ਨੇ, ਸਭ ਕੁਛ ਹੈ, ਕਿਹੜਾ ਪਤਾ ਵੀ ਕਿੱਥੋਂ ਦੀ ਲੰਘਣਾ ਪੈਣਾ। ਡਾਕੂ ਵੀ ਆ ਸਕਦੇ ਨੇ, ਖੋਹ ਵੀ ਸਕਦੇ ਨੇ, ਤੁਹਾਨੂੰ ਵੀ ਮਾਰ ਸਕਦੇ ਨੇ। ਉਹਦੀ ਰਾਖੀ ਲਈ ਤੁਹਾਡੇ ਕੋਲ ਹਥਿਆਰ ਵੀ ਹੋਣੇ ਚਾਹੀਦੇ ਨੇ। ਬਿਲਕੁਲ। ਹੁਣ ਹਥਿਆਰ ਹੋਣ ਮੇਰੇ ਵਰਗੇ ਕੋਲੇ, ਚਲਾਉਣੇ ਆਉਂਦੇ ਨਾ ਹੋਣ, ਉਹ ਤਾਂ ਉਲਟਾ ਆਪਣੀ ਜਾਨ ਦੇ ਦੁਸ਼ਮਣ ਬਣ ਜਾਣਗੇ। ਬਿਲਕੁਲ। ਇਸ ਲਈ ਹਥਿਆਰ ਚਲਾਉਣੇ ਵੀ ਸਿੱਖਣੇ ਪੈਣਗੇ। ਹੁਣ 20-30 ਬੰਦੇ ਹਥਿਆਰਬੰਦ ਘੋੜ ਸਵਾਰ, ਇਹ ਸਮਝ ਲਓ ਕਿ ਆਉਣ ਵਾਲੇ ਸਮੇਂ ਦੀ ਫੌਜ ਤਿਆਰ ਹੋ ਗਈ। ਬਿਲਕੁਲ। ਟੁਕੜੀਆਂ ਤਿਆਰ ਹੋ ਗਈਆਂ, 10-10, 20-20, 50-50 ਗਰੁੱਪ ਬਣ ਗਏ, ਪਿਆਰ ਬਣ ਗਿਆ ਉਹਨਾਂ ਦਾ ਆਪਸ 'ਚ, ਘੋੜ ਸਵਾਰ ਬਣ ਗਏ। ਇੱਕ ਹਥਿਆਰਬੰਦ ਬਿਨਾਂ ਕਿਸੇ ਨੂੰ ਕੁਝ ਪਤਾ ਲੱਗੇ ਫੌਜ ਤਿਆਰ ਹੋ ਗਈ। ਇਹ ਬਹੁਤ ਵੱਡੀ ਗੁਰੂ ਸਾਹਿਬ ਦੀ, ਇਹ ਕਹਿ ਲਓ ਸਾਡੇ ਲਈ ਉਪਕਾਰ ਸੀ, ਜਾਂ ਉਹਨਾਂ ਨੇ ਕੀਤੀ ਹੋਈ ਦੂਰਅੰਦੇਜ਼ ਸੋਚ ਦਾ ਨਤੀਜਾ ਸੀ। ਇੱਕ ਕੇਵਲ ਘੋੜਿਆਂ ਦੇ ਵਪਾਰ ਦੇ ਵਿੱਚੋਂ ਇੱਕ ਫੌਜ ਦਾ ਨਿਰਮਾਣ ਕਰ ਦੇਣਾ, ਇਹ ਵੀ ਗੁਰੂ ਸਾਹਿਬ ਦੀ ਬੜੀ ਵੱਡੀ ਸੋਚ ਹੈ ਜਿਹਨੂੰ ਸਲਾਮ ਕਰਨ ਨੂੰ ਬਣਦਾ। ਇਸੇ ਤਰ੍ਹਾਂ ਇਹ ਲੜੀ ਅੱਗੇ ਚੱਲਦੀ ਗਈ। ਹਨੂੰਮੰਤ ਜੀ ਪੰਚਮ ਪਾਤਸ਼ਾਹ ਤੱਕ ਪਹੁੰਚਦੇ ਆ ਸਿੱਖ ਧਰਮ ਇੱਕ ਬਹੁਤ ਵੱਡੇ ਲੈਵਲ ਤੇ ਨਕਸ਼ੇ ਦੇ ਉੱਤੇ ਆ ਚੁੱਕਿਆ ਸੀ। ਸੰਗਤਾਂ ਦੀ ਗਿਣਤੀ ਬੜੇ ਵੱਡੇ ਲੈਵਲ ਤੇ ਪਹੁੰਚ ਚੁੱਕੀ ਸੀ। ਔਰ ਸਭ ਤੋਂ ਵੱਡਾ ਜੋ ਕ੍ਰਿਸ਼ਮਾ ਕਹਿ ਲਈਏ, ਸਾਡੇ ਲਈ ਉਪਕਾਰ ਕਹਿ ਲਈਏ, ਗੁਰੂ ਅਰਜਨ ਸਾਹਿਬ ਮਹਾਰਾਜ ਨੇ ਕੀਤਾ, ਉਹ ਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ। ਜੀ ਬਿਲਕੁਲ। ਇਹ ਕਵਰਦੀਪ ਸਿੰਘ, ਮੈਂ ਤੁਹਾਨੂੰ ਥੋੜ੍ਹਾ ਜਿਹਾ ਇੱਥੇ ਤੁਹਾਡੇ ਤੋਂ ਮਾਫੀ ਮੰਗਾਂਗਾ ਕਿਉਂਕਿ ਸਾਨੂੰ ਸਮਾਂ ਇਜਾਜ਼ਤ ਨਹੀਂ ਦਿੰਦਾ ਕਿ ਆਪਾਂ ਇਸ ਸ਼ੋਅ ਨੂੰ ਅੱਗੇ ਤੋਰੀਏ। ਤੁਸੀਂ ਬੜੇ ਸੋਹਣੇ ਢੰਗ ਦੇ ਵੀ ਸਾਨੂੰ ਦੱਸਿਆ ਕਿਵੇਂ ਗੁਰੂ ਨਾਨਕ ਸਾਹਿਬ ਨੇ ਲੋਕਾਂ ਦੇ ਦਰਦ ਨੂੰ ਆਪਣਾ ਦਰਦ ਸਮਝਿਆ, ਆਪਣੇ ਸੀਨੇ ਨਾਲ ਲਾਇਆ। ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਸਮਾਜ ਨੇ ਦੁਰਕਾਰਿਆ ਸੀ, ਆਪਣੇ ਘਰ ਵਿੱਚ, ਆਪਣੇ ਪਿੰਡ ਵਿੱਚ, ਆਪਣੇ ਸ਼ਹਿਰ ਵਿੱਚ ਥਾਂ ਨਹੀਂ ਸੀ ਦਿੱਤੀ
ਨਾ ਰਾਜਨੀਤਿਕ ਲੋਕਾਂ ਨੇ, ਨਾ ਵੱਡੇ ਉੱਚੀ ਜਾਤੀ ਵਾਲਿਆਂ ਨੇ। ਗੁਰੂ ਅੰਗਦ ਸਾਹਿਬ ਨੇ ਸਰੀਰਕ ਤੌਰ ਤੇ ਉਹਨਾਂ ਨੂੰ ਮਜ਼ਬੂਤ ਕੀਤਾ। ਗੁਰੂ ਅਮਰਦਾਸ ਪਾਤਸ਼ਾਹ ਨੇ ਵੰਡੀਆਂ ਖਤਮ ਕੀਤੀਆਂ। ਗੁਰੂ ਰਾਮਦਾਸ ਪਾਤਸ਼ਾਹ ਨੇ ਵਪਾਰ ਦਾ ਇੱਕ ਇਹੋ ਜਿਹਾ ਸੋਮਾ ਤਿਆਰ ਕੀਤਾ ਜਿਹਦੇ ਵਿੱਚੋਂ ਫੌਜਾਂ ਦਾ ਵੀ ਨਿਰਮਾਣ ਹੋਇਆ ਤੇ ਗੁਰੂ ਅਰਜਨ ਸਾਹਿਬ ਤੱਕ ਆਪ ਅੱਜ ਪਹੁੰਚੇ ਸੀਗੇ। ਸੋ ਦੋਸਤੋ, ਜੇਕਰ ਤੁਹਾਨੂੰ ਦੱਸ ਦਈਏ, ਅੱਜ ਦਾ ਇਹ ਪ੍ਰੋਗਰਾਮ ਇੱਥੇ ਹੀ ਸਮਾਪਤ ਹੁੰਦਾ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਇਸੇ ਪ੍ਰੋਗਰਾਮ ਨੂੰ ਆਪਾਂ ਅੱਗੇ ਤੋਰਾਂਗੇ। ਤੁਹਾਡਾ ਆਪਣਾ ਪ੍ਰੋਗਰਾਮ ਹੈ ਇਤਿਹਾਸ ਦੀ ਤਹਿ ਤੱਕ। ਬਾਖੂਬੀ ਢੰਗ ਦੇ ਨਾਲ ਬੜੇ ਸੋਹਣੇ ਸ਼ਬਦਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਤੋਂ ਆਰੰਭ ਕਰਕੇ ਭਾਈ ਸਾਹਿਬ ਭਾਈ ਕੰਵਰਦੀਪ ਸਿੰਘ ਜੀ ਉਹਨਾਂ ਨੇ ਗੁਰੂ ਅਰਜਨ ਸਾਹਿਬ ਤੱਕ ਸਾਨੂੰ ਇਤਿਹਾਸ ਦੀ ਇੱਕ ਇੱਕ ਤਹਿ ਸਾਡੇ ਸਾਹਮਣੇ ਖੋਲੀ ਹੈ। ਤੇ ਮੈਂ ਬੇਨਤੀ ਕਰਾਂਗਾ ਭਾਈ ਕੰਵਰਦੀਪ ਸਿੰਘ ਜੀ, ਆਉਣ ਵਾਲੇ ਦਿਨਾਂ ਵਿੱਚ ਗੁਰੂ ਅਰਜਨ ਸਾਹਿਬ ਨੇ ਕੀ ਕੁਝ ਕੀਤਾ ਸਿੱਖ ਕੌਮ ਦੇ ਲਈ, ਕਿਵੇਂ ਸਿੱਖ ਪੰਥ ਵਿਕਾਸ ਕਰ ਰਿਹਾ ਹੈ, ਕਿਵੇਂ ਇੱਕ ਨਵੇਕਲਾ ਪੰਥ ਅੱਜ ਮਾਨਵਤਾ ਦਾ ਪੰਥ ਬਣ ਗਿਆ ਸੀਗਾ, ਇਹਦੇ ਬਾਰੇ ਵੀ ਗੱਲਾਂ, ਇਹਦੇ ਬਾਰੇ ਵਿਚਾਰ ਆਪਾਂ ਆਉਣ ਵਾਲੇ ਦਿਨਾਂ ਵਿੱਚ ਕਰਾਂਗੇ। ਤੁਹਾਡਾ ਇੱਥੇ ਮੈਂ ਤਹਿ ਦਿਲੋਂ ਧੰਨਵਾਦ ਕਰਦਾ। ਤੁਸੀਂ ਸਮਾਂ ਕੱਢਿਆ ਸਾਡੇ ਇਸ ਖਾਸ ਪ੍ਰੋਗਰਾਮ ਇਤਿਹਾਸ ਦੀ ਤਹਿ ਵਿੱਚ ਆ ਕੇ ਬਾਖੂਬੀ ਢੰਗ ਦੇ ਨਾਲ ਇਤਿਹਾਸ ਦੀਆਂ ਵਰਕਾਂ ਨੂੰ ਫਰੋਲਿਆ, ਇਤਿਹਾਸ ਦਾ ਇੱਕ ਇੱਕ ਪੱਖ ਸਾਡੇ ਦਰਸ਼ਕਾਂ ਦੇ ਰੂਬਰੂ ਕੀਤਾ। ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਦੋਸਤੋ, ਹੁਣ ਸਾਨੂੰ ਦਿਓ ਇਜਾਜ਼ਤ। ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇਸੇ ਵਿਸ਼ੇ ਨੂੰ ਅੱਗੇ ਤੋਰਾਂਗੇ। ਤਦ ਤੱਕ ਤੁਹਾਡੇ ਤੋਂ ਸਾਰਿਆਂ ਤੋਂ ਅਸੀਂ ਖਿਮਾ ਤੇ ਜਾਚਕ ਹਾਂ। ਭਾਈ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।